1948 ਤੋਂ ਪਹਿਲਾਂ ਕਿਤੇ ਨਹੀਂ ਸੀ। 1948 ਦੇ ਵਿੱਚ ਇਜ਼ਰਾਈਲ ਵਸਾਇਆ ਗਿਆ ਉਸ ਧਰਤੀ ਤੇ ਜਿਹੜੀ ਫਿਲਿਸਤੀਨੀਆਂ ਦੀ ਧਰਤੀ ਹੈ, ਤੇ ਉੱਥੋਂ ਬੇਦਖਲ ਕਰਕੇ, ਜਿਹੜਾ ਤੁਸੀਂ ਲਫ਼ਜ਼ ਵਰਤਿਆ, ਇੱਕ ਉੱਥੋਂ ਫਿਲਿਸਤੀਨੀਆਂ ਨੂੰ ਬੇਦਖਲ ਕਰਕੇ ਇਜ਼ਰਾਈਲ ਦੀ ਸਥਾਪਨਾ ਕੀਤੀ ਗਈ। ਠੀਕ ਹੈ, ਮੁਲਕ ਬਣ ਗਿਆ, ਪਰ ਉਸ ਤੋਂ ਬਾਅਦ ਵੀ ਇਜ਼ਰਾਈਲ ਦੀ ਜਿਹੜੀ ਲਾਲਸਾ ਆ ਉਹ ਜ਼ਮੀਨ ਤੇ ਕਬਜ਼ੇ ਦੀ, ਤੇ ਆਪਣੀ ਜਿਹੜੀ ਉਹਦੀ ਆਪਣੀ ਇੱਕ ਹੌਂ ਆ, ਉਹ ਜਿਹੜੀ ਲਾਲਸਾ ਮੁੱਕੀ ਨਹੀਂ। ਸਗੋਂ ਜਿਹੜੇ ਇਲਾਕੇ ਹੋਰ ਥੋੜੇ ਬਹੁਤ ਵੀ ਬਚੇ ਆ ਫਿਲਿਸਤੀਨੀਆਂ ਦੇ ਕੋਲ, 2-3 ਇਲਾਕੇ ਬਚੇ ਆ, ਉਹਨਾਂ ਕੋਲ ਹੈ ਕੀ ਆ ਹੁਣ, ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਇਜ਼ਰਾਈਲ ਦੀ। ਇਸ ਕਰਕੇ ਇਜ਼ਰਾਈਲ ਤੇ ਫਿਲਿਸਤੀਨ ਨੂੰ ਇੱਕ ਪਲੜੇ 'ਚ ਨਹੀਂ ਤੋਲਿਆ ਜਾ ਸਕਦਾ। ਦੁਨੀਆ ਵੀ ਜਿਹੜੀ ਵੰਡੀ ਹੋਈ ਨਹੀਂ ਦਿਖਾਈ ਦੇ ਰਹੀ। ਦੁਨੀਆ ਅਸਲ ਦੇ ਵਿੱਚ, ਕਿਉਂਕਿ ਇਸ ਵੇਲੇ ਇੱਕ ਕੇਂਦਰਿਤ ਹੋ ਚੁੱਕੀ ਹੈ, ਇੱਕ ਧਰੁਵੀ ਬਣ ਚੁੱਕੀ ਹੈ ਅਮਰੀਕਾ ਦੀ ਅਗਵਾਈ ਦੇ ਵਿੱਚ, ਤੇ ਬਹੁਤੀ ਦੁਨੀਆ ਜਿਹੜੀ ਹੈ, ਇੱਕ ਅੱਧੇ 2-4 ਮੁਲਕਾਂ ਨੂੰ ਛੱਡ ਕੇ, ਚਾਈਨਾ ਨੂੰ ਛੱਡ ਕੇ, 1-2 ਹੋਰ ਮੁਲਕਾਂ ਨੂੰ ਛੱਡ ਕੇ, ਉਹ ਫਿਲਿਸਤੀਨ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਵਾਲਾ ਕੋਈ ਨਹੀਂ ਹੈ। ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਹੈ, ਜਿਹੜੀ ਬਹੁਤ ਗਿਣਤੀਆਂ ਵੀ ਆ ਰਹੀਆਂ, ਕਿ ਮਰ ਗਏ, ਕਿੰਨੇ ਨਹੀਂ ਮਰ ਗਏ, ਉਹਦੇ ਸਭ ਤੋਂ ਵੱਧ ਨੁਕਸਾਨ ਜੇ ਹੋ ਰਿਹਾ ਤੇ ਆਮ ਫਿਲਿਸਤੀਨ ਹੋ ਰਿਹਾ। ਫਿਲਿਸਤੀਨੀ ਜਿਹੜੇ ਆ ਉਹ ਥੋੜੀ ਬਹੁਤ ਬਚ ਗਈ ਆ, ਉਹਦੇ ਲਈ ਕਰ ਰਹੇ ਆ। ਦੂਜੀ ਗੱਲ ਇੰਪੋਰਟੈਂਟ ਹੈ, ਜਿਸ ਜਥੇਬੰਦੀ ਦੇ ਉੱਤੇ ਇਜ਼ਰਾਈਲ ਇਲਜ਼ਾਮ ਲਾ ਰਿਹਾ ਹੈ, ਹਮਾਸ, ਜਿਹੜਾ ਤੁਸੀਂ ਵੀ ਜ਼ਿਕਰ ਕੀਤਾ, ਉਹ ਹਮਾਸ ਏਦਾਂ ਹੀ ਆ, ਜੇ ਤੁਸੀਂ ਸੌਖੇ ਢੰਗ ਨਾਲ ਸਮਝਣਾ ਹੋਵੇ, ਜਿਵੇਂ ਅਮਰੀਕਾ ਨੇ ਤਾਲਿਬਾਨ ਨੂੰ ਪੈਦਾ ਕੀਤਾ ਸੀ ਤੇ ਮੁੜ ਕੇ ਤਾਲਿਬਾਨ ਉਹਦੀ ਗਲੇ ਦੀ ਹੱਡੀ ਬਣ ਗਈ। ਕਹਿ ਸਕਦੇ ਸੌਖੇ ਸਮਝਣਾ ਹੋਵੇ, ਜੇ ਭਾਰਤ ਦੇ ਹਵਾਲੇ ਕਰੀਏ, ਕਿ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉਦੈ ਹੁੰਦਾ ਹੈ ਤੇ ਕਾਂਗਰਸ ਉਹਨੂੰ ਲੈ ਕੇ ਆਉਂਦੇ ਆ, ਤੇ ਬਾਅਦ ਵਿੱਚ ਉਸਦੀ ਦੀ ਹੱਡੀ ਬਣ ਗਏ ਸੰਤ ਜਰਨੈਲ ਵਾਲੇ। ਏਦਾਂ ਹੀ ਆ ਹਮਾਸ ਇਜ਼ਰਾਈਲ ਦੀ ਜਥੇਬੰਦੀ। ਉਦੋਂ ਜਦੋਂ ਨਰਮਪੰਥੀ ਜਿਹੜੇ ਸੀਗੇ ਫਿਲਿਸਤੀਨੀਏ, ਜਿਹੜੇ ਫਿਲਿਸਤੀਨ ਦੇ ਵਿੱਚ, ਜਿੱਦਾਂ ਹੁਣ ਯਾਸਰ ਅਰਾਫਾਤ ਦਾ ਵੀ ਆਪਾਂ ਜੇ ਜ਼ਿਕਰ ਕਰ ਲਈਏ, ਤਾਂ ਜਾਂ ਕਹਿ ਲਓ ਵੀ ਜਿਹੜੇ ਕੋਈ ਨਰਮਪੰਥੀ ਸੀ ਫਿਲਿਸਤੀਨ ਦੇ ਵਿੱਚ ਲੋਕ, ਜਾਂ ਉੱਥੋਂ ਦੇ ਜਿਹੜੇ ਰਨ ਕਰ ਰਹੇ ਸੀ ਫਿਲਿਸਤੀਨ ਨੂੰ, ਉਹਨਾਂ ਦੇ ਖਿਲਾਫ ਉਹ ਜਥੇਬੰਦੀ ਖੜੀ ਕੀਤੀ ਗਈ ਸੀ, ਤੇ ਅਲਟੀਮੇਟਲੀ ਉਹ ਜਥੇਬੰਦੀ ਹੁਣ ਇਜ਼ਰਾਈਲ ਦੇ ਗਲੇ ਦੀ ਹੱਡੀ ਬਣੀ ਹੋਈ ਹੈ, ਕਿਉਂਕਿ ਉਸ ਜਥੇਬੰਦੀ ਦੇ ਵਿੱਚ ਹੁਣ 90% ਜਿਹੜੇ ਲੋਕ ਨੇ ਉਹ ਆਮ ਫਿਲਿਸਤੀਨੀ ਨੇ, ਤੇ ਹਥਿਆਰ ਵੀ ਹੈਗੇ ਉਹਨਾਂ ਕੋਲ, ਪਰ ਉਹਨਾਂ ਦਾ ਇਜ਼ਰਾਈਲ ਨਾਲ ਕੀ ਮੁਕਾਬਲਾ। ਇਜ਼ਰਾਈਲ ਦੀਆਂ ਜਿਹੜੀਆਂ ਮਿਜ਼ਾਈਲਾਂ ਨੇ ਜਾਂ ਹਥਿਆਰ ਨੇ, ਫਿਲਿਸਤੀਨ ਦੇ ਰਾਕਟ ਉਹਦਾ ਮੁਕਾਬਲਾ ਨਹੀਂ ਕਰਦੇ। ਪਰ ਉਸ ਜਥੇਬੰਦੀ ਦੇ ਵਿੱਚ ਜਿਹੜੇ ਵੀ ਲੋਕ ਨੇ, ਉਹ ਇਸ ਗੱਲ ਨੂੰ ਮੰਨਦੇ ਆ ਕਿ ਹੁਣ ਸਾਡਾ ਇਹ ਅਸਲ ਦੇ ਵਿੱਚ ਸਾਡੀ ਆਪਣੀ ਹੋਂਦ ਦੀ ਲੜਾਈ ਹੈ, ਤੇ ਉਹ ਲੜਾਈ ਲੜ ਰਹੇ ਨੇ ਆਪਣੇ ਤਰੀਕੇ ਦੇ ਨਾਲ। ਉਹ ਕੁਝ ਨਹੀਂ ਮੰਗਦੇ, ਉਹ ਕਹਿੰਦੇ ਵੀ ਸਾਨੂੰ ਸਾਡਾ ਮੁਲਕ ਤਾਂ ਸਾਡੇ ਕੋਲ ਰਹਿਣ ਦਿਓ ਜਿੰਨਾ ਕੁ ਵੀ ਹੈਗਾ, ਜਾਂ ਜਿਹੜੇ ਫਿਲਿਸਤੀਨੀ ਬੋਲਦੇ ਇਲਾਕੇ ਆ ਜਿੱਥੇ ਬਹੁਤੇ ਫਿਲਿਸਤੀਨੀ ਰਹਿੰਦੇ ਆ, ਜਿਹੜੇ ਇਜ਼ਰਾਈਲ ਦੇ ਕਬਜ਼ੇ 'ਚ ਆ, ਉਹ ਕਹਿੰਦੇ ਵੀ ਉੱਥੇ ਤੱਕ ਤਾਂ ਸਾਨੂੰ ਆਉਣ ਦਿਓ। ਸੋ ਇਹ ਲੜਾਈ ਆ, ਉਸ ਲੜਾਈ ਦੇ ਵਿੱਚ ਦੁਨੀਆ ਜਿਹੜੀ ਆ ਉਹ ਬਹੁਤੀ ਇਜ਼ਰਾਈਲ ਦੇ ਨਾਲ ਜਾ ਰਹੀ ਹੈ। ਫਿਲਿਸਤੀਨ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਵਾਲਾ ਕੋਈ ਨਹੀਂ। ਭਾਰਤ ਦੀ ਨੀਤੀ ਰਹੀ ਹੈ ਕਿਸੇ ਵੇਲੇ, ਯਾਸਰ ਅਰਾਫਾਤ ਦੇ ਵੇਲੇ ਤੁਹਾਨੂੰ ਯਾਦ ਹੋਣਾ ਕਿ ਭਾਰਤ ਜਿਹੜਾ ਫਿਲਿਸਤੀਨ ਦੇ ਨਾਲ ਰਿਹਾ ਹੈ, ਪਰ ਅੱਜ ਕੱਲ ਸਾਡੀ ਭਾਰਤ ਦੀ ਸਰਕਾਰ ਨਰਿੰਦਰ ਮੋਦੀ ਇਜ਼ਰਾਈਲ ਦੀ ਪ੍ਰਸ਼ੰਸਕ ਹੈ। ਪਿੱਛੇ ਜੇ ਗਏ ਵੀ ਸੀ, ਇਜ਼ਰਾਈਲ ਦਾ ਦੌਰਾ ਕਰਕੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਹਿਣ ਨੂੰ ਮਾੜਾ ਮੋਟਾ ਫਿਲਿਸਤੀਨ ਦਾ ਛੋਟਾ ਜਿਹਾ ਏਰੀਆ, ਉੱਥੇ ਵੀ ਗੇੜਾ ਗੂੜਾ ਸ਼ਾਇਦ ਉਹ ਮਾਰਿਆ ਹੀ ਸੀ, ਪਰ ਇਜ਼ਰਾਈਲ ਦੇ ਪੱਖ 'ਚ ਆਇਆ ਸੀ ਅੱਜ ਕੱਲ ਭਾਰਤ ਵਾਲੇ, ਜਦਕਿ ਭਾਰਤ ਪਰ ਕਿਉਂਕਿ ਜਿਸ ਕਿਸਮ ਦੀ ਹੁਕੂਮਤ ਸਾਡੀ ਹੈ, ਜਿਸ ਕਿਸਮ ਦੇ ਨਜ਼ਰੀਏ ਸਾਡੇ ਹੈ, ਉਸੇ ਨਜ਼ਰੀਏ ਦੀ ਸਰਕਾਰ ਜਿਹੜੀ ਹੈ ਇਸ ਲਈ ਇਜ਼ਰਾਈਲ ਦੇ ਕੋਲ ਹੈ, ਤੇ ਇਸ ਕਰਕੇ ਸਾਡਾ ਭਾਰਤ ਜਿਹਨੇ ਆਪਣੀ ਇੱਕ ਪਰੰਪਰਾ ਨਿਭਾਈ ਸੀ, ਦੁਨੀਆ ਭਰ ਦੀ ਗੁੱਟਨਿਰਪੇਖ ਜਿਹੜੀ ਇੱਕ ਲਹਿਰ ਰਹੀ ਹੈ, ਉਹਦੇ 'ਚ ਉਹ ਭਾਰਤ ਜਿਹੜਾ ਅੱਜ ਇਜ਼ਰਾਈਲ ਨਾਲ ਖੜਾ ਦਿਖਾਈ ਦਿੰਦਾ, ਜਿਹਦੇ ਤੇ ਜਿੰਨਾ ਦੁੱਖ ਪ੍ਰਗਟ ਕੀਤਾ ਜਾ ਸਕਦਾ ਉਹ ਕੀਤਾ ਜਾਣਾ ਚਾਹੀਦਾ। ਜੀ ਜੀ
ਹਰਜੀਤ ਗਿੱਲ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਬਿਲਕੁਲ ਵੀ। ਕਾਫੀ ਲੰਮੇ ਸਮੇਂ ਤੋਂ ਮੈਂ ਆਪਣੀ ਗੱਲ ਮੁਕਾ ਚੁੱਕਾ, ਪਰ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ ਹੈ ਜੀ। ਹਾਂਜੀ ਹਾਂਜੀ, ਹੁਣ ਆ ਰਹੀ ਆਵਾਜ਼ ਤੁਹਾਨੂੰ ਜੀ ਮੇਰੀ? ਦਸਾਂਝ ਸਾਹਿਬ ਜੀ ਹੁਣ ਥੋੜੀ ਜਿਹੀ ਆਈ। ਹਾਂਜੀ ਹਾਂਜੀ, ਹੁਣ ਆਈ ਹੈ ਜੀ। ਹਾਂਜੀ ਹਾਂਜੀ, ਤੇ ਮੈਂ ਲੰਬੀ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਮੁਲਕ ਇਸ ਵੇਲੇ ਫਲਸਤੀਨ ਦੀ ਹਮਾਇਤ ਕਰਦੇ ਨੇ ਉਹਨਾਂ 'ਚ ਚਾਈਨਾ ਤੇ ਰਸ਼ੀਆ ਦਾ ਨਾਮ ਬੋਲਦਾ ਹੈ, ਤੇ ਇਦਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਲੈਫਟ ਵਾਲਾ ਕੈਂਪ ਹੈ, ਕਮਿਊਨਿਸਟ ਕੰਟਰੀਜ਼ ਨੇ, ਉਹ ਕਿਤੇ ਨਾ ਕਿਤੇ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਕਰ ਰਹੇ ਨੇ। ਪਰ ਜਿਹੜੇ ਬਾਕੀ ਮੁਲਕ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਨਾਰਾ ਕਰਕੇ, ਇੱਥੋਂ ਤੱਕ ਕਿ ਜਿਹੜੇ ਇਸਲਾਮਿਕ ਕੰਟਰੀ ਵੀ ਨੇ, ਨਾਲ ਬੈਠਾ ਇਜਿਪਟ ਵੀ ਇਸ ਵੇਲੇ ਚੁੱਪ ਹੈ। ਉਹਨੇ ਵੀ ਗਾਜ਼ਾ ਪੱਟੀ ਵਾਲਾ ਜਿਹੜਾ ਬਾਰਡਰ ਹੈ ਆਪਣੇ ਵਾਲੇ ਪਾਸਿਓਂ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ। ਜੇ ਕੋਈ ਲਾਂਘਾ ਮਾੜਾ ਮੋਟਾ ਹੈ ਤਾਂ ਉਹ ਇਜ਼ਰਾਈਲ ਦੇ ਰਸਤੇ ਹੀ ਹੈ, ਪਰ ਉਹਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਨੇ। ਔਰ ਜਿਸ ਤਰੀਕੇ ਨਾਲ ਟੁੱਟਵੇਂ ਰੂਪ ਵਿੱਚ ਛੋਟੇ ਛੋਟੇ ਜਿਸ ਤਰ੍ਹਾਂ ਤਹਿਸੀਲ ਪੱਧਰ, ਜ਼ਿਲ੍ਹਾ ਪੱਧਰ ਜਾਂ ਹੋਰ ਵੀ ਛੋਟੇ ਪਰਗਣੇ ਕਹਿ ਲਓ, ਉਹਨਾਂ 'ਤੇ ਵੱਖਰੀਆਂ ਵੱਖਰੀਆਂ ਹਕੂਮਤਾਂ ਨਜ਼ਰ ਆਉਂਦੀਆਂ ਨੇ। ਕਿਤੇ ਫਲਸਤੀਨੀਆਂ ਦੀ ਹਕੂਮਤ ਹੈ, ਕੋਈ ਮਤਲਬ ਬਾਰਡਰ ਵਾਲੀ ਗੱਲ ਨਹੀਂ ਹੈ, ਕੋਈ ਇੱਕ ਦੇਸ਼ ਵਾਲਾ ਕਨਸੈਪਟ ਉੱਥੇ ਉਸਰਦਾ ਨਹੀਂ ਹੈ। ਇਹ ਸਾਰੇ ਘਚੋਲੇ ਦੇ ਵਿੱਚ ਕੀ ਫਲਸਤੀਨ ਨੂੰ ਵੱਖਰਾ ਮੁਲਕ ਜਿਹੜਾ ਬਣਿਆ ਰਹਿਣ ਦਾ ਜਿਹੜਾ ਹੱਕ ਹੈ, ਉਹਨਾਂ ਦਾ ਜਮਾਂਦਰੂ ਹੱਕ ਹੈ, ਬੁਨਿਆਦੀ ਹੱਕ ਆ, ਉਹਦੇ 'ਤੇ ਕਿਤੇ ਨਾ ਕਿਤੇ UNO ਵਰਗੀ ਸੰਸਥਾ ਜਾਂ ਇੰਟਰਨੈਸ਼ਨਲ ਜਿਹੜੇ ਬਾਕੀ ਮੁਲਕ ਨੇ ਜਿਹੜੇ ਥੋੜ੍ਹੇ ਬਹੁਤਾ ਵੀ ਇਨਸਾਫ ਕਰਨਾ ਚਾਹੁੰਦੇ ਆ, ਉਹ ਉਹਨਾਂ ਦੇ ਨਾਲ ਖੜੇ ਹੋਣਗੇ। ਮੈਨੂੰ ਨਹੀਂ ਲੱਗਦਾ ਕਿ ਸਵਾਏ ਤੁਰਕੀ, ਪਾਕਿਸਤਾਨ ਜਾਂ ਇੱਕਾ ਦੁੱਕਾ ਸਾਊਦੀ ਅਰੇਬੀਆ, ਤੇ ਮੈਨੂੰ ਲੱਗਦਾ ਇਸ ਵੇਲੇ ਪੂਰੀ ਤਰ੍ਹਾਂ ਜਿਹੜਾ ਇੰਗਲੈਂਡ ਇਹਨਾਂ ਦੇ ਕੈਂਪ ਵਿੱਚ ਹੀ ਆ, ਯੂਰਪ ਦੇ ਤੇ ਅਮਰੀਕਾ ਦੇ। ਸੋ ਉਹਨਾਂ ਨੂੰ ਕੋਈ ਜੇ ਹਮਾਇਤ ਹੀ ਹੈ ਨਹੀਂ, ਤੇ ਫਿਰ ਉਹਨਾਂ ਦੀ ਐਗਜ਼ਿਸਟੈਂਸ ਦਾ ਸਵਾਲ ਜਿਹੜਾ ਹੋਣ ਦਾ ਸਵਾਲ ਤੁਸੀਂ ਕਹਿ ਰਹੇ ਹੋ, ਉਹਦਾ ਬਣੇਗਾ ਕੀ ਆਖਰ? ਠੀਕ ਹੈ ਗੱਲ ਤੁਹਾਡੀ। ਅਸਲ ਦੇ ਵਿੱਚ ਓਵਰਆਲ ਹੀ ਜੇ ਤੁਸੀਂ ਦੇਖਣਾ ਹੋਵੇ ਤਾਂ ਦੁਨੀਆ ਦਾ ਸਭ ਤੋਂ ਵੱਡਾ ਕੈਦਖਾਨਾ ਜੇ ਦੇਖਣਾ ਹੋਵੇ ਤਾਂ ਉਹ ਇਸ ਵੇਲੇ ਉਹ ਇਲਾਕਾ ਆ ਜਿੱਥੇ ਫਿਲਿਸਤੀਨੀ ਰਹਿੰਦੇ ਨੇ। ਉਹਨਾਂ ਦਾ ਆਪਣਾ ਮੁਲਕ ਜਿਹੜਾ ਉਹਦੇ ਤੇ ਕਬਜ਼ਾ ਕਰ ਲਿਆ ਗਿਆ। ਉਹਨਾਂ ਦੇ ਆਪਣੇ ਮੁਲਕ ਦੇ ਅੰਦਰ ਹੀ ਅੰਦਰ ਕੀ ਉਹਦਾ ਵੱਡੇ ਹਿੱਸੇ ਤੇ ਇੱਕ ਵੱਖਰਾ ਮੁਲਕ ਵਸਾ ਦਿੱਤਾ ਗਿਆ ਤੇ ਉਹਨਾਂ ਨੂੰ ਬੇਦਖਲ ਕਰ ਦਿੱਤਾ ਗਿਆ। ਤੇ ਵਿਸ਼ਵ ਭਾਈਚਾਰੇ ਨੂੰ ਲਾਜ਼ਮੀ ਤੌਰ ਦੇ ਉੱਤੇ ਚਾਹੀਦਾ ਹੈ ਕਿ ਇਸ ਜ਼ੁਲਮ ਦੇ ਖਿਲਾਫ ਉਹ ਫਲਸਤੀਨ ਦੇ ਨਾਲ ਖੜੇ ਵਿਸ਼ਵ ਭਾਈਚਾਰਾ, ਪਰ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਵਿਸ਼ਵ ਭਾਈਚਾਰਾ ਜਿਹੜਾ ਆ ਹੁਣ ਉਹ ਭਾਈਚਾਰਾ ਰਿਹਾ ਨਹੀਂ ਅਸਲ ਦੇ ਵਿੱਚ। ਕਿਸੇ ਵੇਲੇ ਇਹ ਦੁਨੀਆ ਜਿਹੜੀ ਹੈ, ਭਾਵੇਂ ਉਹਨੂੰ ਸਰਦ ਯੁੱਧ ਹੀ ਕਿਹਾ ਗਿਆ, ਮਤਲਬ ਠੰਡਾ ਯੁੱਧ ਵੀ ਕਿਹਾ ਗਿਆ, ਜਦੋਂ ਇੱਕ ਦੋ ਧਰੁਵ ਹੁੰਦੇ ਸੀ ਇਸ ਦੁਨੀਆ ਦੇ। ਜਦੋਂ ਸੋਵੀਅਤ ਯੂਨੀਅਨ ਦਿਖਾਈ ਦਿੰਦਾ ਸੀ ਦੁਨੀਆ ਦੇ ਨਕਸ਼ੇ ਦੇ ਉੱਤੇ, ਧਰਤੀ ਦੇ ਨਕਸ਼ੇ ਦੇ ਉੱਤੇ, ਉਦੋਂ ਇਹ ਦੋ ਕੈਂਪ ਜਿਹੜੇ ਸੀ ਕਿਤੇ ਨਾ ਕਿਤੇ ਲੱਗਦਾ ਸੀ ਵੀ ਹਾਂ ਵੀ ਜੇ ਕੋਈ ਜ਼ੁਲਮ ਹੋ ਰਿਹਾ ਤੇ ਉਹਦੇ ਖਿਲਾਫ ਕੋਈ ਨਾ ਕੋਈ ਖੜੇ ਨੇ ਕੁਝ ਲੋਕ। ਹੁਣ ਸਾਰਾ ਕੁਝ ਜਿਹੜਾ ਆ ਅਮਰੀਕਾ ਦੇ ਝੰਡੇ ਹੇਠ ਆ ਚੁੱਕਾ, ਲਗਭਗ ਸਾਰਾ ਕੁਝ ਹੀ। ਉਹ ਜਿਹੜਾ ਅਰਬ ਮੁਲਕਾਂ ਦਾ ਤੁਸੀਂ ਜ਼ਿਕਰ ਵੀ ਕਰਦੇ ਹੋ, ਉਹ ਵੀ ਜੇ ਨਾਲ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਅਰਬ ਮੁਲਕਾਂ ਨੇ ਆਪਣੀ ਜਿਹੜੀ ਸਾਰੀ ਅਸਮਤਾ ਜਿਹੜੀ ਆ ਉਹ ਅਮਰੀਕਾ ਦੀ ਝੋਲੀ ਚ ਪਾ ਦਿੱਤੀ ਹੈ। ਇਸ ਕਰਕੇ ਕੋਈ ਵੀ ਉਹਦੇ ਨਾਲ ਖੜਾ ਨਹੀਂ ਦਿਖਾਈ ਦੇ ਰਿਹਾ, ਜਦਕਿ ਲੋੜ ਹੈ ਖੜਨ ਦੀ। ਪਰ ਇਤਿਹਾਸ ਇਹ ਦੱਸਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸਦਾ ਹੀ ਲੜਨ ਭਿੜਨ ਦਾ ਜਿਹੜਾ ਇੱਕ ਦੌਰ ਰਿਹਾ, ਸੰਘਰਸ਼ ਦਾ ਦੌਰ ਰਿਹਾ, ਉਹਦੇ ਚ ਲੋਕ ਲੜਦੇ ਨੇ, ਬਰਬਾਦ ਹੁੰਦੇ ਨੇ, ਪਰ ਲੜਾਈ ਦਾ ਜਜ਼ਬਾ ਕਾਇਮ ਰਹਿੰਦਾ ਆ। ਆਖਰੀ ਦਮ ਤੱਕ ਲੋਕ ਲੜਿਆ ਕਰਦੇ ਆ। ਸੋ ਫਲਸਤੀਨੀ ਵਿਚਾਰੇ ਲੜ ਰਹੇ ਨੇ। ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਕੈਦਖਾਨਾ, ਜਿੱਦਾਂ ਮੈਂ ਜ਼ਿਕਰ ਕੀਤਾ, ਕਿ ਉਹ ਕਹਿਣ ਨੂੰ
ਉਹ ਸਾਹ ਲੈ ਰਹੇ ਨੇ, ਪਰ ਉਹ ਸਾਹ ਜਿਹੜੇ ਆ ਉਹਨਾਂ ਸਾਹਾਂ ਦੇ ਪਿੱਛੇ ਬਹੁਤ ਵੱਡੀਆਂ ਬੇੜੀਆਂ ਨੇ। ਤੇ ਪਰ ਹਮਾਸ ਨਾਂ ਦੀ ਜਿਹੜੀ ਜਥੇਬੰਦੀ ਹੈ ਤੇ ਇਜ਼ਰਾਈਲ ਹੈ ਜਿਹੜਾ, ਉਹਦੇ ਨਾਲ ਜਿਹੜਾ ਇਹ ਚੱਲ ਰਿਹਾ ਹੈ, ਇਹਦੇ ਤੇ ਵਿਸ਼ਵ ਭਾਈਚਾਰਾ ਕੋਈ ਨਾ ਕੋਈ ਆਪਣੀ ਰਾਏ ਬਣਾਏ, ਯੂਐਨਓ ਇਹਦੇ ਚ ਕੋਈ ਦਖਲ ਦੇਵੇ, ਕਿਉਂਕਿ ਪਰ ਯੂਐਨਓ ਦਾ ਦਖਲ ਉਸ ਲੈਵਲ ਦਾ ਨਹੀਂ ਹੈ, ਕਿਉਂਕਿ ਅਲਟੀਮੇਟਲੀ ਉਹ ਸਾਰੀਆਂ ਇੱਕ ਕਿਸਮ ਦੀਆਂ ਟੋਏ ਆਰਗੇਨਾਈਜੇਸ਼ਨਸ ਹੈਗੀਆਂ, ਜਿਹੜੀਆਂ ਜਿਵੇਂ ਅਮਰੀਕਾ ਕਹਿੰਦਾ ਉਹਦੇ ਮੁਤਾਬਕ ਹੀ ਕੰਮ ਉਹ ਕਰਦੀਆਂ। ਤੇ ਕਾਫੀ ਦੁੱਖ ਤਕਲੀਫ ਵਾਲੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਫਲਸਤੀਨ। ਸਾਡੀ ਘੱਟੋ ਘੱਟ ਹਮਦਰਦੀ ਵੀ, ਸਾਡੀ ਭਾਵਨਾ ਵੀ ਬੜੀ ਸ਼ਿੱਦਤ ਦੇ ਨਾਲ ਉਹਨਾਂ ਫਲਸਤੀਨੀਆਂ ਨਾਲ ਹੈ, ਆਮ ਫਲਸਤੀਨੀਆਂ ਦੇ ਨਾਲ ਜੀ। ਪਿੱਛੇ ਦੁਨੀਆ ਨੇ ਦੇਖਿਆ ਇੱਕ ਉਭਾਰ ਆਇਆ ਸੀ, ਇਸਲਾਮਿਕ ਦੌਰ ਇੱਕ ਆਇਆ ਸੀ, ਇੱਕ ਕੱਟੜਵਾਦੀ ਜਥੇਬੰਦੀ ਨੇ ਦੁਨੀਆ ਨੂੰ ਵਕਤ ਨੂੰ ਫੜਿਆ ਸੀ, ਜਿਸ 'ਚ ਸੀਰੀਆ ਲਗਭਗ ਬਰਬਾਦ ਹੋ ਗਿਆ। ਉਸ ਤੋਂ ਪਹਿਲਾਂ ਆਪਾਂ ਹਾਲਾਤ ਵੇਖਿਆ, ਅਫਗਾਨਿਸਤਾਨ ਦਾ ਯੁੱਧ, ਇਰਾਨ ਇਰਾਕ ਦਾ ਯੁੱਧ, ਮੁਸਲਿਮ ਭਾਈਚਾਰਾ ਜਿਹੜਾ ਮਿਡਲ ਈਸਟ ਆ ਉਹ ਕਾਫੀ ਦੇਰ ਤੋਂ ਯੁੱਧਾਂ ਵਿੱਚ ਹੀ ਅਟਕਿਆ ਹੋਇਆ ਹੈ। ਇੱਦਾਂ ਲੱਗਦਾ ਹੈ ਕਿ ਉੱਥੇ ਡੈਮੋਕ੍ਰੇਸੀ ਵਾਲੀ ਜਿਹੜੀ ਹਵਾ ਅਜੇ ਤੱਕ ਨਹੀਂ ਪਹੁੰਚੀ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਇਸਲਾਮਿਕ ਮੁਲਕ ਹੀ ਘੱਟੋ ਘੱਟ ਛੋਟੇ ਵੱਡੇ ਮਿਲਾ ਕੇ 58 ਦੇ ਕਰੀਬ ਨੇ ਜਿੱਥੇ ਰਜਵਾੜਾਸ਼ਾਹੀ ਦੀ ਰਹਿੰਦ ਖੂਹ ਜਾਂ ਰਜਵਾੜਾਸ਼ਾਹੀ ਹੈ। ਹਾਲਾਂਕਿ ਰਜਵਾੜਾਸ਼ਾਹੀ ਦੇ ਜਿਹੜੇ ਚਿੰਨ੍ਹ ਨੇ ਉਹ ਤਾਂ ਸਾਡੇ ਭਾਰਤ ਵਿੱਚ ਵੀ ਮਿਲਦੇ ਨੇ, ਸਾਡੇ ਪੰਜਾਬ 'ਚ ਵੀ ਰਜਵਾੜਾਸ਼ਾਹੀ ਦੀ ਰਹਿੰਦ ਖੂਹ ਜਿਹੜੀ ਆ ਉਹ ਰਾਜ ਭਾਗ ਚਲਾ ਰਹੀ ਆ। ਆਮ ਬੰਦੇ ਦਾ ਉੱਥੇ ਕੋਈ ਏਡਾ ਦਖਲ ਨਹੀਂ ਆ ਰਾਜਨੀਤੀ ਵਿੱਚ। ਪਰ ਜਿਸ ਤਰੀਕੇ ਨਾਲ ਵਰਲਡ 'ਚ 2 ਵੱਡੀਆਂ ਵਰਲਡ ਵਾਰ ਹੋਈਆਂ ਅਤੇ ਤੀਜੀ ਵਰਲਡ ਵਾਰ ਦੀ ਕਈ ਵਾਰ ਕਨਸੋਆਂ ਮਿਲਦੀਆਂ ਰਹੀਆਂ ਨੇ ਕਿ ਕਿਸੇ ਵੇਲੇ ਵੀ ਹੋ ਸਕਦੀ ਆ, ਇਸ ਇਸ਼ੂ 'ਤੇ ਹੋ ਸਕਦੀ ਹੈ, ਇਸ ਇਸ਼ੂ 'ਤੇ ਹੋ ਸਕਦੀ ਆ। ਅਤੇ ਇਸ ਰੌਲੇ ਗੌਲੇ 'ਚ ਮੈਂ ਦੇਖਦਾ ਹਾਂ ਕਿ ਯੂਰਪ ਅਤੇ ਨਾਰਥ ਅਮਰੀਕਾ ਦੀ ਹੀ ਬਹੁਤੀ ਗੱਲਬਾਤ ਹੁੰਦੀ ਆ। ਏਸ਼ੀਆ ਦੀ ਗੱਲ ਤਾਂ ਹੁੰਦੀ ਆ ਕਿ ਉੱਥੇ ਚਾਈਨਾ ਇੱਕ ਧਿਰ ਬਣ ਕੇ ਆ ਗਿਆ। ਪਰ ਜਿਹੜੇ ਇੱਕ ਸਬ ਕੰਟੀਨੈਂਟ ਅਫਰੀਕਨ ਜਿਹੜਾ ਹੈਗਾ ਦਸਾਂਝ ਸਾਹਿਬ, ਉਹ ਦੁਨੀਆ ਦੇ ਨਕਸ਼ੇ 'ਤੇ ਹੋਇਆ ਨਾ ਹੋਇਆ ਇੱਕ ਬਰਾਬਰ ਆ। ਜਿੱਥੇ ਭੁੱਖਮਰੀ ਆ, ਗਰੀਬੀ ਆ, ਉਹਦਾ ਕੋਈ ਚਰਚਾ ਹੀ ਨਹੀਂ ਹੁੰਦਾ। ਉੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਦੂਜੀ ਦੁਨੀਆ ਦਾ ਕੋਈ ਜਿੱਦਾਂ ਲੈਣਾ ਦੇਣਾ ਹੀ ਨਹੀਂ ਹੁੰਦਾ। ਅਤੇ ਇਹ ਕੀ ਕਾਰਨ ਆ ਕਿ ਉਹ ਕੰਟੀਨੈਂਟ ਜਿਹੜਾ ਆ ਉਸ ਨੂੰ ਵਿਸ਼ਵ ਭਾਈਚਾਰੇ ਨੇ ਬਿਲਕੁਲ ਅਣਗੌਲਿਆ ਕੀਤਾ ਹੋਇਆ? ਦੇਖੋ, ਗੱਲ ਇਹ ਹੈ ਕਿ ਓਵਰਆਲ ਸੰਸਾਰ ਭਰ ਦੇ ਵਿੱਚ ਜਿਹੜੇ ਮੁਲਕਾਂ ਦੇ ਕੋਲ ਖਜ਼ਾਨੇ ਨੇ, ਜਿਨ੍ਹਾਂ ਖਜ਼ਾਨਿਆਂ ਨੂੰ ਲੁੱਟਿਆ ਜਾ ਸਕਦਾ, ਉੱਥੇ ਤੱਕ ਨਜ਼ਰ ਜਾਂਦੀ ਹੈ। ਮਤਲਬ ਜਦੋਂ ਤੱਕ ਅਰਬ ਕੰਟਰੀਆਂ ਵਾਲਾ ਮਸਲਾ ਆ, ਉਹ ਅਰਬ ਕੰਟਰੀ ਖਾਸ ਤੌਰ ਦੇ ਉੱਤੇ ਜਿੱਥੇ ਤੇਲ ਦਾ ਜਿਹੜਾ ਵਪਾਰ ਹੈ, ਜਾਂ ਕਹਿ ਲਓ ਵੀ ਤੇਲ ਹੈ ਜਿੱਥੇ, ਉਹਦੇ ਤੇ ਨਜ਼ਰ ਰਹੀ ਹੈ ਤੇ ਉਹ ਜਿੰਨਾ ਕੁ ਕਬਜ਼ੇ 'ਚ ਕਰਨਾ ਸੀ ਉਹ ਕਰ ਲਿਆ। ਤੇ ਤੇਲ ਦਾ ਜਿਹੜਾ ਬਹੁਤਾ ਜਿਹੜਾ ਕਾਰੋਬਾਰ ਹੈ ਉਹ 20-25 ਸਾਲ ਹੋ ਰਿਹਾ। ਜਿੰਨਾ ਕੁ ਲੁੱਟਣਾ ਸੀ ਉਹ ਲੁੱਟ ਲਿਆ ਉਹਨਾਂ ਨੂੰ, ਤੇ 20-25 ਸਾਲ ਤੋਂ ਬਾਅਦ ਜਿਹੜਾ ਤੇਲ ਦਾ ਕਾਰੋਬਾਰ ਵੀ ਖਤਮ ਹੋਣ ਵਾਲਾ ਹੈ। ਫਿਰ ਤਾਂ ਉਹਨਾਂ ਮੁਲਕਾਂ ਦੀ ਹਾਲਤ ਹੋਰ ਜ਼ਿਆਦਾ ਪਤਲੀ ਹੋ ਜਾਣੀ ਹੈ। ਜਿਹੜੇ ਕੁਝ ਮੁਲਕ ਜਿਹੜੇ ਆ ਅਮਰੀਕਾ ਦੇ ਬਿਲਕੁਲ ਪਿਛਲੱਗੂ ਬਣੇ ਹੋਏ ਆ, ਉਹ ਮੁਲਕ ਜਿਹੜੇ ਆ ਉਹ ਚਰਚਾ 'ਚ ਰਹਿੰਦੇ ਆ। ਜਿਹੜਾ ਤੁਸੀਂ ਸਾਊਦੀ ਅਰਬੀਆ ਦਾ ਨਾਂ ਲਿਆ ਜਾਂ ਕੁਝ ਹੋਰ ਮੁਲਕ ਜਿਹੜੇ ਇੱਦਾਂ ਦੇ ਹੈਗੇ ਆ, ਬਾਕੀ ਨਿੱਕੇ ਨਿੱਕੇ ਜਿਹੜੇ ਮੁਲਕ ਨੇ ਤੇ ਜਾਂ ਅਫਰੀਕਾ ਦੇ ਵੀ ਮੁਲਕ ਨੇ, ਉਹਦੇ ਤੇ ਉਹਨਾਂ ਤੇ ਉਦੋਂ ਹੀ ਕਹਿ ਲਓ ਵੀ ਇੱਕ ਕਿਸਮ ਦੀ ਨਜ਼ਰ ਪੈਂਦੀ ਹੈ ਵੀ ਜਦੋਂ ਉੱਥੋਂ ਕੋਈ ਚੀਜ਼ ਜਿਹੜੀ ਆ ਖਿੱਚ ਕੇ ਲਿਆਉਣੀ ਹੁੰਦੀ ਹੈ, ਜਾਂ ਉੱਥੋਂ ਦੇ ਕੁਦਰਤੀ ਜਿਹੜੇ ਕਹਿ ਲਓ ਵੀ ਖਜ਼ਾਨੇ ਆ ਉਹਨਾਂ ਨੂੰ ਲੁੱਟਣਾ ਹੁੰਦਾ। ਤੇ ਜਿਹੜੇ ਇਹ ਮੁਲਕ ਨੇ, ਜਿਹੜੇ ਸਾਡੇ ਵਾਲੇ ਵਰਗੇ ਮੁਲਕ ਨੇ, ਜਿਹੜਾ ਭਾਰਤ ਹੈ ਉਹ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹੈ। ਤੇ ਚਾਈਨਾ ਚਲੋ ਏਸ਼ੀਆ ਦੇ ਵਿੱਚ ਜਿਹੜਾ ਰਜਿਸਟ ਕਰਦਾ ਆਪਣੇ ਤਰੀਕੇ ਦੇ ਨਾਲ, ਇਸ ਕਰਕੇ ਚਾਈਨਾ ਨੂੰ ਹੋਰ ਢੰਗ ਨਾਲ ਲਿਆ ਜਾਂਦਾ ਤੇ ਭਾਰਤ ਨੂੰ ਹੋਰ ਢੰਗ ਨਾਲ ਲਿਆ ਜਾਂਦਾ। ਸੋ ਭਾਰਤ ਜਾਂ ਭਾਰਤ ਵਰਗੇ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈਗੀਆਂ, ਜਿਹੜੀਆਂ ਇਸ ਵੇਲੇ ਦੁਨੀਆ ਲਈ ਮੰਡੀ ਬਣੀਆਂ ਹੋਈਆਂ, ਉਹਦਾ ਹੀ ਚਰਚਾ ਲਾਜ਼ਮੀ ਤੌਰ ਤੇ ਜ਼ਿਆਦਾ ਹੋਣੀ ਹੈ। ਜਿੱਥੇ ਬਹੁਤ ਵੱਡੀ ਇੱਕ ਪਾਪੂਲੇਸ਼ਨ ਵੀ ਹੈ, ਜਿਹੜੀ ਮੰਡੀ ਦਾ ਇੱਕ ਕਿਤੇ ਨਾ ਕਿਤੇ ਹਿੱਸਾ ਬਣਦੀ ਹੈ, ਉਹ ਟਾਰਗੇਟ ਕੀਤੀ ਜਾਂਦੀ ਹੈ। ਤੇ ਜਿਹੜੇ ਬਾਕੀ ਇਹ ਮੁਲਕ ਨੇ, ਇਹਨਾਂ ਮੁਲਕਾਂ ਨੂੰ ਇਹਨਾਂ ਦਾ ਤੇਲ ਜਿਹੜਾ ਲੁੱਟਣਾ ਸੀ ਉਹ ਲਗਭਗ ਲੁੱਟਿਆ ਜਾ ਚੁੱਕਾ ਹੈ। ਤੇ ਹੁਣ 20 ਸਾਲ ਦਾ ਕਾਰੋਬਾਰ ਉੱਥੇ ਰਹਿ ਗਿਆ। ਤੋ ਨਵੇਂ ਏਰੀਏ ਦੇਖਣੇ ਆ। ਹੁਣ ਨਵੇਂ ਏਰੀਏ ਜਦੋਂ ਜਿਹਦੇ ਦੇਖੇ ਜਾਣਗੇ ਤਾਂ ਫਿਰ ਉਹ ਜਿਹੜੀ ਲਾਲਸਾ ਆ, ਜਿਹੜੀ ਆ ਵਰਲਡ ਕਾਰਪੋਰੇਟ ਦੀ ਜਿਹੜੀ ਅਗਵਾਈ ਜਿਹੜੀ ਆ ਅਮਰੀਕਾ ਕਰਦਾ ਹੈ, ਤੇ ਫਿਰ ਉਹਦੇ ਮੁਤਾਬਕ ਹੀ ਮੁਲਕਾਂ ਦੀ ਜਿਹੜੀ ਦਰਜਾਬੰਦੀ ਹੁੰਦੀ ਚਲੀ ਜਾਂਦੀ ਹੈ ਜੀ। ਪਰ ਦੂਜੇ ਪਾਸੇ ਦਸਾਂਝ ਸਾਹਿਬ, ਜਿੱਦਾਂ ਜਿਹੜਾ ਕਮਿਊਨਿਸਟ ਬਲਾਕ ਆ ਉਹਦੇ ਵਿੱਚ ਵੀ ਅਜੋਕੇ ਜਿਹੜਾ ਦੌਰ ਚੱਲ ਰਿਹਾ ਆ, ਜਿੱਦਾਂ ਪੂਤਨ ਇਰਾਨ ਨੇ ਆਪਣੇ ਆਪ ਨੂੰ ਪੱਕੇ ਤੌਰ 'ਤੇ ਉੱਥੋਂ ਦਾ ਡਿਕਟੇਟਰ ਬਣਾ ਲਿਆ ਕਿ ਇੰਨੇ ਸਾਲ ਮੈਨੂੰ ਕੋਈ ਹਿਲਾ ਹੀ ਨਹੀਂ ਸਕਦਾ। ਚਾਈਨਾ 'ਚ ਵੀ ਇਹੋ ਜਿਹੇ ਹਾਲਾਤ ਆ।
ਤੇ ਸੁਣਵਾਈ ਤੇ ਉੱਥੇ ਵੀ ਆਮ ਵਿਅਕਤੀ ਦੀ ਕੋਈ ਨਹੀਂ ਆ। ਫਿਰ ਕਿਹੜਾ ਜਿਹੜਾ ਸਿਸਟਮ ਆ ਉਹਦੇ ਤੋਂ ਕੋਈ ਝਾਕ ਰੱਖੀ ਜਾ ਸਕਦੀ ਆ ਕਿ ਅਗਰ ਬਦਲਵਾਂ ਪ੍ਰਬੰਧ ਡੈਮੋਕ੍ਰੇਸੀ ਨੂੰ ਬਹੁਤ ਚੰਗਾ ਗਿਣਿਆ ਗਿਆ, ਪਰ ਡੈਮੋਕ੍ਰੇਸੀ ਦੇ ਵਿੱਚ ਮੈਂ ਚਾਹੁੰਦਾ ਕਿਸੇ ਦਿਨ ਆਪਾਂ ਇੱਥੇ ਵੀ ਗੱਲ ਕਰੀਏ ਕਿ ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਇੱਕ ਜਿਹੜਾ ਸਧਾਰਨ ਵਿਅਕਤੀ ਆ, ਜਿਹੜਾ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਆ, ਉਹਦੀ ਕਿਤੇ ਤੁਹਾਨੂੰ ਹੋਂਦ ਨਜ਼ਰ ਆਉਂਦੀ ਆ? ਡੈਮੋਕ੍ਰੇਸੀ ਦਾ ਮਤਲਬ ਕੀ ਆ ਜੇ ਇੱਕ ਆਮ ਇਨਸਾਨ ਨੂੰ ਉਸ ਤਰ੍ਹਾਂ ਦੀ ਆਜ਼ਾਦੀ ਜਾਂ ਉਸ ਤਰ੍ਹਾਂ ਦਾ ਉਹਦਾ ਕੋਈ ਵਕਾਰ ਹੀ ਨਹੀਂ ਆ, ਉੱਥੇ ਉਹਦੀ ਕੋਈ ਹੋਂਦ ਹੀ ਨਹੀਂ ਹੈ? ਤੇ ਜਿਹੜੇ ਇੱਕ ਕੰਟਰੀ ਜਿਨ੍ਹਾਂ ਨੂੰ ਕਮਿਊਨਿਸਟ ਬਲੌਕ ਕਹਿੰਦੇ ਆ, ਭਾਵੇਂ ਕਮਿਊਨਿਸਟ ਭਰਾ ਅਜੇ ਵੀ ਕਹਿ ਦਿੰਦੇ ਨੇ ਕਿ ਹੁਣ ਤੇ ਜੀ ਉਹ ਕਮਿਊਨਿਸਟ ਰਹੇ ਨਹੀਂ ਗਏ, ਚਾਈਨਾ ਬਾਰੇ ਕਹਿ ਲਓ ਜਾਂ ਰਸ਼ੀਆ ਬਾਰੇ ਕਹਿ ਲਓ, ਪਰ ਕਿਤੇ ਨਾ ਕਿਤੇ ਇੱਕ ਬਲੌਕ ਤੇ ਅਜੇ ਵੀ ਹੈ ਨਾ ਜੀ। ਤੇ ਉੱਥੇ ਵੀ ਆਮ ਵਿਅਕਤੀ ਦੀ ਸੁਣਵਾਈ ਕਿਤੇ ਨਜ਼ਰ ਨਹੀਂ ਆਉਂਦੀ। ਫਿਰ ਕਿਹੜਾ ਸਿਸਟਮ ਹੈ ਦੁਨੀਆ ਨੂੰ ਚਲਾਉਣ ਲਈ ਜਿਹਦੇ ਤੇ ਲੋਕ ਕੋਈ ਜਿਹੜੇ ਆ ਉਹ ਉਮੀਦ ਪਾਲ ਸਕਣ? ਪਹਿਲੀ ਗੱਲ ਤਾਂ ਇਹ ਗੱਲ ਜਿਹੜੀ ਤੁਸੀਂ ਕਮਿਊਨਿਸਟ ਭਰਾਵਾਂ ਦੇ ਹਵਾਲੇ ਨਾਲ ਕਹੀ ਹੈ ਕਿ ਉਹ ਕਹਿੰਦੇ ਆ, ਤੇ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ। ਕੋਈ ਕਮਿਊਨਿਸਟ ਬਲੌਕ ਨਹੀਂ ਹੈ ਇਸ ਵੇਲੇ ਦੁਨੀਆ ਭਰ ਦੇ ਵਿੱਚ, ਕਿਤੇ ਵੀ ਨਹੀਂ ਹੈ। ਰਸ਼ੀਆ ਨੂੰ ਤਾਂ ਬਿਲਕੁਲ ਹੀ ਛੱਡ ਦਿਓ। ਰਸ਼ੀਆ ਤਾਂ ਗੋਰਬਾਚੋਵ ਨੇ ਜਿਸ ਤਰੀਕੇ ਦੇ ਨਾਲ ਰਸ਼ੀਆ ਨੂੰ ਬਰਬਾਦ ਕਰਨ ਦੀ ਇਬਾਰਤ ਲਿਖੀ ਹੈ, ਤੇ ਉਹ ਬਰਬਾਦ ਜਿਹੜਾ ਹੋ ਗਿਆ, ਠੀਕ ਹੈ, ਉਹ ਰਜਿਸਟ ਕਰਦੇ ਨੇ, ਕਦੇ ਕਦੇ ਕਰਦੇ ਨੇ ਰਜਿਸਟ। ਉਹਨਾਂ ਦੀ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਗਲੋਬਲ ਪੋਲਿਟਿਕਸ ਦੇ ਵਿੱਚ ਜਿਹੜਾ ਉਹਨਾਂ ਦੀ ਦਖਲਅੰਦਾਜ਼ੀ ਆਪਣੇ ਢੰਗ ਦੀ ਹੁੰਦੀ ਆ, ਉਹ ਕੋਈ ਕਮਿਊਨਿਸਟ ਐਂਗਲ ਤੋਂ ਥੋੜ੍ਹਾ ਆ। ਉਹ ਤਾਂ ਆਪਣੇ ਕਹਿ ਲਓ ਵੀ ਆਪਣੇ ਹਿੱਤ ਜਿਹੜੇ ਆ ਉਹਨਾਂ ਦੇ, ਜਾਂ ਉਹਦੇ ਮੁਤਾਬਕ ਹੀ ਆਪਣੀ ਰਾਜਨੀਤੀ ਉਹ ਜਿਹੜੀ ਆ ਡਿਜ਼ਾਈਨ ਕਰਦੇ ਆ। ਚਾਈਨਾ ਲੈ ਦੇ ਕੇ ਥੋੜਾ ਬਹੁਤ ਸਮਾਜਵਾਦੀ ਬਲੌਕ ਕਿਹਾ ਜਾ ਸਕਦਾ, ਉਹ ਵੀ ਕਮਿਊਨਿਸਟ ਬਲੌਕ ਨਹੀਂ ਹੈ, ਪਰ ਉਹ ਵੀ ਸਮਾਜਵਾਦੀ ਬਲੌਕ ਦੇ ਤੌਰ ਤੇ ਤੁਸੀਂ ਗੱਲ ਕਰ ਸਕਦੇ ਹੋ। ਪਰ ਉਹ ਵੀ ਸਮਾਜਵਾਦੀ ਜਿਹੜਾ ਇੱਕ ਪੂਰੀ ਦਾ ਪੂਰਾ ਢਾਂਚਾ ਵਿਕਸਿਤ ਨਹੀਂ ਉੱਥੇ ਹੋਇਆ, ਸਗੋਂ ਉਹ ਵੀ ਪੂੰਜੀਵਾਦੀ ਜਿਹੜੀ ਅਰਥ ਵਿਵਸਥਾ ਆ ਉਹਦੇ ਮੁਤਾਬਕ ਹੀ ਆਪਣੇ ਆਪ ਨੂੰ ਢਾਲ ਰਿਹਾ। ਨਵੇਂ ਪੂੰਜੀਵਾਦ ਨੂੰ ਆਪਣੇ ਤਰੀਕੇ ਦੇ ਨਾਲ, ਬਾਕੀ ਮੁਲਕਾਂ ਤੋਂ ਵੱਖਰੇ ਤਰੀਕੇ ਦੇ ਨਾਲ ਚਾਈਨਾ ਜਿਹੜਾ ਹੈ ਆਪਣੇ ਮੁਲਕ ਦੇ ਵਿੱਚ ਇੰਪਲਾਈ ਕਰ ਰਿਹਾ, ਮਤਲਬ ਇੰਪੋਜ਼ ਕਰ ਰਿਹਾ। ਉਹ ਵੀ ਕੋਈ ਕਮਿਊਨਿਸਟ ਬਲੌਕ ਨਹੀਂ ਹੈ, ਕੋਈ ਕਮਿਊਨਿਸਟ ਬਲੌਕ ਨਹੀਂ ਹੈ। ਸੋ ਜਿਹੜਾ ਤੁਸੀਂ ਹੁਣ ਸਟਰਕਚਰ ਦੀ ਗੱਲ ਕਰਦੇ ਹੋ ਜਾਂ ਢਾਂਚਾ ਕਿਹੜਾ ਆ, ਉਹ ਤਾਂ ਦੇਖੋ ਹਾਲ ਫਿਲਹਾਲ ਕੋਈ ਦੁਨੀਆ ਦੇ ਵਿੱਚ ਬਾਕੀ ਕੋਈ ਦਿਖਾਈ ਨਹੀਂ ਦੇ ਰਿਹਾ। ਡੈਮੋਕ੍ਰੇਸੀ ਜਿਹੜੀ ਆ ਆਪਣੇ ਆਪਣੇ ਢੰਗ ਦੇ ਨਾਲ ਹਰ ਮੁਲਕ ਨੇ ਆਪਣੇ ਆਪਣੇ ਆਵਾਮ ਤੇ ਜਿਹੜੀ ਆ ਥੋਪੀ ਹੋਈ ਹੈ। ਭਾਰਤ ਦੀ ਡੈਮੋਕ੍ਰੇਸੀ ਹੋ ਰਿਹਾ, ਅਮਰੀਕਾ ਦੀ ਡੈਮੋਕ੍ਰੇਸੀ ਹੋ ਰਿਹਾ, ਉਹਦੀ ਫਿਤਰਤ ਹੋ ਰਿਹਾ, ਉਹਦੀ ਫਿਤਰਤ ਹੋ ਰਿਹਾ। ਹਾਂ, ਇਹ ਜ਼ਰੂਰ ਹੈ ਕਿ ਸਮਾਜਵਾਦੀ ਜਿਹੜਾ ਸਟਰਕਚਰ ਹੈ, ਸਮਾਜਵਾਦੀ ਢਾਂਚਾ ਜਿਹੜਾ ਅੱਜ ਕਿਤੇ ਨਹੀਂ ਦੁਨੀਆ ਦੇ ਵਿੱਚ, ਇੱਕ ਦੋ ਨਿੱਕੇ ਨਿੱਕੇ ਮੁਲਕਾਂ ਨੂੰ ਛੱਡ ਕੇ, ਕਿਊਬਾ ਵਰਗੇ ਮੁਲਕ ਨੂੰ ਵੀ ਛੱਡ ਕੇ, ਪਰ ਉਹਨੇ ਵੀ ਕਦੋਂ ਖਿੰਡ ਜਾਣਾ ਕਿਹਾ ਨਹੀਂ ਜਾ ਸਕਦਾ। ਉਹ ਦੌਰ ਜਿਹੜੇ ਆ ਲੱਗ ਚੁੱਕੇ ਆ। ਨਵਾਂ ਦੌਰ ਦੀ ਜਿਹੜੀ ਸਮਾਜਵਾਦੀ ਪਰੰਪਰਾ ਜਿਹੜੀ ਆ ਹਾਲੇ ਸਾਹਮਣੇ ਆਉਣ ਵਾਲੀ ਹੈ। ਇਸ ਵੇਲੇ ਕੋਈ ਵੀ ਕੈਂਪ ਨਹੀਂ ਹੈ ਜਿਹਨੂੰ ਤੁਸੀਂ ਸੋਸ਼ਲਿਸਟ ਕੈਂਪ ਕਹਿ ਸਕੋ। ਕਮਿਊਨਿਸਟ ਬਲੌਕ ਤਾਂ ਬਹੁਤ ਦੂਰ ਦੀ ਗੱਲ ਹੈ। ਕਮਿਊਨਿਸਟ ਬਲੌਕ ਤਾਂ ਉਦੋਂ ਵੀ ਨਹੀਂ ਸੀ ਜਦੋਂ ਸੋਵੀਅਤ ਯੂਨੀਅਨ ਸੀ, ਉਦੋਂ ਵੀ ਉਹ ਇੱਕ ਸਮਾਜਵਾਦ ਵੱਲ ਵੱਧਦਾ ਹੋਇਆ ਮੁਲਕ ਸੀ। ਕਮਿਊਨਿਸਟ ਬਲੌਕ ਤਾਂ ਕਹਿ ਲਓ ਵੀ ਕਮਿਊਨਿਸਟ ਮੁਲਕ ਤਾਂ ਬਹੁਤ ਆਖਰੀ ਸਿਰਾ ਹੁੰਦਾ, ਉਹ ਤਾਂ ਦੁਨੀਆ 'ਚ ਅੱਜ ਤੱਕ ਆਇਆ ਹੀ ਨਹੀਂ ਹੈਗਾ। ਹਾਂ, ਇੱਕ ਸੀ ਸੋਸ਼ਲਿਸਟ ਕੈਂਪ ਸੀ। ਉਹ ਸੋਸ਼ਲਿਸਟ ਕੈਂਪ ਜਿਹੜਾ ਉਹ ਵੀ ਪੂਰੀ ਤਰ੍ਹਾਂ ਡਿਵੈਲਪ ਨਹੀਂ ਸੀ ਹੋਇਆ। ਪੂਰੀ ਤਰ੍ਹਾਂ ਡਿਵੈਲਪ ਹੋਣ ਤੋਂ ਪਹਿਲਾਂ ਹੀ ਉਹ ਢਹਿ ਢੇਰੀ ਹੋ ਗਿਆ। ਹੁਣ ਅੱਜ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕਮਿਊਨਿਸਟ ਬਲੌਕ ਨਹੀਂ ਹੈ, ਸੋਸ਼ਲਿਸਟ ਕੈਂਪ ਵੀ ਨਹੀਂ ਹੈ। ਇੱਕੋ ਇੱਕ ਚਾਈਨਾ ਦਿਖਾਈ ਦਿੰਦਾ, ਪਰ ਉਹ ਵੀ ਸੋਸ਼ਲਿਸਟ ਕੈਂਪ ਦੇ ਤੌਰ ਤੇ ਤੁਸੀਂ ਉਹਨੂੰ ਨਹੀਂ ਕਹਿ ਸਕਦੇ ਵੀ ਹਾਂ ਉਹ ਮੁਕੰਮਲ ਤੌਰ ਦੇ ਉੱਤੇ ਉਹ ਕੋਈ ਸਮਾਜਵਾਦੀ ਮੁਲਕ ਹੈ। ਉਹਦੇ ਵਿੱਚ ਵੀ ਪੂੰਜੀਵਾਦੀ ਜਿਹੜੀ ਜੀ 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 ਕਰੋ, ਕੰਟੀਨਿਊ ਕਰੋ ਪੂਰੀ ਗੱਲ ਆਪਣੀ। ਬਸ ਮੈਂ ਆਖਰੀ ਗੱਲ ਕਰ ਰਿਹਾ ਸੀ। ਦੇਖੋ, ਬਿਹਤਰ ਤਾਂ ਦੁਨੀਆ ਵਾਸਤੇ ਸਮਾਜਵਾਦੀ ਹੈ। ਉਹ ਸਮਾਜਵਾਦ ਪਰ ਕਿਤੇ ਦਿਖਾਈ ਨਹੀਂ ਅੱਜ ਦੇ ਰਿਹਾ। ਉਹਦੀਆਂ ਤਾਕਤਾਂ ਜ਼ਰੂਰ ਹੈਗੀਆਂ, ਸਾਰੀ ਦੁਨੀਆ 'ਚ ਹੀ ਹੈਗੀਆਂ, ਉਹ ਪਰ ਉਹ ਇੰਨੀਆਂ ਇੰਡੀਆਂ ਹੋਈਆਂ ਨੇ, ਵੰਡੀਆਂ ਹੋਈਆਂ ਨੇ। ਇੱਕ ਮੁਲਕ ਦੇ ਵਿੱਚ ਹੀ ਸਮਾਜਵਾਦ ਦੇ ਨਾਂ ਦੇ ਉੱਤੇ ਕਈ ਜਿਹੜੀਆਂ ਧਿਰਾਂ ਤੁਹਾਨੂੰ ਦਿਖਾਈ ਦੇਣਗੀਆਂ। ਸੋ ਮੈਨੂੰ ਲੱਗਦਾ ਹੈ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਖਿੰਡ ਰਿਹਾ ਪੱਤਰਿਆ ਜਿਹੜਾ ਸੋਸ਼ਲਿਸਟ ਕੈਂਪ ਹੈ, ਇਹ ਜਦੋਂ ਇੱਕ ਹੋਏਗਾ ਤੇ ਇੱਕ ਹੋਣ ਤੋਂ ਬਾਅਦ ਜਦੋਂ ਇਹ ਆਪਣਾ ਕੰਮ ਕਰੇਗਾ ਤੇ ਕੁਝ ਮੁਲਕਾਂ ਦੇ ਵਿੱਚ ਫੇਰ ਤੋਂ ਸਮਾਜਵਾਦ ਦੀ ਜਿਹੜੀ ਕਹਿ ਲਓ ਵੀ ਰੂਪਰੇਖਾ ਤਿਆਰ ਕਰਦਾ ਹੋਇਆ ਕੋਈ ਨਿਜ਼ਾਮ ਜਿਹੜਾ ਸਾਡੇ ਸਾਹਮਣੇ ਆਏਗਾ, ਤਾਂ ਅਸੀਂ ਇਹਦੇ ਬਾਰੇ ਗੱਲ ਕਰ ਸਕਾਂਗੇ। ਮੇਰਾ ਜਿਹੜਾ ਬੇਸਿਕ ਸਵਾਲ ਸੀ ਨਾ ਆਪਣੇ ਦਸਾਂਝ ਸਾਹਿਬ, ਉਹ ਇਹ ਸੀਗਾ ਕਿ ਕਿਸੇ ਵੀ ਜਿਹੜਾ ਪ੍ਰਣਾਲੀਆਂ ਚੱਲਦੀਆਂ ਨੇ, ਚਾਹੇ ਡੈਮੋਕ੍ਰੇਸੀ ਆ, ਚਾਹੇ ਕਿਤੇ ਡਿਕਟੇਟਰਸ਼ਿਪ ਆ, ਕਿਤੇ ਰਜਵਾੜਾਸ਼ਾਹੀ ਆ, ਜਾਂ ਜਿੱਥੇ ਤੁਸੀਂ ਉਹਨੂੰ ਕਮਿਊਨਿਸਟ ਬਲੌਕ ਨੂੰ ਸਮਾਜਵਾਦੀ ਅਧੂਰਾ ਜਿਹਾ ਸਮਾਜਵਾਦੀ ਕੈਂਪ ਕਿਹਾ ਵਾ, ਉਹਦੇ ਵਿੱਚ ਵੀ ਇੱਕ ਤੇ ਆਮ ਵਿਅਕਤੀ ਦੀ ਜਿਹੜੀ ਆ ਹਾਲਤ, ਉਹਦਾ ਕੋਈ ਅੰਦਾਜ਼ਾ ਲਗਾਉਣਾ ਵੈਸ ਵੇਲੇ ਬੜਾ ਦੁੱਭਰ ਜਿਹਾ ਕੰਮ ਹੈ ਕਿ ਆਮ ਵਿਅਕਤੀ ਦੀ ਉੱਥੇ ਹੋਂਦ ਕਿਤੇ ਹੈ ਜਾਂ ਨਹੀਂ। ਚਾਈਨਾ ਵਰਗੇ ਮੁਲਕ ਦੇ ਜੇ ਮਾੜਾ ਮੋਟਾ ਵੀ ਉਹਨੂੰ ਸਮਾਜਵਾਦੀ ਪੱਖ ਤੋਂ ਲੈ ਲਿਆ ਜਾਵੇ
ਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਉੱਥੇ ਕੁਝ ਕੁ ਖਬਰਾਂ ਆ ਰਹੀਆਂ ਨੇ ਕਿ ਮੁਸਲਮਾਨ ਭਾਈਚਾਰੇ ਦੀ ਕੁਝ ਇੱਕ ਸਟੇਟਾਂ ਨੇ ਜਿੱਥੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਦਬਾਇਆ ਜਾ ਰਿਹਾ ਆ, ਹਿਟਲਰ ਵਰਗੀ ਰਾਜਨੀਤੀ ਆ, ਉੱਥੇ ਕੈਂਪ ਬਣਾਏ ਹੋਏ ਨੇ, ਉਹਨਾਂ ਦੇ ਬੱਚਿਆਂ ਨੂੰ ਕੈਦ ਕੀਤਾ ਆ। ਹਾਲਾਂਕਿ ਚਾਈਨਾ ਦੀਆਂ ਖਬਰਾਂ ਬਹੁਤ ਘੱਟ ਬਾਹਰ ਆਉਂਦੀਆਂ, ਪਰ ਇੱਦਾਂ ਦੀਆਂ ਖਬਰਾਂ ਕਦੀ ਕਦੀ ਸੁਣਨ ਨੂੰ ਮਿਲਦੀਆਂ ਨੇ। ਤੇ ਮੈਨੂੰ ਇੱਦਾਂ ਲੱਗਦਾ ਹੈ ਕਿ ਹਾਲਾਂ ਇਹ ਕੰਪੇਅਰ ਕਰਨਾ ਬੜਾ ਹਾਈਪੋਥੈਟੀਕਲ ਹੋਊਗਾ, ਬੜੀ ਅਜੀਬ ਜਿਹਾ ਲੱਗੂਗਾ ਕਿ ਜਿੱਦਾਂ ਸਿੱਖ ਧਰਮ 'ਚ ਅਸੀਂ ਕਹਿ ਲੈਂਦੇ ਹਾਂ ਕਿ ਬਾਬੇ ਨਾਨਕ ਦੇ ਨਾਮ ਲੇਵਾ ਸਿੱਖ ਬੜੀ ਵੱਡੀ ਗੱਲ ਕਰਦੇ ਹਾਂ, ਅਤੇ ਉਹਦੇ ਅਸੂਲਾਂ 'ਤੇ ਚੱਲਣ ਨੂੰ ਕੋਈ ਵੀ ਤਿਆਰ ਨਹੀਂ। ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਮਾਰਕਸ ਦਾ ਫਲਸਫੇ ਦੀ ਦੁਹਾਈ ਤਾਂ ਬੜੀ ਦਿੱਤੀ ਜਾਂਦੀ ਆ, ਪਰ ਮਾਰਕਸ ਦਾ ਫਲਸਫਾ ਜਿਹੜਾ ਬੁਨਿਆਦੀ ਤੌਰ 'ਤੇ ਉਹ ਸਾਰੀ ਦੁਨੀਆ ਨੇ ਭੁਲਾ ਦਿੱਤਾ ਆ। ਇੱਥੋਂ ਤੱਕ ਕਿ ਜਿਹੜੇ ਮਾੜੇ ਮੋਟੇ ਸਮਾਜਵਾਦੀ ਮੁਲਕ ਸੀ ਉਹ ਵੀ ਉਹ ਮਾਰਕਸ ਦੀ ਪਹਿਲੀ ਪੌੜੀ 'ਤੇ ਜਾ ਕੇ ਥਿੜਕ ਗਏ ਲੱਗਦੇ, ਉਹ ਅੱਗੇ ਵਧ ਹੀ ਨਹੀਂ ਸਕੇ। ਦੇਖੋ ਤੁਸੀਂ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਹਰਜੀਤ ਗਿੱਲ ਭਾਜੀ, ਮੈਂ ਬਿਲਕੁਲ ਇਹਨਾਂ ਸਹਿਮਤ ਹਾਂ। ਕਦੇ ਕਦੇ ਇਦਾਂ ਦੀਆਂ ਜੇ ਖਬਰਾਂ ਆਉਂਦੀਆਂ ਤੇ ਦਿਲ ਦੁਖਦਾ ਵੀ ਹੈ। ਫਿਰ ਤੁਸੀਂ ਕਿਵੇਂ ਉਹਨੂੰ ਕਮਿਊਨਿਸਟ ਜਾਂ ਉਹਨੂੰ ਸਮਾਜਵਾਦੀ ਕਹਿ ਹੀ ਨਹੀਂ ਸਕਦੇ ਜਿਹੜੇ ਇਸ ਤਰ੍ਹਾਂ ਦੀ ਫਿਤਰਤ ਵਾਲੇ ਲੋਕ ਹੋਣਗੇ, ਜਿਹੜੇ ਲੋਕ ਵਿਚਾਰਧਾਰਾ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੀ ਐਕਸਪਲਾਇਟੇਸ਼ਨ ਦੀ ਜਿਹੜੀ ਪੂਰੀ ਦਾ ਪੂਰਾ ਇੱਕ ਸਿਲਸਿਲਾ ਜਿਹੜਾ ਚਲਾਉਂਦੇ ਆ, ਉਹ ਕਿਵੇਂ ਹੋ ਸਕਦੇ ਆ? ਨਾ ਉਹ ਕਮਿਊਨਿਸਟ ਤਾਂ ਬਹੁਤ ਦੂਰ ਦੀ ਗੱਲ ਹੈ, ਸੋਸ਼ਲਿਸਟ ਵੀ ਨਹੀਂ, ਉਹ ਸਮਾਜਵਾਦੀ ਵੀ ਨਹੀਂ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਨਹੀਂ ਹੈ ਕਿ ਜਿਹੜੀ ਇਹ ਵਿਚਾਰਧਾਰਾ ਜਾਂ ਜਿਹੜੀ ਆਈਡੀਓਲੋਜੀ ਹੈ, ਇਸ ਆਈਡੀਓਲੋਜੀ ਦੇ ਵਿੱਚ ਕੋਈ ਨੁਕਸ ਹੈ। ਆਈਡੀਓਲੋਜੀ ਇਹੀ ਹੈ ਜਿਹਨੇ ਇਸ ਦੁਨੀਆ ਨੂੰ ਬਚਾਉਣਾ ਹੈ। ਅੱਜ ਨਹੀਂ ਤਾਂ ਕੱਲ ਆਉਣ ਵਾਲਾ ਸਮਾਂ ਜਿਹੜਾ ਇਸੇ ਆਈਡੀਓਲੋਜੀ ਦਾ ਹੈ। ਪਰ ਸਿਰਫ ਇਹ ਹੁੰਦਾ ਹੈ ਕਿ ਆਈਡੀਓਲੋਜੀ ਨੂੰ ਰਨ ਕਰਨ ਵਾਲੇ ਲੋਕ ਜਿਹੜੇ ਆ, ਜਿਹੜਾ ਦਾਅਵਾ ਬੜਾ ਕਰਦੇ ਆ, ਪਰ ਉਹ ਅਮਲੀ ਰੂਪ ਦੇ ਵਿੱਚ ਆਈਡੀਓਲੋਜੀ ਦੇ ਨਾਂ ਦੇ ਉੱਤੇ ਵੀ ਐਕਸਪਲੈਟ ਕਰਦੇ ਆ। ਬਹੁਤ ਸਾਰੀ ਮਤਲਬ ਮਾਮਲਿਆਂ 'ਚ ਅਸੀਂ ਇਹ ਗੱਲਾਂ ਦੇਖੀਆਂ। ਪਰ ਫਿਰ ਵੀ ਓਵਰਆਲ ਜੇ ਤੁਸੀਂ ਦੇਖਣਾ ਹੋਵੇ, ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਵੀ ਗੱਲ ਕਰਨੀ ਹੋਵੇ, ਭਾਰਤ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਇਸ ਕਿਸਮ ਦੀ ਜਿਹੜੀ ਕਹਿ ਲਓ ਵੀ ਨਿਜ਼ਾਮ ਨਹੀਂ ਹੈ ਵੀ ਜਿਹਨੂੰ ਤੁਸੀਂ ਸੋਸ਼ਲਿਸਟ ਨਿਜ਼ਾਮ ਕਹਿ ਸਕੋ। ਭਾਵੇਂ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਕੇਰਲਾ ਵਰਗੇ ਸੂਬੇ ਦੇ ਵਿੱਚ ਇਸ ਵੇਲੇ ਵੀ CPM ਦੀ ਅਗਵਾਈ ਦੇ ਵਿੱਚ ਲੈਫਟ, ਜਿਹਨੂੰ ਆਪਾਂ ਕਹਿੰਦੇ ਆ ਸੋ ਕਾਲਡ ਲੈਫਟ, ਜਿਹੜਾ ਆ ਉਹਦੀ ਹੁਕੂਮਤ ਹੈ, ਤੇ ਬਾਕੀ ਨਾਲੋਂ ਫਿਰ ਵੀ ਉਹ ਬੈਟਰ ਕਰ ਰਿਹਾ। ਭਾਵੇਂ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ CPM ਦੀ ਅਗਵਾਈ ਦੇ ਵਿੱਚ ਕੇਰਲਾ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਇੱਕ ਵੱਖਰਾ ਰਾਜ ਪ੍ਰਬੰਧ ਚੱਲ ਰਿਹਾ ਹੈ, ਇਸੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ, ਯਾਨੀ ਕੇਂਦਰ ਦੀਆਂ ਧੌਂਸਵਾਦੀ ਨੀਤੀਆਂ ਦੇ ਬਾਵਜੂਦ ਫਿਰ ਵੀ ਜੇ ਕੁਝ ਚੰਗਾ ਹੋ ਰਿਹਾ ਹੈ ਤਾਂ ਇਹਦਾ ਮਤਲਬ ਇਹ ਵਾਕਿਆ ਨਾਲੋਂ ਬਿਹਤਰ ਹੈ, ਜਦਕਿ ਤਸੱਲੀ ਕੋਈ ਨਹੀਂ ਹੈ। ਜੀ ਦਸਾਂਝ ਸਾਹਿਬ, ਫਿਰ ਜਦੋਂ ਕਮਿਊਨਿਸਟਾਂ ਦੀ ਗੱਲ ਕਰਦੇ ਹਾਂ, ਚਲੋ ਇਹ ਕਾਫੀ ਲੰਬੇ ਵਿਸ਼ਾ ਆਪਣਾ, ਇੱਥੇ ਜਿੰਨੀ ਮਰਜ਼ੀ ਗੱਲ ਕਰਦੇ ਜਾਈਏ। 40 ਸਾਲ ਵੈਸਟ ਬੰਗਾਲ 'ਚ ਰਾਜ ਭਾਗ ਉਹਨਾਂ ਮਾਣਿਆ, ਤੇ ਕੋਈ ਸਿਫਤੀ ਤਬਦੀਲੀ ਉੱਥੇ ਆਈ ਹੋਏ ਉਹ ਨਜ਼ਰ ਨਹੀਂ ਆਉਂਦੀ। ਹੁਣ ਕੇਰਲਾ ਦਾ ਬਹੁਤ ਜ਼ਿਕਰ ਹੁੰਦਾ, ਜਦੋਂ ਕਾਹਲੋਂ ਸਾਹਿਬ ਵੀ ਗੱਲ ਕਰਦੇ ਨੇ, ਮੈਨੂੰ ਪਤਾ ਹੈ ਜਿੱਥੇ ਜਿੱਥੇ ਕੋਈ ਧਿਰ ਬਣ ਕੇ ਹੀ ਖੜਦੇ ਆ ਉਸ ਆਈਡੀਓਲੋਜੀ ਦੇ ਨਾਲ, ਤੇ ਉਹਦੀ ਸਿਫਤੀ ਕਰੀ ਜਾਂਦੇ ਆ, ਉਹਦੇ ਔਗਣ ਨਹੀਂ ਵੇਖਦੇ। ਕੇਰਲਾ ਵਿੱਚ ਵੀ ਜੇ ਦੂਜੀ ਤੀਜੀ ਵਾਰ ਚੌਥੀ ਵਾਰ ਜਿੰਨੀ ਵਾਰ ਵੀ ਉੱਥੇ ਲੈਫਟ ਦੀ ਪਾਵਰ 'ਚ ਆਈ ਆ ਸਰਕਾਰ, ਕੀ ਕੇਰਲਾ ਨੂੰ ਬਾਕੀ ਭਾਰਤ ਦੀਆਂ ਸਟੇਟਾਂ ਦੇ ਮੁਕਾਬਲੇ ਕੋਈ ਮਾਡਲ ਉਹਨਾਂ ਬਣਾ ਕੇ ਪੇਸ਼ ਕੀਤਾ ਕਿ ਉਹ ਤੋਂ ਦੂਜੇ ਲੋਕ ਵੀ ਕੋਈ ਸਬਕ ਸਿੱਖ ਸਕਣ? ਜਿੱਦਾਂ ਗੁਜਰਾਤ ਦਾ ਮਾਡਲ ਇੱਕ ਬੜਾ ਪ੍ਰਚਾਰਿਆ ਗਿਆ ਸੀ, ਘੱਟੋ ਘੱਟ ਦਿੱਲੀ ਦਾ ਮਾਡਲ ਕੇਜਰੀਵਾਲ ਨਾਲ ਬੜਾ ਪ੍ਰਚਾਰਿਆ। ਕਿ ਕਮਿਊਨਿਸਟ ਬਲਾਕ ਵੱਲੋਂ ਇੱਦਾਂ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ ਕਿ ਅਸੀਂ ਜੋ ਕਰ ਰਹੇ ਹਾਂ ਉਹ ਮਾਡਲ ਦੇ ਤੌਰ 'ਤੇ ਪੇਸ਼ ਕਰੀਏ ਤੇ ਬਾਕੀ ਸਟੇਟਾਂ ਵੀ ਉਸ ਪਾਸੇ ਨੂੰ ਵੱਧ ਸਕਣ? ਜੇ ਉਹ ਵਾਕਿਆ ਹੀ ਕੁਝ ਕਰ ਰਹੇ ਆ ਧਰਾਤਲ 'ਤੇ, ਜ਼ਮੀਨੀ ਪੱਧਰ 'ਤੇ ਉਹ ਦੂਜਿਆਂ ਤੱਕ ਕਿਉਂ ਨਹੀਂ ਪਹੁੰਚਦਾ ਸਹੀ ਤਰੀਕੇ ਨਾਲ, ਤੇ ਇੱਕ ਮਾਡਲ ਵਾਂਗੂ ਵਿਕਸਿਤ ਕਰਕੇ ਬਾਕੀ ਸਟੇਟਾਂ ਨੂੰ ਕਿਉਂ ਨਹੀਂ ਅਟਰੈਕਟ ਕਰਦੇ ਹੋ? ਪਹਿਲੀ ਗੱਲ ਤਾਂ ਮੈਂ ਇਸ ਗੱਲ ਦਾ ਧਾਰਨੀ ਹੈ ਕਿ ਭਾਰਤ ਦੇ ਵਿੱਚ ਕੋਈ ਵੀ ਕਿਸੇ ਵੀ, ਚਾਹੇ ਉਹ ਬੰਗਾਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, 34 ਸਾਲ ਉੱਥੇ ਬੰਗਾਲ ਦੇ ਵਿੱਚ ਹਕੂਮਤ ਰਹੀ ਹੈ ਲੈਫਟ ਦੀ। ਭਾਰਤ ਦੇ ਲੈਫਟ ਦੀ ਮੈਂ ਗੱਲ ਕਰ ਰਿਹਾ, ਉਹ ਵੈਸੇ ਉਹ ਰਵਾਇਤੀ ਲੈਫਟ ਮੈਂ ਉਹਨੂੰ ਮੰਨਦਾ, ਕੋਈ ਉਹ ਇਹਦੀ ਕੋਈ ਬਹੁਤ ਇਨਕਲਾਬੀ ਤੱਤ ਜਿਹੜੇ ਆ ਇਸ ਲੈਫਟ ਦੇ ਵਿੱਚ ਖਤਮ ਹੋ ਚੁੱਕੇ ਆ। ਜਿਹੜਾ ਰਵਾਇਤੀ ਲੈਫਟ ਮੈਂ ਕਹਿ ਰਿਹਾ ਇਹਦੇ ਚ ਜੀ ਇਹਦੇ ਇਨਕਲਾਬੀ ਤੱਤ, ਫਿਰ ਜਿਹੜੇ ਮਾਓਵਾਦੀ ਲੜ ਰਹੇ ਨੇ 80-90 ਜ਼ਿਲ੍ਹਿਆਂ ਦੇ ਵਿੱਚ, ਉਹਨਾਂ ਨੂੰ ਇਨਕਲਾਬੀ ਸ਼ਕਤੀਆਂ ਮੰਨ ਲਿਆ ਜਾਵੇ ਹੁਣ ਭਾਰਤ ਵਿੱਚ ਲੈਫਟ? ਨਹੀਂ ਏਦਾਂ ਨਹੀਂ, ਮੇਰੀ ਪੂਰੀ ਗੱਲ ਸੁਣੋ, ਏਦਾਂ ਨਹੀਂ ਮੰਨਿਆ ਜਾ ਸਕਦਾ ਕੁਝ ਵੀ, ਕਿਉਂਕਿ ਬਹੁਤ ਡਿਸਟਰਬਿੰਗ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ। ਕਿਸੇ ਇੱਕ ਧਿਰ ਨੂੰ ਹੁਣ ਤੁਸੀਂ ਬਿਲਕੁਲ 100% ਨੰਬਰ ਨਹੀਂ ਦੇ ਸਕਦੇ ਵੀ ਇਹੀ ਸੱਚੇ ਇਨਕਲਾਬੀ ਹੈ। ਬੰਗਾਲ ਦੇ ਵਿੱਚ 34 ਸਾਲਾਂ ਦੇ ਵਿੱਚ ਜਿਹੜੇ ਪਹਿਲੇ 10, 12, 15 ਸਾਲ ਸੀਗੇ, ਜਦੋਂ ਜ਼ਮੀਨੀ ਸੁਧਾਰ ਜਿਹੜੇ ਹੁੰਦੇ ਆ, ਉਹਦੇ ਸਿਰ ਦੇ ਉੱਤੇ 34 ਸਾਲ ਹਕੂਮਤ ਕਰਦੀ ਹੈ ਉੱਥੋਂ ਦੀ ਲੈਫਟ ਜਿਹੜੀ ਆ CPM ਦੀ ਅਗਵਾਈ ਦੇ ਵਿੱਚ।
ਹੌਲੀ ਹੌਲੀ ਉਹ ਸਾਰੇ ਅਰਾਜਕ ਤੱਤ ਜਿਹੜੇ ਉਹਦੇ ਸ਼ਾਮਲ ਹੁੰਦੇ ਚਲੇ ਜਾਂਦੇ ਆ। ਤੇ ਇਸੇ ਕਰਕੇ ਉਹਨਾਂ ਦੀ ਜਿਹੜੀ ਬਰਬਾਦੀ ਦੀ ਇਬਾਰਤ ਜਿਹੜੀ ਹੈ ਲਿਖੀ ਜਾਂਦੀ ਹੈ। ਇਸੇ ਕਰਕੇ 34 ਸਾਲ ਬਾਅਦ ਉਹਨਾਂ ਦੀ ਹੁਕੂਮਤ ਖਤਮ ਹੁੰਦੀ ਹੈ। ਉਹਦੇ ਮੁਕਾਬਲੇ ਕੇਰਲਾ ਜਿਹੜਾ ਆ, ਕੇਰਲਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਜਿਹੜੀ ਹੈ। ਇਹ ਕੇਰਲਾ ਦੇ ਵਿੱਚ ਤਾਂ 50 ਸਾਲਾਂ 'ਚ ਪਹਿਲੀ ਵਾਰੀ ਹੋਇਆ ਕਿ ਲੈਫਟ ਉੱਥੇ ਰਿਪੀਟ ਹੋਇਆ, ਨਹੀਂ ਤਾਂ ਆਮ ਤੌਰ ਤੇ ਉੱਥੇ 50 ਸਾਲਾਂ ਬਾਅਦ ਹੁਕੂਮਤ ਬਦਲਦੀ ਰਹੀ ਹੈ। ਇੱਕ ਦਬਾਅ ਜਿਹਾ ਰਿਹਾ ਉੱਥੇ, ਮਤਲਬ ਕੇਰਲਾ ਦੇ ਵਿੱਚ ਇੱਕ ਓਪੋਜੀਸ਼ਨ ਦਾ ਇੱਕ ਦਬਾਅ ਰਿਹਾ ਹਮੇਸ਼ਾ ਹੀ, ਵੀ ਜੇ 5 ਸਾਲ ਲੈਫਟ ਹੈ ਤੇ 5 ਸਾਲ ਕਾਂਗਰਸ ਦੀ UDF ਰਹੀ ਹੈ, 5 ਸਾਲ LDF ਹੈ ਤੇ 5 ਸਾਲ UDF ਰਹੀ ਹੈ। ਉਸ ਦਬਾਅ ਨੇ ਬੰਗਾਲ ਵਾਂਗੂ ਉੱਥੋਂ ਦਾ ਜਿਹੜਾ ਲੈਫਟ ਹੈ ਉਹਨੂੰ ਉਹਦੇ 'ਚ ਵਿਗਾੜ ਨਹੀਂ ਪੈਦਾ ਕੀਤੇ। ਇਸੇ ਕਰਕੇ ਜੇ ਸਿਫਤ ਦੀ ਗੱਲ ਕਰਨੀ ਹੋਵੇ, ਭਾਵੇਂ ਉਹ ਰਵਾਇਤੀ ਲੈਫਟ ਹੀ ਹੈ, ਉਹਦੇ ਦੇ ਬਾਵਜੂਦ 2-3 ਚੀਜ਼ਾਂ ਹੈ ਏਦਾਂ ਦੀਆਂ ਜਿਹੜਾ ਇੱਕ ਮਾਡਲ ਦੇ ਤੌਰ ਤੇ ਤੁਸੀਂ ਉਹਨੂੰ ਦੇਖ ਸਕਦੇ ਹੋ। ਖਾਸ ਤੌਰ ਤੇ ਐਜੂਕੇਸ਼ਨ ਹੈ। 98% ਤੋਂ ਜ਼ਿਆਦਾ ਕੇਰਲਾ ਦੇ ਲੋਕ ਐਜੂਕੇਟਡ ਹੈ। ਜਦੋਂ ਇੱਕੋ ਸੀਟ ਰਹਿ ਗਈ, ਇੱਕੋ ਸੀਟ ਸੀ ਭਾਰਤੀ ਜਨਤਾ ਪਾਰਟੀ ਦੀ, ਤੇ ਜਦੋਂ ਵਿਜਨ ਨੂੰ ਇਹ ਸਵਾਲ ਕੀਤਾ ਗਿਆ ਸੀ, ਮੇਰੇ ਖਿਆਲ ਕਾਲੋ ਸਾਹਿਬ ਵੀ ਇੱਥੇ ਗੱਲ ਕਰ ਰਹੇ ਸੀ, ਤੇ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਹਾਂ ਤੁਸੀਂ ਇੱਥੇ ਤਾਂ BJP ਆ ਗਈ ਆ, ਹੁਣ ਇੱਕ ਸੀਟ ਆ, ਕੱਲ ਨੂੰ 3 ਹੋ ਸਕਦੀਆਂ, 10 ਹੋ ਸਕਦੀਆਂ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਐਜੂਕੇਸ਼ਨ ਦਾ ਲੈਵਲ ਹੀ ਇੰਨਾ ਉੱਥੇ ਵਧਾ ਦੇਣਾ ਹੈ ਵੀ ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਕਰਨਗੇ। ਤੇ ਉਹੀ ਕੁਝ ਹੋਇਆ। ਹੁਣ ਵੀ ਇਸ ਵੇਲੇ ਜਿਹੜਾ ਉੱਥੇ ਦਾ ਐਜੂਕੇਸ਼ਨ ਦਾ ਮਾਡਲ ਹੈ, ਜਾਂ ਕਰੋਨਾ ਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਵਿਜ਼ਨ ਗਵਰਨਮੈਂਟ ਦਾ ਦੁਬਾਰਾ ਰਿਪੀਟ ਹੋਣਾ ਆ, ਉਹਦਾ ਇੱਕ ਕਾਰਨ ਇਹ ਵੀ ਹੈ ਵੀ ਕਰੋਨਾ ਕਾਲ ਨੂੰ ਜਿਸ ਬਿਹਤਰ ਤਰੀਕੇ ਦੇ ਨਾਲ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਉਹਦਾ ਮੁਕਾਬਲਾ ਕੀਤਾ, ਉਹ ਇੱਕ ਬਹੁਤ ਪਲਸ ਪੁਆਇੰਟ ਜਿਹੜਾ ਕਹ ਲਓ ਵੀ ਉਹਨਾਂ ਦੀ ਹਕੂਮਤ ਲਈ ਰਿਹਾ, ਜਿਹਦੇ ਕਰਕੇ ਵੀ ਇਹ ਹਕੂਮਤ ਰਿਪੀਟ ਹੋਈ ਹੈ। ਸੋ ਬਹੁਤ ਵਧੀਆ ਮਾਡਲ ਦੇ ਤੌਰ ਦੇ ਉੱਤੇ ਭਾਵੇਂ ਨਾ ਵੀ ਪੇਸ਼ ਕਰੀਏ, ਪਰ ਬਾਕੀਆਂ ਨਾਲੋਂ ਬਿਹਤਰ ਇਹ ਰਵਾਇਤੀ ਲੈਫਟ ਨੇ ਕੰਮ ਤਾਂ ਲਾਜ਼ਮੀ ਤੌਰ ਤੇ ਕੀਤਾ ਹੈ। ਬੰਗਾਲ ਤੇ ਕੇਰਲਾ ਤੋਂ ਬਿਲਕੁਲ ਵੱਖਰੇ ਵੱਖਰੇ ਬਿਰਤਾਂਤ ਉਸਾਰੇ ਗਏ ਆ। ਬੰਗਾਲ ਤੇ ਕੇਰਲਾ ਨੂੰ ਭਾਵੇਂ ਦੋਨਾਂ ਥਾਵਾਂ ਦੇ ਉੱਤੇ CPM ਦੀ ਅਗਵਾਈ ਦੇ ਵਿੱਚ ਹਕੂਮਤ ਰਹੀ ਹੈ, ਪਰ ਇਹਨਾਂ ਨੂੰ ਏਦਾਂ ਨਹੀਂ ਦੇਖਿਆ ਜਾ ਸਕਦਾ ਵੀ ਇੱਕੋ ਜਿਹਾ ਰਾਜ ਪ੍ਰਬੰਧ ਇਹਨਾਂ ਨੇ ਚਲਾਇਆ। ਬੰਗਾਲ ਦੇ ਵਿੱਚ ਇੱਕ ਛਤਰ ਰਾਜ ਰਿਹਾ, ਕੋਈ ਓਪੋਜੀਸ਼ਨ ਨਹੀਂ ਸੀ 34 ਸਾਲ ਤੱਕ। ਅਚਾਨਕ ਨਹੀਂ, ਮਤਲਬ ਇੱਕ ਪੂਰੇ ਜ਼ੋਰ ਸ਼ੋਰ ਦੇ ਨਾਲ ਤੇ ਪੂਰੇ ਤਹੰਮਲ ਦੇ ਨਾਲ ਮਮਤਾ ਬੈਨਰਜੀ ਉੱਥੇ ਆਉਂਦੇ ਆ ਬੰਗਾਲ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ। ਤੇ ਜਿਹੜੀ ਪੋਲਿਟਿਕਸ ਸਿਧਾਰਥ ਸ਼ੰਕਰ ਰੇ ਦੇ ਖਿਲਾਫ ਕਿਸ ਵੇਲੇ CPM ਨੇ ਕੀਤੀ ਸੀਗੀ, ਉਸੇ ਤਰ੍ਹਾਂ ਦੀ ਪੋਲਿਟਿਕਸ ਕਰਕੇ CPM ਦੇ ਖਿਲਾਫ ਮਮਤਾ ਬੈਨਰਜੀ ਆਉਂਦੇ ਆ ਤੇ ਉਹ ਲਗਾਤਾਰ ਹੁਣ ਤੀਜੀ ਵਾਰੀ ਉੱਥੇ ਮੁੱਖ ਮੰਤਰੀ ਬਣਦੇ ਆ। ਕੇਰਲਾ ਚ ਉਹਦੇ ਨਾਲੋਂ ਬਿਲਕੁਲ ਉਲਟ ਹੋਇਆ, ਕਿਉਂਕਿ ਕੇਰਲਾ ਦੇ ਵਿੱਚ ਕੋਈ ਓਪੋਜੀਸ਼ਨ ਜਿਹੜੀ ਉਸ ਲੈਵਲ ਦੀ ਨਹੀਂ ਸੀ ਜਿੱਦਾਂ ਦੀ ਬੰਗਾਲ ਸੀ ਵੀ ਜ਼ੀਰੋ ਓਪੋਜੀਸ਼ਨ। ਕੇਰਲਾ ਦੇ ਵਿੱਚ ਬਰਾਬਰ ਦੀ ਓਪੋਜੀਸ਼ਨ ਰਹੀ ਹੈ ਤੇ ਉਹਦਾ ਇੱਕ ਡਰ ਰਿਹਾ, ਜਿਹਦੇ ਕਰਕੇ ਪੱਛਮੀ ਬੰਗਾਲ ਨਾਲੋਂ ਵੱਖਰੀ ਤਰ੍ਹਾਂ ਦਾ ਰਾਜ ਪ੍ਰਬੰਧ ਉੱਥੇ ਰਿਹਾ CPM ਦੀ ਅਗਵਾਈ ਦੇ ਵਿੱਚ। ਜੀ ਦਸਾਂਝ ਸਾਹਿਬ, ਜੇ ਨਾਰਥ ਇੰਡੀਆ ਦੀ ਗੱਲ ਕਰੀਏ, ਨਾਰਥ ਇੰਡੀਆ ਅਸੀਂ ਆਮ ਤੌਰ ਤੇ ਜਿਹੜੇ ਨਾਰਥ ਇੰਡੀਆ 'ਚ ਵਸਦੇ ਲੋਕ ਆ, ਅਸੀਂ ਕਹਿੰਦੇ ਆ ਕਿ ਜਿਹੜਾ ਸਾਊਥ ਇੰਡੀਆ ਆ, ਭਾਰਤ ਦੱਖਣੀ ਭਾਰਤ ਆ, ਉੱਥੇ ਅਜੇ ਰਵਾਇਤਾਂ ਨਾਲ ਬੱਝਾ ਹੋਇਆ ਸਮਾਜ ਹੈ, ਕਾਫੀ ਪਿਛਾਂਹ ਖਿੱਚੂ ਸਮਾਜ ਹੈ, ਤੇ ਜਿਹੜਾ ਨਾਰਥ ਇੰਡੀਆ ਉਹ ਕਾਫੀ ਐਡਵਾਂਸ ਆ। ਤੇ ਉਹਦੇ ਵਿੱਚੋਂ ਵੀ ਅਗਰ ਸਟੇਟਾਂ ਵੇਖਣੀਆਂ ਹੋਣ ਤੇ ਪੰਜਾਬ ਨੂੰ ਅਸੀਂ ਕਹਿੰਦੇ ਆ ਕਿ ਇਹ ਜਿਹੜਾ ਆ ਉਹ ਨਵੀਂ ਫਿਲਾਸਫੀ ਨੂੰ, ਨਵੀਂ ਟੈਕਨੀਕ ਨੂੰ, ਨਵੀਆਂ ਚੀਜ਼ਾਂ ਨੂੰ ਬਹੁਤ ਛੇਤੀ ਅਡਾਪਟ ਕਰਦਾ। ਤੇ ਪੰਜਾਬ ਦੇ ਵਿੱਚ ਇੱਕ ਸਮਾਂ ਸੀਗਾ ਜਦੋਂ ਅਸੀਂ ਤੇ ਉਦੋਂ ਨਹੀਂ ਸੀ ਇੰਨੇ ਸਮਝ ਰੱਖਦੇ, ਬਹੁਤ ਛੋਟੇ ਹੋਵਾਂਗੇ, ਜਦੋਂ 70ਵਿਆਂ ਦੇ ਵਿੱਚ ਨਕਸਲਾਈਟ ਮੂਵਮੈਂਟ ਉੱਠੀ ਸੀ। ਤੇ ਉਸ ਮੂਵਮੈਂਟ ਦੀ ਪੈਦਾਵਾਰ ਅਜੇ ਵੀ ਬਹੁਤ ਸਾਰੇ ਲੋਕ, ਵਿਦਵਾਨ, ਕੁਝ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਰਹੇ ਨੇ, ਵਿਦਵਾਨ ਨੇ, ਉਹ ਅਜੇ ਵੀ ਜਦੋਂ ਗੱਲ ਕਰਦੇ ਨੇ ਤੇ ਬੜੇ ਲੌਜਿਕ ਨਾਲ, ਦਲੀਲ ਨਾਲ, ਤੇ ਲੱਗਦਾ ਹੁੰਦਾ ਕਿ ਉਹਨਾਂ ਨੂੰ ਪੂਰੀ ਦੁਨੀਆ ਭਰ ਦੀ ਸਿਆਸਤ ਦੀ ਸਮਝ ਹੈ। ਮੈਨੂੰ ਇਹ ਵੀ ਯਾਦ ਹੈ ਕਿ ਭਾਜੀ ਗੁਰਸ਼ਰਨ ਹਰੀ ਕਿਹਾ ਕਰਦੇ ਸੀਗੇ ਕਿ ਦੁਨੀਆ ਦੇ ਵਿੱਚ ਕੋਈ ਵੀ ਵਰਤਾਰਾ ਵਰਤ ਰਿਹਾ ਹੋਵੇ, ਉਹਦਾ ਸਟੀਕ ਐਨਾਲਿਸਿਸ ਜਿਹੜਾ ਆ ਉਹ ਕਮਿਊਨਿਸਟਾਂ ਦੀ ਮੁੱਠੀ 'ਚ ਹੁੰਦਾ, ਜੋ ਕਹਿੰਦੇ ਨੇ ਬਿਲਕੁਲ ਉਹ ਸਹੀ ਹੁੰਦਾ ਆ। ਪਰ ਜਦੋਂ ਉਹ ਆਪਣੇ ਲੋਕਾਂ ਨੂੰ ਸਿਆਸਤ ਦਿੰਦੇ ਨੇ ਤੇ ਉਹਨਾਂ ਦੇ ਸਿਰ ਦੇ ਉੱਤੋਂ ਦੀ ਲੰਘ ਜਾਂਦੀ ਆ। ਇਸ ਕਰਕੇ ਇਸ ਮੂਵਮੈਂਟ ਦੇ ਪੈਰ ਜਿਹੜੇ ਆ ਉਹ ਕਿਤੇ ਵੀ ਨਹੀਂ ਲੱਗੇ। ਸੋ ਭਾਰਤ ਦੇ ਸੂਬੇ ਪੰਜਾਬ ਦੀ ਜਦੋਂ ਗੱਲ ਕਰਦੇ ਆ, ਮੈਂ ਕਹਿ ਰਿਹਾ ਕਿ ਪੰਜਾਬੀ ਜਿਹੜੇ ਆ ਉਹ ਨਵੀਂ ਚੀਜ਼ ਨੂੰ, ਜਾਂ ਘੱਟੋ ਘੱਟ ਇਨਕਲਾਬੀ ਤਬਦੀਲੀ ਨੂੰ, ਜੇ ਗੁਰੂ ਗੋਬਿੰਦ ਸਿੰਘ ਹਰਾਂ ਦੀ ਤਬਦੀਲੀ ਨੂੰ ਪੰਜਾਬੀਆਂ ਨੇ ਗਲੇ ਲਾਇਆ ਤੇ ਕਮਿਊਨਿਸਟ ਇਨਕਲਾਬ ਦੀ ਤਬਦੀਲੀ ਨੂੰ ਵੀ ਉਹ ਅਡਾਪਟ ਕਰ ਸਕਦੇ ਸੀਗੇ। ਤੇ ਕਿੱਥੇ ਕਿੱਥੇ ਘਾਟਾਂ ਰਹੀਆਂ ਕਿ ਕੋਈ ਇੱਦਾਂ ਦੀ ਲੀਡਰਸ਼ਿਪ ਲੈਫਟ ਨਹੀਂ ਦੇ ਸਕਿਆ। ਹਾਲਾਂ ਮੈਂ ਫਿਰ ਵੀ ਆਪਾਂ ਕਰਦੇ ਹੁੰਦੇ ਹਾਂ ਗੱਲ ਕਿ ਜਦੋਂ ਵੀ ਕੋਈ ਮੁਸ਼ਕਲ 'ਚ ਹੁੰਦੇ ਆ ਪੰਜਾਬੀ, ਤੇ ਲੈਫਟ ਵੱਲ ਵੇਖਦੇ ਨੇ ਕਿ ਸਾਡੀਆਂ ਮੰਗਾਂ ਲਈ ਖੜੇ ਹੋਣਗੇ। ਕਿਸਾਨ ਮੂਵਮੈਂਟ 'ਚ ਵੀ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੈਫਟ ਦੇ
ਭਾਰੂ ਦਲ ਉੱਥੇ ਬੈਠੇ ਨੇ, ਬਹੁਤ ਸਾਰੇ ਵਿਦਵਾਨ ਜਿਹੜੇ ਨੇ ਉਹ ਕਿਸਾਨੀ ਮੂਵਮੈਂਟ ਤੇ ਵੀ ਜਦੋਂ ਗੱਲ ਕਰਦੇ ਨੇ ਤੇ ਬੜਾ ਵਧੀਆ ਐਨਾਲਿਸਿਸ ਕਰਦੇ ਨੇ। ਤੇ ਫਿਰ ਉਹ ਸਤਪਾਲ ਡਾਂਗ ਵਰਗੇ ਲੀਡਰ ਤੇ ਉਹ ਸਮੇਂ ਜਿਹੜੇ ਆ ਉਹ ਪੰਜਾਬ ਚੋਂ ਕਿੱਦਾਂ ਗਵਾਚ ਗਏ? ਦੇਖੋ ਗੱਲ ਇਹ ਆ ਵੀ ਸਤਪਾਲ ਡਾਂਗ ਦਾ ਤੁਸੀਂ ਜ਼ਿਕਰ ਕੀਤਾ, ਮੇਰੇ ਮਨ ਚ ਉਹਨਾਂ ਲਈ ਬੜੀ ਕਦਰ ਹੈ। ਪਰ ਮਸਲਾ ਇਹ ਹੁੰਦਾ ਕਿ ਤੁਸੀਂ ਇੱਕ ਵਿਚਾਰਧਾਰਾ ਦੇ ਉੱਤੇ ਆਪਣੇ ਆਪ ਨੂੰ ਉਸਾਰਦੇ ਹੋ, ਪਰ ਉਸ ਵਿਚਾਰਧਾਰਾ ਦੇ ਨਾਂ ਦੇ ਉੱਤੇ ਜਿਹੜੀ ਤੁਹਾਡੀ ਪੋਲਿਟਿਕਸ ਹੈ ਤੇ ਤੁਹਾਡੀ ਕਾਗਜ਼ਾਂ 'ਚ ਹੋਰ ਰਹਿ ਜਾਂਦੀ ਹੈ ਤੇ ਪ੍ਰੈਕਟਿਸ ਦੇ ਵਿੱਚ ਹੋਰ ਹੋ ਜਾਂਦੀ ਹੈ। ਮੈਨੂੰ ਲੱਗਦਾ ਜਿਹੜੀ ਇਨਕਲਾਬੀ ਜਿਹੜੇ ਤੱਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਨਕਲਾਬੀ ਤੱਤ ਜਿਹੜਾ ਹੌਲੀ ਹੌਲੀ ਕਮਿਊਨਿਸਟ ਜਿਹੜਾ ਇਹ ਏਰੀਏ ਰਹੇ ਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਚਾਹੇ ਉਹ ਪੰਜਾਬ 'ਚ ਵੀ ਆ ਜਾਂ ਦੇਸ਼ ਦੇ ਵਿੱਚ ਵੀ ਹੈ, ਉਹਦੇ ਵਿੱਚੋਂ ਕਿਤੇ ਨਾ ਕਿਤੇ ਉਹ ਖਾਰਿਜ ਹੁੰਦਾ ਗਿਆ ਤੇ ਸਤਾ ਦੇ ਨਾਲ ਭਾਈਵਾਲੀ ਦੀ ਇੱਕ ਜਿਹੜੀ ਇੱਕ ਪਰੰਪਰਾ ਜਿਹੜੀ ਚੱਲ ਪਈ। ਜਦੋਂ ਜਦੋਂ ਕਮਿਊਨਿਸਟ ਪਾਰਟੀ 1964 ਦੇ ਵਿੱਚ ਦੋ ਫਾੜ ਵੀ ਹੁੰਦੀ ਹੈ, ਇਸੇ ਕਰਕੇ ਹੁੰਦੀ ਹੈ ਵੀ ਤੁਹਾਡਾ ਜਿਹੜਾ ਇਰਾਦਾ ਕੀ ਹੈ ਤੇ ਇੱਕ ਵੱਖਰਾ ਧੜਾ ਜਿਹੜਾ ਹੁੰਦਾ ਹੈ ਤੇ ਉਹਦਾ ਇਰਾਦਾ ਕੀ ਹੈ। ਚਾਈਨਾ, ਭਾਵੇਂ ਚਾਈਨਾ ਦੇ ਨਾਲ ਜਿਹੜਾ ਜੰਗ ਹੈ, ਲੜਾਈ ਹੈ, ਉਹਦਾ ਇੱਕ ਆਧਾਰ ਬਣ ਜਾਂਦੀ ਹੈ, ਪਰ ਉਸ ਤੋਂ ਬਾਅਦ ਸੀਪੀਆਈ ਦਾ ਤੇ ਸੀਪੀਆਈਐਮ ਦਾ ਬਿਲਕੁਲ ਇੱਕ ਵੱਖਰਾ ਰਸਤਾ ਹੋ ਜਾਂਦਾ ਹੈ। ਸੀਪੀਆਈ ਜਿਹੜੀ ਹੈ ਉਹ ਜਿਹੜੀ ਸੱਤਾ 'ਚ ਜਿਹੜੇ ਬੈਠੇ ਲੋਕ ਨੇ, ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਨਾਲ ਭਾਈਵਾਲੀ ਦੇ ਰਸਤੇ ਤੇ ਤੁਰ ਪੈਂਦੀ ਹੈ, ਤੇ ਸੀਪੀਐਮ ਜਿਹੜੀ ਆ ਉਹ ਇੱਕ ਇਨਕਲਾਬੀ ਪ੍ਰੋਗਰਾਮ ਲੈ ਕੇ ਆਉਂਦੀ ਹੈ ਤੇ ਕਾਫੀ ਸਮਾਂ ਤੱਕ ਉਹ ਇਨਕਲਾਬੀ ਪ੍ਰੋਗਰਾਮ ਦੇ ਉੱਤੇ ਪਹਿਰਾ ਵੀ ਦਿੰਦੀ ਹੈ। ਇਸੇ ਕਰਕੇ ਸੀਪੀਆਈ ਨਾਲੋਂ ਵੱਡੀ ਪਾਰਟੀ ਬਣ ਜਾਂਦੀ ਹੈ ਸੀਪੀਐਮ। ਬਾਅਦ ਵਿੱਚ ਜਿਸ ਤਰ੍ਹਾਂ ਦੇ ਵਿਗਾੜ ਆਏ ਉਹ ਬਿਲਕੁਲ ਸੀਪੀਆਈ ਵਾਲੇ ਆਏ ਤੇ ਲਗਭਗ ਸੀਪੀਆਈ ਤੇ ਸੀਪੀਐਮ ਦੇ ਵਿੱਚ ਫਰਕ ਹੀ ਨਹੀਂ ਰਿਹਾ। ਹੁਣ ਤਾਂ ਬਿਲਕੁਲ ਕੋਈ ਫਰਕ ਨਹੀਂ ਹੈ। ਮਤਲਬ ਤੁਸੀਂ ਦੇਸ਼ ਦੇ ਵਿੱਚ ਬਿਨਾਂ ਆਪਣੀ ਤਾਕਤ ਦੇ ਹੁੰਦਿਆਂ ਪ੍ਰਧਾਨ ਮੰਤਰੀ ਬਣਾਉਣ ਤੁਰ ਪਏ ਆਪਣਾ। ਜੇ ਨਹੀਂ ਬਣ ਦਿੱਤਾ ਗਿਆ ਤੇ ਚਲੋ ਉਸ ਤੋਂ ਬਾਅਦ ਪਾਰਟੀ ਜਿਹੜੀ ਆ ਉਹਨੂੰ ਕਿੱਦਾਂ ਪੰਜਾਬ ਦੇ ਖਾਸ ਤੌਰ ਦੇ ਉੱਤੇ ਉਹਨੂੰ ਤੋੜ ਦਿੱਤਾ ਗਿਆ ਪਾਰਟੀ ਨੂੰ। ਤੇ ਸੀਪੀਆਈ ਨੇ ਤਾਂ ਆਪਣਾ ਗ੍ਰਹਿ ਮੰਤਰੀ ਵੀ ਬਣਾ ਲਿਆ ਸੀ। ਆਪਣੇ ਇੰਦਰਜੀਤ ਗੁਪਤਾ ਭਾਰਤ ਦੇ ਗ੍ਰਹਿ ਮੰਤਰੀ ਰਹੇ ਆ, ਜਦਕਿ ਸੀਪੀਆਈ ਦੇ ਕੋਲ ਐਡੀ ਵੱਡੀ ਤਾਕਤ ਨਹੀਂ ਸੀ। ਉਹਦੇ ਬਾਵਜੂਦ ਵੀ ਤੁਸੀਂ ਸਰਕਾਰ ਦੇ ਵਿੱਚ ਸ਼ਾਮਲ ਹੋ ਗਏ ਤੇ ਸੀਪੀਐਮ ਨੇ ਸੋਮਨਾਥ ਚੈਟਰਜੀ ਨੂੰ ਆਪਣਾ ਸਪੀਕਰ ਬਣਾ ਲਿਆ, ਮਤਲਬ ਲੋਕ ਸਭਾ ਦਾ ਸਪੀਕਰ ਬਣਾ ਲਿਆ। ਉਹੀ ਸੋਮਨਾਥ ਚੈਟਰਜੀ ਮੁੜ ਕੇ ਸੀਪੀਐਮ ਦੇ ਵਿੱਚ ਰਹੇ ਵੀ ਨਹੀਂ। ਸੋ ਇਹ ਜਿਹੜੀ ਆ ਇੱਕ ਕਿਸਮ ਦੀ ਥਿੜਕ ਜਿਹੜੀ ਇੱਕ ਪੈਦਾ ਹੋਈ, ਜਿਹਦੀ ਅਗਵਾਈ ਘੱਟੋ ਘੱਟ ਭਾਰਤ ਦੇ ਵਿੱਚ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਕੀਤੀ ਹੈ। ਸੀਪੀਆਈ ਤੋਂ ਬਾਅਦ ਸੀਪੀਐਮ ਨੂੰ ਵੀ ਉਸ ਰਸਤੇ ਤੇ ਤੋੜਨ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਰਿਹਾ। ਇਹ ਗੱਲਾਂ ਨਾਲ ਪ੍ਰੋਫੈਸਰ ਜਗੀਰ ਕਾਹਲੋਂ ਸਹਿਮਤ ਨਹੀਂ ਹੋਣਗੇ। ਮੇਰੇ ਉਹ ਵੱਡੇ ਨੇ ਤੇ ਮੈਂ ਉਹਨਾਂ ਦਾ ਬੜਾ ਕਦਰ ਕਰਦਾ, ਇੱਜ਼ਤ ਕਰਦਾ, ਪਰ ਇਹਨਾਂ ਮਾਮਲਿਆਂ ਨੂੰ ਮੇਰੇ ਨਾਲ ਸਹਿਮਤ ਨਹੀਂ ਹੋਣਗੇ। ਪਰ ਇਹ ਰਿਐਲਿਟੀ ਹੈ। ਜਦੋਂ ਤੁਸੀਂ ਸਤਾ ਨਾਲ ਭਾਈਵਾਲੀ ਕਰਦੇ ਹੋ ਤੇ ਫਿਰ ਇਸ ਤਰ੍ਹਾਂ ਦੇ ਮਾਹੌਲ ਬਣ ਜਾਂਦੇ ਆ। ਪੰਜਾਬ ਦੇ ਵਿੱਚ ਵੀ ਉਹੀ ਕੁਝ ਹੋਇਆ। ਪੰਜਾਬ ਦੇ ਵਿੱਚ ਜਿਹੜੀਆਂ ਥਿੜਕਣਾ ਆ ਕਮਿਊਨਿਸਟ ਹਲਕਿਆਂ ਦੀਆਂ, ਉਹਨਾਂ ਨੇ ਕਿਸੇ ਜੋਗਾ ਨਹੀਂ ਰਹਿਣ ਦਿੱਤਾ ਪੰਜਾਬ ਦੀ ਕਮਿਊਨਿਸਟ ਮੂਵਮੈਂਟ ਨੂੰ। ਅੱਜ ਨਕਸਲੀ ਮੂਵਮੈਂਟ ਜਿਹੜੀ ਆ 36 ਖਾਨਿਆਂ 'ਚ ਵੰਡੀ ਹੋਈ ਹੈ ਤੇ ਜਿਹੜੀ ਰਵਾਇਤੀ ਕਮਿਊਨਿਸਟ ਪਾਰਟੀਆਂ ਦੀ ਜਿਹੜੀ ਪੋਲਿਟਿਕਸ ਹੈ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਕਿੰਨੇ ਥਾਵਾਂ ਤੇ ਉਹ ਵੰਡੀ ਹੋਈ ਹੈ। ਤੇ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟਦਾ ਚਲਾ ਗਿਆ ਵੀ ਇਹ ਤਾਂ ਖੁਦ ਇੱਕ ਨਹੀਂ ਹੈਗੇ। ਇਹ ਜੋ ਕਹਿੰਦੇ ਆ ਬੜੀਆਂ ਚੰਗੀਆਂ ਗੱਲਾਂ ਕਹਿੰਦੇ ਆ, ਪਰ ਇੰਪਲੀਮੈਂਟ ਉਸ ਢੰਗ ਨਾਲ ਕਰਦੇ ਨਹੀਂ ਹੈਗੇ। ਇਸ ਕਰਕੇ ਪੰਜਾਬੀਆਂ ਦਾ ਵੀ ਜਿਹੜਾ ਬਹੁਤ ਵੱਡਾ ਵਿਸ਼ਵਾਸ ਕਿਸੇ ਵੇਲੇ ਬਣਿਆ ਸੀ ਕਮਿਊਨਿਸਟਾਂ ਦੇ ਉੱਤੇ, ਉਹ ਵਿਸ਼ਵਾਸ ਤਿੜਕਦਾ ਚਲਾ ਗਿਆ ਜੀ। ਦਸਾਂਝ ਸਾਹਿਬ, ਅੱਜ ਆਪਾਂ ਖਬਰਾਂ ਤੋਂ ਹਟ ਕੇ ਇਸ ਟੌਪਿਕ ਨੂੰ ਸ਼ੋਅ ਲਿਆ ਔਰ ਬੜਾ ਇੰਟਰਸਟਿੰਗ ਟੌਪਿਕ ਹੈ। ਬੜੇ ਸਵਾਲ ਨੇ ਮਨਾਂ 'ਚ ਉੱਠਦੇ, ਸੋ ਵਧੀਆ ਲੱਗਿਆ ਵੀ ਚਲੋ ਇੱਥੇ ਆਪਾਂ ਗੱਲ ਕਰ ਰਹੇ ਹਾਂ। ਹਾਲਾਂ ਤੁਹਾਡਾ ਨਜ਼ਰੀਆ ਹੋ ਸਕਦਾ ਹੈ ਕਿ ਤੁਹਾਡੇ ਆਪਣੇ ਕਮਿਊਨਿਸਟ ਜਿਹੜੇ ਗਰੁੱਪ ਨਾਲ ਤੁਸੀਂ ਖੜਦੇ ਹੋ ਉਹਦੇ ਨਾਲ ਹੋਣ ਕਰਕੇ ਦੂਜਿਆਂ ਨਾਲ ਰਾਏ ਨਾ ਰਲਦੀ ਹੋਵੇ। ਜਗੀਰ ਸਿੰਘ ਹੋਰਾਂ ਦਾ ਆਪਣਾ ਹੋ ਸਕਦਾ, ਪਰ ਇੱਕ ਕਾਮਨ ਮਾਈਂਡ ਦੇ ਤੌਰ 'ਤੇ ਜਿਹੜੀ ਗੱਲ ਤੁਸੀਂ ਕੀਤੀ, ਮੇਰਾ ਸਵਾਲ ਅਗਲਾ ਇਹੋ ਹੀ ਸੀਗਾ ਕਿ ਜੇ ਕਮਿਊਨਿਸਟ ਵਿਚਾਰਧਾਰਾ ਜਿਹੜੀ ਆ ਉਹ ਇੰਨੀ ਪਰਪੱਕ ਹੈ ਤੇ ਉਹ ਸਮਾਜ ਦੀ ਬਿਹਤਰੀ ਲਈ ਬਹੁਤ ਵਧੀਆ ਹੈਗੀ ਆ, ਤੇ ਇਹ ਫਿਰ ਜਿਹੜੀ ਕਹਾਣੀ ਬਣ ਜਾਂਦੀ ਆ। ਆਮ ਤੌਰ 'ਤੇ ਕਿਹਾ ਜਾਂਦਾ, ਖਾਸ ਕਰਕੇ ਨਕਸਲੀ ਗਰੁੱਪਾਂ ਵਾਸਤੇ ਇਹ ਗੱਲ ਬੜੀ ਮਸ਼ਹੂਰ ਹੁੰਦੀ ਸੀ, ਜਿਵੇਂ ਕਹਿੰਦੇ ਆ ਕਿ ਜਿਹੜੇ ਬਿਹਾਰ ਯੂਪੀ ਤੋਂ ਆਉਣ ਵਾਲੀ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਬਾਰੇ ਕਹਿੰਦੇ ਹੁੰਦੇ ਆ ਕਿ ਉਹ ਜਿੱਥੇ 10 ਭਈਏ ਇਕੱਠੇ ਹੋਣ ਤੇ ਚੁੱਲ੍ਹੇ 12 ਬਾਲ ਲੈਂਦੇ ਆ। ਇਸੇ ਤਰ੍ਹਾਂ ਦਾ ਹੀ ਵਿਹਾਰ ਕਮਿਊਨਿਸਟਾਂ ਨੇ ਕਿਤੇ ਨਾ ਕਿਤੇ ਕੀਤਾ ਪੰਜਾਬ ਵਿੱਚ ਵੀ। ਕਦੀ ਇਹ ਚਾਰੂ ਮਜ਼ੂਮਦਾਰ ਦੀ ਲਾਈਨ ਆ ਜੀ, ਇਹ ਕਦੀ ਦੂਜੇ ਦੀ ਲਾਈਨ ਆ, ਤੇ ਇਹੋ ਕੁਝ ਹੀ ਰਵਾਇਤੀ ਪਾਰਟੀਆਂ ਕਰਦੀਆਂ ਰਹੀਆਂ। ਕੀ ਕੋਈ ਮਾਰਕਸਵਾਦੀਆਂ ਦੀ ਸੱਚਮੁੱਚ ਇਹੋ ਜਿਹੀਆਂ ਕੋਈ ਲਾਈਨਾਂ ਵੀ ਹੁੰਦੀਆਂ ਨੇ ਕਿ ਲਾਈਨਾਂ ਇੱਕ ਲੀਡਰ ਦੇ ਨਾਲ ਤਬਦੀਲ ਹੋ ਜਾਂਦੀਆਂ ਨੇ? ਕਿਉਂਕਿ ਆਪਾਂ, ਮੇਰੇ ਖਿਆਲ ਆਪਾਂ ਗਿਣਤੀ ਵੀ ਨਹੀਂ ਕਰ ਸਕਦੇ ਜਿੰਨੇ ਕੁ ਗਰੁੱਪ ਨਕਸਲਾਈਟ ਗਰੁੱਪ ਨੇ। ਕੋਈ ਨਾਗਾ ਰੈਡੀ ਆ, ਕੋਈ ਪੂਲਾ ਰੈਡੀ ਆ,
ਕੋਈ ਚਾਰੂ ਮਜ਼ੂਮਦਾਰ ਦਾ, ਪਤਾ ਨਹੀਂ ਕੌਣ ਕੌਣ ਨੇ, ਕੋਈ ਮਾਓਵਾਦੀ ਆ, ਕੋਈ ਕਿਸੇ ਤਰ੍ਹਾਂ ਦਾ। ਤੇ ਮਾਰਕਸਵਾਦ ਕਿੱਥੇ ਗਿਆ ਸਾਰਿਆਂ ਦੇ ਵਿੱਚ? ਇਹੋ ਕੁਝ ਰਵਾਇਤੀ ਕਮਿਊਨਿਸਟਾਂ ਦਾ ਹਾਲ ਹੈ। ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਸਾਡਾ ਸਭ ਤੋਂ ਵੱਡਾ ਦੁਖਾਂਤ ਇਹ ਆ, ਖਾਸ ਤੌਰ ਦੇ ਉੱਤੇ ਮਤਲਬ ਜਿਹੜੀ CPI ਜਾਂ CPIM ਜਾਂ ਉਸ ਤੋਂ ਬਾਅਦ ਜਿਹੜੀਆਂ ਕੁਝ ਗਰੁੱਪ ਉਹਦੇ ਚੋਂ ਨਿਕਲੇ ਆ, ਉਹਨਾਂ ਦਾ ਤਾਂ ਫਿਰ ਵੀ 2 4 5 7 ਗਰੁੱਪ ਹੋ ਸਕਦੇ ਆ। ਪਰ ਜਿਹੜੀ ਨਕਸਲਾਈਟ ਮੂਵਮੈਂਟ ਦਾ ਜੋ ਜਿਸ ਕਿਸਮ ਦਾ ਜਿਹੜਾ ਕਹਿ ਲਓ ਵੀ ਸੂਰਤ ਹਾਲ ਇਸ ਵੇਲੇ ਹੈਗੀ ਆ, ਉਹ ਸੱਚਮੁੱਚ ਤਕਲੀਫ ਦੇ ਹੈ। ਮਤਲਬ ਤੁਸੀਂ ਅੰਦਾਜ਼ਾ ਕਰ ਲਓ ਇਹ ਪੰਜਾਬ 'ਚ ਵਾਪਰਿਆ। ਮਤਲਬ ਏਦਾਂ ਹੋ ਸਕਦਾ ਕਦੀ ਵੀ ਪਰਚਿਆਂ ਦੇ ਨਾਂ ਤੇ ਕਮਿਊਨਿਸਟ ਗਰੁੱਪ ਹੋਣ ਵੀ ਇਹ ਸੁਰਖ ਰੇਖਾ ਦਾ ਗਰੁੱਪ ਹੈ ਜੀ, ਇਹ ਪੈਗਾਮ ਗਰੁੱਪ ਹੈ ਜੀ। ਕਮਿਊਨਿਸਟ ਪਾਰਟੀਆਂ ਕਦੇ ਏਦਾਂ ਉਸਰਿਆ ਕਰਦੀਆਂ? ਮਤਲਬ ਆਪਣੇ ਆਪ ਦੇ ਵਿੱਚ ਹੀ ਬੜਾ ਦੁਖਦਾਇਕ ਹੈ ਕਿ ਇੱਕ ਵਿਅਕਤੀ ਜਿਹੜਾ ਇੱਥੇ ਪਾਰਟੀ ਬਣ ਜਾਂਦਾ ਰਿਹਾ ਵੀ ਆਹ ਫਲਾਣੇ ਦਾ ਗਰੁੱਪ ਹੈ ਜੀ, ਤੇ ਇੱਕ ਵਿਅਕਤੀ, ਇਹਦਾ ਮਤਲਬ ਹੈ ਕਿ ਈਗੋ ਨਹੀਂ ਸਗੋਂ ਸੁਪਰ ਈਗੋ ਆ। ਇਹ ਭਰਮ ਹੈ ਆਪਣੇ ਆਪ ਦੇ ਵਿੱਚ ਵੀ ਮੈਂ ਹੀ ਸਭ ਤੋਂ ਵੱਧ ਸੱਚਾ, ਵੀ ਮੈਂ ਹੀ ਸੱਚਾ ਹੈ, ਮੈਨੂੰ ਪਤਾ ਮਾਰਕਸਵਾਦ ਕੀ ਆ, ਬਾਕੀਆਂ ਨੂੰ ਕੁਝ ਨਹੀਂ ਪਤਾ। ਮਤਲਬ ਇੱਕ ਇੱਕ ਵਿਅਕਤੀ ਦੇ ਨਾਂ ਦੇ ਉੱਤੇ ਜਿਹੜੇ ਕਹਿ ਲਓ ਵੀ ਗਰੁੱਪ ਰਹੇ ਨੇ ਪੰਜਾਬ ਦੇ ਵਿੱਚ, ਹਾਲੇ ਵੀ ਉਹ ਕੰਮ ਕਰ ਰਹੇ ਆ। ਸੋ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਵਿਚਾਰਧਾਰਾ ਦੇ ਨਾਲ ਵੀ ਕਿਤੇ ਨਾ ਕਿਤੇ ਬੇਇਨਸਾਫੀ ਹੈ। ਤੁਸੀਂ ਇੱਕ ਜੀ ਜਸਾਨ ਸਾਹਿਬ, ਆਪਾਂ ਖਬਰਾਂ ਦਾ ਤੇ ਅੱਜ ਗੱਲ ਕੀਤੀ ਨਹੀਂ ਕੋਈ ਖਾਸ, ਤੇ ਮੈਂ ਆਖਰੀ ਸਵਾਲ ਕਰਕੇ ਤੁਹਾਡੇ ਕੋਲ ਫਿਰ ਇਜਾਜ਼ਤ ਲੈ ਲੈਣਾ। ਕੋਈ ਨਹੀਂ, ਅੱਜ ਇਸੇ ਟੌਪਿਕ ਤੇ ਹੀ ਗੱਲ ਚੱਲਣ ਦਿਓ ਕਿ ਧਰਤੀ ਤੇ ਧਰਾਤਲ ਤੇ ਮਤਲਬ ਲੋਕਾਂ ਦੇ ਵਿੱਚ ਤੇ ਕਿਤੇ ਕਿਤੇ ਕਮਿਊਨਿਸਟ ਗਰੁੱਪਾਂ ਦੀ ਹੋਂਦ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਕਿਸਾਨ ਮੂਵਮੈਂਟ ਦੇ ਵਿੱਚ ਵੀ ਕਾਫੀ ਸਾਰੇ ਧੜੇ ਨੇ, ਜਿਹੜੇ ਭਾਰੂ ਧੜੇ ਮੈਂ ਕਹਾਂ, ਜਿਹੜੇ ਲੈਫਟ ਨੂੰ ਲੈ ਕੇ ਚੱਲੇ ਨੇ। ਤੇ ਕਈ ਵਾਰ ਬੜੀਆਂ ਸੋਹਣੀਆਂ ਤਸਵੀਰਾਂ ਵੀ ਆਉਂਦੀਆਂ ਨੇ, ਨਿਹੰਗ ਸਿੰਘ ਸੱਜੇ ਹੋਏ ਨੇ, ਗਾਤਰੇ ਪਾਏ ਨੇ, ਪੂਰੇ ਨੀਲੇ ਬਸਤਰ ਪਹਿਨੇ ਹੋਏ ਨੇ ਉਹਨਾਂ ਨੇ, ਨਿਹੰਗਾਂ ਵਾਲੇ, ਤੇ ਝੰਡਾ ਉਹਨਾਂ ਦੇ ਹੱਥ 'ਚ ਕਮਿਊਨਿਸਟ ਪਾਰਟੀ ਦਾ ਹੁੰਦਾ ਆ। ਤੇ ਉਹ ਤੋਂ ਲੱਗਦਾ ਹੈ ਕਿ ਧਰਮ ਤੋਂ ਹਟ ਕੇ ਇੱਕ ਵੱਖਰੀ ਚੀਜ਼ ਦੇਣ ਵਾਲੀ ਪਾਰਟੀਆਂ ਜ਼ਰੂਰ ਗਰੁੱਪ ਹੈਗੇ ਨੇ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀ ਗਰਾਊਂਡ ਦੇ ਉੱਤੇ ਕਿਤੇ ਨਾ ਕਿਤੇ ਐਗਜ਼ਿਸਟੈਂਸ ਹੈ, ਜੇ ਲੋਕਾਂ ਦੇ ਮਨਾਂ 'ਚ ਹੈ ਆ, ਉਹਨੂੰ ਕਿਸੇ ਤਰ੍ਹਾਂ ਉਭਾਰ ਕੇ ਜਿਹੜੀ ਰਵਾਇਤੀ ਰਾਜਨੀਤੀ ਆ, ਉਹ ਹੁਣ ਉਹਦੇ ਵਿੱਚ ਵੀ ਕਈ ਵਿਚਾਰਧਾਰਕ ਫਰਕ ਨੇ ਕਿ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ। 22 ਦੀ ਇਲੈਕਸ਼ਨ ਤੱਕ ਕਿਤੇ ਨਾ ਕਿਤੇ ਕੋਈ ਅਸੈਂਬਲੀ ਵਿੱਚ ਕਮਿਊਨਿਸਟਾਂ ਦੀ ਹੋਂਦ ਨਜ਼ਰ ਆਊਗੀ? ਕਿਤੇ ਤੁਹਾਨੂੰ ਨਜ਼ਰ ਆਉਂਦਾ ਕਿਸੇ ਇੱਕ ਗਰੁੱਪ ਦੀ, ਜਾਂ ਕੋਈ ਇੱਕ ਦੋ ਕੰਸਟੀਚੁਐਂਸੀ ਇਹੋ ਜਿਹੀ ਆਪਾਂ ਪੰਜਾਬ 'ਚ 117 ਚੋਂ ਗਿਣਾ ਸਕਦੇ ਹਾਂ ਜਿੱਥੇ ਕਿਤੇ ਕਮਿਊਨਿਸਟ ਆਪਣੇ ਬਲਬੂਤੇ ਜਾਂ ਸਾਰੇ ਕਮਿਊਨਿਸਟ ਮਿਲ ਕੇ, ਜਾਂ ਘੱਟੋ ਘੱਟ ਆਪਣੇ ਨਾਲ ਮਿਲਦੀ ਜੁਲਦੀ ਜਿਹੜੀ ਸਾਂਝ ਰੱਖਣ ਵਾਲੇ ਲੋਕ, ਉਹਨਾਂ ਨਾਲ ਮਿਲ ਕੇ ਆਪਣਾ ਨੁਮਾਇੰਦਾ ਅਸੈਂਬਲੀ 'ਚ ਭੇਜਣ ਦੇ ਸਮਰੱਥ ਹੋ ਸਕਦੇ ਨੇ? ਇੱਕ ਗੱਲ ਤਾਂ ਜ਼ਰੂਰ ਹੈ ਕਿ ਕਿਸਾਨ ਅੰਦੋਲਨ ਨੇ ਇੱਕ ਉਮੀਦ ਪੈਦਾ ਕੀਤੀ ਹੈ। ਇਹ ਜਿਹੜੀਆਂ ਜਥੇਬੰਦੀਆਂ 32 ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ, ਜਿਹਦੇ 32 ਦੇ ਵਿੱਚ 2-3 ਜਥੇਬੰਦੀਆਂ ਹਾਲੇ ਵੀ ਕਈ ਵਾਰੀ ਇੱਕ ਵੱਖਰਾ ਸਟੈਂਡ ਲੈ ਲੈਂਦੀਆਂ, ਤੇ ਕਈ ਵਾਰੀ ਇੱਕ ਜਥੇਬੰਦੀ ਦੇ ਲੀਡਰ ਨੂੰ ਦੂਜੀ ਵਾਰੀ ਸਸਪੈਂਡ ਹੁਣ ਕੀਤਾ ਉਹਨਾਂ ਨੇ 32 ਦੇ ਵਿੱਚੋਂ। ਪਰ ਉਹਦੇ ਬਾਵਜੂਦ ਜੇ ਆਪਾਂ 29 ਵੀ ਲਾ ਲਈਏ ਤਾਂ ਇਹ ਪਹਿਲੀ ਵਾਰ ਹੋਇਆ ਕਿ 29 ਕਿਸਾਨ ਜਥੇਬੰਦੀਆਂ ਜਿਹੜੀਆਂ ਆ, ਉਹਨਾਂ ਨੇ ਇੱਕ ਕਾਮਨ ਪ੍ਰੋਗਰਾਮ ਦੇ ਉੱਤੇ ਸਹਿਮਤੀ ਜਤਾ ਕੇ ਪਿਛਲੇ 6 ਮਹੀਨੇ ਦੇ ਉੱਤੋਂ ਆਪਣੀ ਜਿਹੜੀ ਹੈ ਸਾਂਝ, ਉਹਨੂੰ ਬਹੁਤ ਸਾਬਤ ਕਦਮੀ ਜਿਹੜਾ ਆ ਉਸ ਇੱਕ ਕਿਸਮ ਦਾ ਪ੍ਰਮਾਣ ਦੇ ਤੌਰ ਤੇ ਪੇਸ਼ ਕੀਤਾ ਹੈ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਪੰਜਾਬ ਦੇ ਵਿੱਚ 4-5 ਕਮਿਊਨਿਸਟਾਂ ਦੇ ਗਰੁੱਪ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਵੀ ਇਕੱਠੇ ਹੁੰਦੇ ਰਹੇ ਆ, ਤੇ 4-5 ਇਕੱਠੇ ਹੁੰਦੇ ਆ। ਉਹ 'ਚ CPI ਆ ਜਾਂਦੀ ਹੈ, CPIM ਆ ਜਾਂਦੀ ਹੈ, ਕਈ ਵਾਰੀ CPM ਬਾਹਰ ਹੁੰਦੀ ਹੈ, ਤੇ ਨਾਲ RMPI ਆ ਜਾਂਦੀ ਹੈ, ਤੇ ਇੱਕ ਦੋ ਹੋਰ ਆ ਕੇ ਨਿਊ ਡੈਮੋਕ੍ਰੇਸੀ ਜਿਹੜੀ ਆ ਦਰਸ਼ਨ ਖਟਕੜ ਹੋਣ ਵਾਲੀ, ਉਹ ਆ ਜਾਂਦੀ ਹੈ। 4 ਗਰੁੱਪ ਜਿਹੜੇ ਕਮਿਊਨਿਸਟ ਪਾਰਟੀਆਂ ਦੇ ਜਿਹੜੇ ਆ ਇਕੱਠੇ ਹੁੰਦੇ ਰਹੇ ਆ ਇਲੈਕਸ਼ਨ ਦੇ ਵਿੱਚ ਵੀ। ਪਰ ਕਿਸਾਨਾਂ ਦੀਆਂ ਜਥੇਬੰਦੀਆਂ 8 ਇਕੱਠੀਆਂ ਹੁੰਦੀਆਂ ਰਹੀਆਂ। 8 ਜਥੇਬੰਦੀਆਂ ਅਕਸਰ ਪੰਜਾਬ ਦੇ ਵਿੱਚ ਸਾਂਝੀ ਸਟਰਗਲ ਕਰਦੀਆਂ ਰਹੀਆਂ। ਇਹ ਜਿਹੜਾ ਦਿੱਲੀ ਬਾਰਡਰ ਤੇ ਜਾਣ ਤੋਂ ਪਹਿਲਾਂ ਦੀ ਗੱਲ ਹੈ। ਫਿਰ 8 ਤੋਂ 12 ਹੋਈਆਂ, ਜਦੋਂ ਦਿੱਲੀ ਵੱਲ ਜਾਣਾ ਸੀ ਇਹਨਾਂ ਨੇ, 12 ਤੋਂ 32 ਹੋ ਗਈਆਂ। ਇਹ ਇੱਕ ਉਮੀਦ ਪੈਦਾ ਕਰਦੀਆਂ ਵੀ ਜੇ ਤੁਸੀਂ ਇੱਥੇ ਇੱਕ ਕਾਮਨ ਪ੍ਰੋਗਰਾਮ ਤੇ ਆ ਸਕਦੇ ਆ, ਤਾਂ ਫਿਰ ਤੁਸੀਂ ਇਲੈਕਸ਼ਨ ਦੇ ਵਿੱਚ ਵੀ, ਚਾਹੇ ਉਹ 2022 ਦੀ ਹੈ, ਬਹੁਤ ਅਰਲੀ ਹੈ, ਉਸ ਤੋਂ ਅੱਗੇ ਵੀ ਹੋ ਸਕਦਾ ਜਾ ਕੇ, ਵੀ ਤੁਸੀਂ ਜਨਤਕ ਸੰਘਰਸ਼ ਸਾਂਝੇ ਤੌਰ ਦੇ ਉੱਤੇ ਪਹਿਲਾਂ ਵੇਢ ਲਓ। ਕਿਉਂਕਿ ਪਬਲਿਕ ਸਟਰਗਲ ਜਿਹੜੇ ਜ਼ਿਆਦਾ ਇੰਪੋਰਟੈਂਟ ਹੈ। ਮੈਂ ਇਲੈਕਸ਼ਨ ਨਾਲੋਂ ਜ਼ਿਆਦਾ ਪਬਲਿਕ ਸਟਰਗਲ ਨੂੰ ਜ਼ਿਆਦਾ ਤਰਜੀਹ ਦਿੰਦਾ। ਇਲੈਕਸ਼ਨ 'ਚ ਤੁਸੀਂ 2022 'ਚ ਜਾਓ ਨਾ ਜਾਓ 5 ਸਾਲ ਬਾਅਦ ਚੱਲ ਜਾਓ, ਪਰ ਥੱਲੇ ਤੁਹਾਡੀ ਇੱਕ ਸਾਂਝ ਜਿਹੜੀ ਹੈ, ਪਬਲਿਕ ਸਟਰਗਲ ਜਿਹੜੇ ਆ ਉਹਨਾਂ 'ਚ ਬਣਨੀ ਜ਼ਰੂਰੀ ਹੈ ਪਹਿਲਾਂ ਕਮਿਊਨਿਸਟ ਪਾਰਟੀਆਂ ਦੀ।
ਜਥੇਬੰਦੀਆਂ ਦੀ ਆਪਣੀ ਥਾਂ ਦੇ ਉੱਤੇ ਹੈ, ਪਰ ਕਮਿਊਨਿਸਟ ਪਾਰਟੀਆਂ ਦੀ ਪਬਲਿਕ ਸਟਰਗਲ ਦੇ ਨਾਂ ਦੇ ਉੱਤੇ ਇੱਕ ਸਾਂਝ ਜੇ ਬਣ ਜਾਵੇ, ਤਾਲਮੇਲ ਬਣ ਜਾਵੇ, ਜਿੰਨੇ ਵੀ ਕਮਿਊਨਿਸਟ ਗਰੁੱਪ ਹੈ, ਇੱਕ ਦੋ ਗਰੁੱਪ ਹੈ ਜਿਹੜੇ ਇਲੈਕਸ਼ਨ 'ਚ ਨਹੀਂ ਜਾਣਾ ਚਾਹੁੰਦੇ, ਬਾਕੀ ਸਾਰੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਯਕੀਨ ਕਰਦੇ ਆ, ਉਹ ਇਲੈਕਸ਼ਨ 'ਚ ਵੀ ਜਾਂਦੇ ਆ। ਉਹ ਗਰੁੱਪ ਜੇ ਇਕੱਠੇ ਹੋਣ ਤੇ ਹਮਖਿਆਲ ਜਿਹੜੀਆਂ ਕੁਝ ਹੋਰ ਧਿਰਾਂ ਨੇ ਉਹਨਾਂ ਨੂੰ ਨਾਲ ਲੈਣ ਤੇ ਇੱਕ ਜਨਤਕ ਸੰਘਰਸ਼ ਦੇ ਵਿੱਚ ਪੈਣ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਕਿਸਾਨ ਅੰਦੋਲਨ ਤੋਂ ਬਾਅਦ ਜਿਸ ਤਰ੍ਹਾਂ ਦੇ ਸੰਘਰਸ਼ ਚੱਲਣੇ ਆ, ਤਾਂ ਸ਼ਾਇਦ ਇੱਕ 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 ਜ਼ਮੀਨ ਬਣ ਸਕਦੀ ਹੈ। ਤੇ ਉਹ ਜ਼ਮੀਨ ਜਿਹੜੀ ਹੈ ਆਉਣ ਵਾਲੇ 50 ਸਾਲਾਂ ਦੇ ਵਿੱਚ ਜਿਹੜੀ ਹੈ ਉਹ ਸ਼ਾਇਦ ਕੋਈ ਫਸਲ ਦੇ ਸਕਦੀ ਹੈ। 2022 ਦੇ ਵਿੱਚ ਇਦਾਂ ਦੀ ਕੋਈ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਦਸਾਂਝ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਜੇ ਸਾਰੇ ਗਰੁੱਪ ਮਿਲ ਕੇ ਪੰਜਾਬ ਦੇ ਮਸਲਿਆਂ ਲਈ ਸੰਘਰਸ਼ ਕਰਨ, ਪਰ ਜਿਹੜਾ ਕਮਿਊਨਿਸਟ ਪਾਰਟੀਆਂ ਦਾ ਵੀ ਮੁੱਖ ਏਜੰਡਾ ਹੈ ਉਹ ਰਾਸ਼ਟਰਵਾਦ ਦੇ ਆਲੇ ਦੁਆਲੇ ਰਹਿੰਦਾ ਆ, ਉਹ ਖੇਤਰੀ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਨਹੀਂ ਵੇਖਦੇ, ਉਹ ਤੇ ਸਾਰੇ ਵਿਸ਼ਵ ਨੂੰ ਵੈਸੇ ਵੇਖਦੇ ਆ ਕਿ ਸਾਡਾ ਕੋਈ ਦੇਸ਼ ਦਾ ਵੀ ਹੱਦਬੰਦੀਆਂ ਤੋਂ ਅਸੀਂ ਬਾਹਰ ਦੀ ਗੱਲ ਕਰਦੇ ਹਾਂ। ਤੇ ਕੀ ਉਹਨਾਂ ਦੀ ਇਹ ਪਾਲਿਸੀ ਉਹਨਾਂ ਨੂੰ ਇਜਾਜ਼ਤ ਦੇਵੇਗੀ ਕਿ ਇੱਕ ਰੀਜਨ ਦੇ ਵਿੱਚ ਉੱਥੋਂ ਦੇ ਮੁੱਦਿਆਂ ਨੂੰ ਉਸ ਤਰ੍ਹਾਂ ਉਭਾਰ ਲੈਣ ਜਿਸ ਤਰ੍ਹਾਂ ਦੂਜੀਆਂ ਰਵਾਇਤੀ ਪਾਰਟੀਆਂ ਕਦੀ ਪੰਥ ਦੇ ਨਾਂ ਤੇ, ਧਰਮ ਦੇ ਨਾਂ ਤੇ ਆ ਕੇ ਕੁਝ ਨਾ ਕੁਝ ਆਪਣਾ ਵੋਟ ਬੈਂਕ ਬਣਾ ਲੈਂਦੀਆਂ ਨੇ? ਕੀ ਕਮਿਊਨਿਸਟ ਪਾਰਟੀਆਂ ਕੋਲ ਕਿ ਇਸ ਤਰ੍ਹਾਂ ਦਾ ਏਜੰਡਾ ਹੋ ਸਕਦਾ? ਜਿੱਦਾਂ ਪੰਜਾਬ ਦੀ ਮਿਸਾਲ ਲੈ ਲਈਏ ਕਿ ਜੇ ਪੰਜਾਬ ਦੇ ਜਿਹੜੇ ਭਾਰੂ ਮਸਲੇ ਨੇ, ਤੁਸੀਂ ਬੇਅਦਬੀ ਵਾਲਾ ਮਸਲਾ ਵੀ ਲਾਂਭੇ ਛੱਡ ਦਿਓ ਜੇ ਕਮਿਊਨਿਸਟਾਂ ਨੂੰ ਨਹੀਂ ਸੂਟ ਕਰਦਾ, ਹਾਲਾਂਕਿ ਉਹ ਵੀ ਉੱਥੋਂ ਹੀ ਉਸੇ ਹੀ ਧਰਤੀ ਦੇ ਜਾਏ ਨੇ, ਜੇ ਉਹ ਮਸਲਾ ਵੀ ਨਾ ਲਿਆ ਜਾਵੇ ਤੇ ਜਿਹੜੇ ਪੰਜਾਬ ਦੇ ਆਰਥਿਕ ਤੇ ਸਮਾਜਿਕ ਮਸਲੇ ਨੇ ਸਾਰੇ ਦੇ ਸਾਰੇ, ਉਹਨਾਂ ਨੂੰ ਲੈ ਕੇ ਕੋਈ ਜਦੋਜਹਿਦ ਕੀਤੀ ਜਾ ਸਕਦੀ ਆ? ਤੇ ਕੀ ਉਹ ਰਾਸ਼ਟਰਵਾਦ ਦਾ ਮਖੌਟਾ ਲਾ ਕੇ ਇੱਕ ਸਟੇਟ ਤੋਂ ਸ਼ੁਰੂ ਕੀਤਾ ਜਾ ਸਕਦਾ? ਜੇ ਕੇਰਲਾ ਵਾਲੇ ਆਪਣੀ ਸਟੇਟ ਦੇ ਹੱਦ ਬੰਨਿਆਂ 'ਚ ਰਹਿ ਕੇ ਇੱਕ ਰੀਜਨਲ ਤੌਰ ਤੇ, ਗਰੁੱਪ ਤੌਰ ਤੇ ਉਹਨੂੰ ਪਾਰਟੀ CPM ਨਹੀਂ ਕਹਾਂਗੇ, ਉਹ ਕੇਰਲਾ ਦੀ CPM ਹੋ ਸਕਦੀ ਆ। ਪੰਜਾਬ ਦੇ ਵਿੱਚ ਕੋਈ ਇਦਾਂ ਦੀ ਧਿਰ ਉਸਰਨ ਦੇ ਕਿਤੇ ਸੰਕੇਤ ਤੁਹਾਨੂੰ ਨਜ਼ਰ ਆਉਂਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਸੰਘਰਸ਼ ਹੋ ਜਾਵੇ ਜਿਹਦੇ ਵਿੱਚ ਪੰਜਾਬ ਦੇ ਮੁੱਦੇ ਹੋਣ ਤੇ ਉੱਤੇ ਰਾਸ਼ਟਰਵਾਦ ਵਾਲੀ ਜਿਹੜੀ ਗੱਲ ਉਹ ਭਾਰੂ ਨਾ ਪਵੇ, ਤੇ ਇੱਕ ਜਿਹੜੀ ਸਥਾਨਕ ਇਕਾਈ ਵਾਂਗੂ ਇੱਕ ਜਿਹੜੀ ਖੇਤਰੀ ਪਾਰਟੀ ਤੌਰ ਤੇ ਇੱਕ ਗਰੁੱਪ ਬਣ ਕੇ ਉੱਭਰੇ ਜਿਹੜਾ ਤਾਕਤਵਰ ਹੋਵੇ ਤੇ ਪੰਜਾਬ ਦੇ ਮਸਲਿਆਂ ਨੂੰ ਸਮਝੇ ਤੇ ਉਹ ਸੈਂਟਰ ਨੂੰ ਵੀ ਮਨਾਉਣ ਦੇ ਲਈ ਸਮਰੱਥ ਹੋਵੇ? ਇਦਾਂ ਦਾ ਕੋਈ ਗਰੁੱਪ ਨਹੀਂ ਫਾਰਮ ਹੋ ਸਕਦਾ ਕਿਤੇ? ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਦੇਸ਼ ਤੋਂ ਜਾਂ ਦੁਨੀਆ ਤੋਂ ਕਿਤੇ ਬੇਲਾਗ ਨਹੀਂ ਰਹਿ ਸਕਦੇ। ਇਹ ਕਹਿਣਾ ਵੀ ਹਾਂ ਜੇ ਮੁਲਕ ਦੇ ਜਿਹੜੇ ਮੁੱਦੇ ਆ, ਬਾਕੀ ਮੁੱਦਿਆਂ ਦੇ ਉੱਤੇ ਜੇ ਤੁਸੀਂ ਆਪਣੀ ਰਾਜਨੀਤੀ ਜਿਹੜੀ ਦੇ ਰਹੇ ਹੋ, ਪੋਲਿਟਿਕਸ ਦੇ ਰਹੇ ਹੋ, ਤੇ ਇਸ ਕਰਕੇ ਤੁਸੀਂ ਜੀ ਬਾਕੀ ਜਿਹੜੀਆਂ ਨੈਸ਼ਨਲ ਪਾਰਟੀ ਉਹਦੇ ਮੁਤਾਬਕ ਬਿਹੇਵ ਕਰ ਰਹੇ ਹੋ। ਪਰ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਕਮਿਊਨਿਸਟ ਪਾਰਟੀਆਂ ਨੇ ਸ਼ਾਇਦ ਪ੍ਰੈਕਟੀਕਲੀ ਕਮਿਊਨਿਸਟ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ। ਕਾਗਜ਼ਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ, ਕਾਗਜ਼ਾਂ ਦੇ ਵਿੱਚ ਕਾਂਗਰਸ ਕਰਦੀ ਹੋ ਸਕਦੀ ਹੈ, ਆਪਣੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਪਾਰਟੀ ਪ੍ਰੋਗਰਾਮ ਜਾਂ ਇਲੈਕਸ਼ਨ ਮੈਨੀਫੈਸਟੋਸ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਜਾਂ ਬਾਕੀ ਪਾਰਟੀਆਂ ਕਰਦੀਆਂ ਹੋ ਸਕਦੀਆਂ। ਪ੍ਰੈਕਟਿਸ ਦੇ ਵਿੱਚ ਕਮਿਊਨਿਸਟ ਪਾਰਟੀਆਂ ਨੇ ਹੀ, ਚਾਹੇ ਉਹ ਰਵਾਇਤੀ ਕਮਿਊਨਿਸਟ ਪਾਰਟੀਆਂ, ਚਾਹੇ ਉਹ ਜਿਹੜੇ ਨਕਸਲੀ ਗਰੁੱਪ ਹੈ, ਪ੍ਰੈਕਟਿਸ ਦੇ ਵਿੱਚ ਪੰਜਾਬ ਦੀ ਹਿੱਤ ਦੀ ਗੱਲ, ਪੰਜਾਬ ਦੀ ਲੜਾਈ ਦੀ ਗੱਲ, ਪੰਜਾਬ ਦੇ ਮਸਲਿਆਂ ਦੀ ਗੱਲ ਕਮਿਊਨਿਸਟ ਧਿਰਾਂ ਨੇ ਹੀ ਕੀਤੀ ਹੈ ਤੇ ਜਨਤਕ ਤੌਰ ਤੇ ਲੜਾਈ ਵੀ ਲੜੀ ਹੈ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਪਰ ਇਹ ਜ਼ਰੂਰ ਹੈ ਕਿ ਆਉਣ ਵਾਲਾ ਸਮਾਂ ਇਹ ਹੈ ਕਿ ਤੁਸੀਂ ਇੱਕ ਏਜੰਡਾ ਬਣਾ ਕੇ ਚੱਲੋ, ਜਿਹੜਾ ਏਜੰਡਾ ਜਿਹੜਾ ਤੁਹਾਡਾ ਪੰਜਾਬ ਦਾ ਏਜੰਡਾ ਹੋਵੇ। ਨੈਸ਼ਨਲ ਪੋਲਿਟਿਕਸ ਤੋਂ ਤੁਸੀਂ ਬੇਲਾਗ ਨਹੀਂ ਹੋ ਸਕਦੇ, ਇੰਟਰਨੈਸ਼ਨਲ ਜਿਹੜੀ ਪੋਲਿਟਿਕਸ ਹੈ ਉਹ ਤੋਂ ਵੀ ਬੇਲਾਗ ਨਹੀਂ ਹੋ ਸਕਦੇ। ਉੱਤੇ ਵੀ ਤੁਸੀਂ ਆਪਣੀ ਰਾਏ ਰੱਖਣੀ ਹੈ, ਲੜਾਈ ਦੇਣੀ ਹੈ, ਪਰ ਲਾਜ਼ਮੀ ਤੌਰ ਤੇ ਪੰਜਾਬ ਨੂੰ ਇੱਕ ਏਜੰਡਾ ਬਣਾ ਕੇ ਪੰਜਾਬ ਦੇ ਮਸਲਿਆਂ ਦੇ ਉੱਤੇ ਇੱਕ ਕਾਮਨ ਰਾਏ ਬਣਾ ਕੇ, ਜਿਹੜੇ ਸਾਰੇ ਧੜੇ ਹੈ, ਇੱਕ ਅੱਧੇ ਧੜੇ ਨੂੰ ਛੱਡ ਕੇ ਜਿਹੜੇ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਜੇ ਤੁਸੀਂ ਇਲੈਕਸ਼ਨ ਪੋਲਿਟਿਕਸ ਦੀ ਉਹ ਗੱਲ ਕਰਦੇ ਹੋ ਤਾਂ ਤੁਹਾਨੂੰ ਇੱਕ ਏਜੰਡਾ ਬਣਾ ਕੇ ਪੰਜਾਬ ਦਾ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੇ ਨਾਲ ਸਮਾਜਿਕ ਤੌਰ ਦੇ ਉੱਤੇ ਜਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉੱਥੇ ਲੜਾਈ ਹੋਵੇ, ਜਾਂ ਪੰਜਾਬ ਦੇ ਆਰਥਿਕ ਏਜੰਡੇ ਜਿਹੜੇ ਹੋਣ, ਇਹਨਾਂ ਤੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਜੇ ਭਾਰਤੀ ਜਨਤਾ ਪਾਰਟੀ ਵਰਗੀ ਧਿਰ ਜਿਹੜੀ ਹੈ ਉਹ ਇੱਕ ਕਾਮਨ ਜਿਹਾ ਪ੍ਰੋਗਰਾਮ ਬਣਾ ਕੇ NDA ਦੇ ਰੂਪ ਦੇ ਵਿੱਚ ਜਿਹੜੀਆਂ ਆਪਣੇ ਤੋਂ ਸਿਧਾਂਤਕ ਤੌਰ ਤੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਲਿਆ ਸਕਦੀ ਹੈ। ਜੇ ਸਾਡਾ ਦੁਸ਼ਮਣ ਏਦਾਂ ਕਰ ਸਕਦਾ ਤਾਂ ਤੁਸੀਂ ਕਾਮਨ ਪ੍ਰੋਗਰਾਮ ਤੇ ਇਕੱਠੇ ਕਿਉਂ ਨਹੀਂ ਹੋ ਸਕਦੇ? ਪੰਜਾਬ ਦਾ ਏਜੰਡਾ ਲੈ ਕੇ ਪੰਜਾਬ ਦੇ ਵਿੱਚ ਲੜਾਈ ਵਿੱਢੀ ਜਾਣੀ ਚਾਹੀਦੀ ਹੈ ਤੇ ਇਹਦੇ ਬੜੇ ਬਿਹਤਰ ਨਤੀਜੇ ਆਉਣਗੇ। ਪਰ ਟੈਗ ਲਾਉਣਾ ਇਹ ਵੀ ਹਾਂ ਵੀ ਇਹ ਕਮਿਊਨਿਸਟ ਪਾਰਟੀਆਂ ਇਹ ਖਰਾ ਰਾਸ਼ਟਰਵਾਦ ਜਿਸ ਕਿਸਮ ਦਾ ਉਹਨਾਂ ਦਾ ਆ ਉਸ ਹਿਸਾਬ ਨਾਲ ਚੱਲਦੀਆਂ, ਮੈਨੂੰ ਲੱਗਦਾ ਇਹ ਠੀਕ ਨਹੀਂ ਹੈ। ਤੁਸੀਂ ਦੇਸ਼ ਦੇ ਦੁਨੀਆ ਦੇ ਮੁੱਦੇ ਵੀ ਆਪਣੇ
ਪੋਲਿਟਿਕਸ ਦਾ ਪਾਰਟ ਬਣਾਉਣੇ ਹੁੰਦੇ ਆ, ਤਾਂ ਹੀ ਤੁਸੀਂ ਸਰਵਾਈਵ ਕਰਨਾ ਹੁੰਦਾ। ਪਰ ਜਿੱਥੇ ਤੁਸੀਂ ਰਹਿ ਰਹੇ ਹੋ, ਜਿਸ ਇਲਾਕੇ 'ਚ, ਜਿਸ ਖਿੱਤੇ ਦੇ ਵਿੱਚ, ਉਹ ਲੜਾਈ ਜਿਹੜੀ ਹੈ ਤੁਹਾਡੇ ਏਜੰਡੇ ਤੇ ਪਹਿਲੀ ਲੜਾਈ ਹੋਣੀ ਚਾਹੀਦੀ ਹੈ, ਤੇ ਇਹਦੇ ਬਿਹਤਰ ਨਤੀਜੇ ਲਾਜ਼ਮੀ ਤੌਰ ਤੇ ਨਿਕਲ ਸਕਦੇ ਆ। ਬਿਲਕੁਲ ਤੁਸੀਂ ਠੀਕ ਆ ਦਸਾਂਝ ਸਾਹਿਬ। ਮੈਨੂੰ ਲੱਗਦਾ ਹੁੰਦਾ ਆ ਜਿੱਦਾਂ ਪੰਜਾਬੀ ਬੋਲੀ ਦੀ ਲੜਾਈ ਆ ਜਦੋਂ ਆਪਾਂ ਕਰਦੇ ਆ, ਤੇ ਉਹਦੇ ਵਿੱਚ ਵੀ ਮੈਂ ਵੇਖਦਾ ਆ ਕਿ ਜਿਹੜੇ ਵਿਦਵਾਨ ਨੇ ਉਹ ਜ਼ਿਆਦਾ ਵੱਧ ਚੜ ਕੇ ਹਿੱਸਾ ਲੈਣ ਵਾਲੇ ਉਹੀ ਨੇ ਜਿਹੜੇ ਕਿਤੇ ਨਾ ਕਿਤੇ ਖੱਬੀ ਧਿਰ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਮਿਲਦੀ ਹੁੰਦੀ ਆ। ਬਾਕੀ ਮਸਲੇ ਹੱਲਾਂ ਜਿਹੜੇ ਆ, ਚਲੋ ਧਰਤੀ ਦਾ ਮੁੱਦਾ ਆ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ, ਉਹ 'ਚ ਮੁਖਰ ਹੋ ਕੇ ਸ਼ਾਇਦ ਕਮਿਊਨਿਸਟ ਪਾਰਟੀਆਂ ਨੇ ਕੰਮ ਨਾ ਕੀਤਾ ਹੋਵੇ। ਜੇ ਕੀਤਾ ਵੀ ਹੋਵੇ, ਸਪੋਜ਼ ਕਰੋ ਜਿਵੇਂ ਤੁਸੀਂ ਕਹਿੰਦੇ ਹੋ ਕਿ ਪ੍ਰੈਕਟੀਕਲ ਤੌਰ ਤੇ ਕਮਿਊਨਿਸਟ ਪਾਰਟੀਆਂ ਦੇ ਗਰੁੱਪਾਂ ਨੇ ਬਹੁਤਾ ਕੰਮ ਕੀਤਾ, ਪਰ ਉਹ ਕਾਗਜ਼ਾਂ 'ਚ ਦੂਜੀਆਂ ਪਾਰਟੀਆਂ ਕਰ ਗਈਆਂ, ਕ੍ਰੈਡਿਟ ਉਹ ਲੈ ਗਈਆਂ। ਤੇ ਕੀ ਵਜ੍ਹਾ ਹੈ ਕਿ ਆਪਣੇ ਲੋਕਾਂ ਨਾਲੋਂ ਟੁੱਟ ਕੇ ਗਰੁੱਪ ਜਿਹੜੇ ਆ ਸਾਰੇ ਕੰਮ ਤੇ ਉਹਨਾਂ ਲਈ ਕਰ ਰਹੇ ਆ, ਪ੍ਰੈਕਟੀਕਲ ਵੀ ਤੁਸੀਂ ਕਹਿ ਰਹੇ ਉਹਨਾਂ ਲਈ ਕਰ ਰਹੇ ਆ, ਤੇ ਲੋਕਾਂ 'ਚੋਂ ਸਾਖ ਆਪਣੀ ਕਿਉਂ ਨਾ ਬਚਾ ਸਕੇ? ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਹੋਰ ਕਾਰਨ? ਇੱਕ ਤੇ ਆਪਸੀ ਫੁੱਟ ਆਪਾਂ ਕਹਿੰਦੇ ਹੀ ਆ, ਜਿੰਨਾ ਕਮਿਊਨਿਸਟ ਦਾ ਦੁਸ਼ਮਣ ਹੈ, ਇੱਕ ਗਰੁੱਪ ਦੂਜੇ ਗਰੁੱਪ ਨੂੰ ਰੱਦ ਕਰਦਾ। ਮੈਂ ਨਕਸਲੀਆਂ 'ਚ ਵੇਖਣਾ ਆ ਕਿ ਇੰਨੇ ਕੁ ਸੈਕਟੇਰੀਅਨ ਨੇ ਕਿ ਉਹ 10 ਬੰਦਿਆਂ ਦਾ ਇੱਕ ਧੜਾ, ਤੇ ਉਹ ਬਾਕੀ ਸਾਰੀ ਦੁਨੀਆ ਨੂੰ ਕਹਿੰਦੇ ਉਹ ਨਿਕੰਮੇ ਆ, ਸਿਰਫ ਅਸੀਂ 10 ਬੰਦੇ ਆ ਜਿਹੜੇ ਇਹ ਕੰਮ ਸਹੀ ਕਰ ਰਹੇ ਆ। ਤੇ ਇਦਾਂ ਦਾ ਹੀ ਮੈਨੂੰ ਵਿਹਾਰ ਕਦੀ ਕਦੀ ਲੱਗਦਾ ਆ ਜਿੱਦਾਂ ਰਵਾਇਤੀ ਕਮਿਊਨਿਸਟ ਪਾਰਟੀਆਂ ਨੇ, ਜਿੱਦਾਂ ਹੁਣੇ ਤੁਸੀਂ ਕਾਹਲੋਂ ਸਾਹਿਬ ਦਾ ਜ਼ਿਕਰ ਕੀਤਾ, ਉਹ ਮੇਨ ਖੱਬੀ ਧਿਰ ਨਾਲ ਖੜਦੇ ਆ, ਤੁਸੀਂ ਪਾਸਲਾ ਸਾਹਿਬ ਨਾਲ ਖੜਦੇ ਹੋ, ਕੁਝ ਹੋਰ ਆ। ਹਾਲਾਂ ਤੁਸੀਂ ਵਿਦਵਾਨ ਲੋਕ ਹੋ ਸਾਰੇ, ਪਰ ਆਪੋ ਆਪਣਾ ਉਹ ਜਿਹੜਾ ਹੈਗਾ ਆ ਸੈਕਟਰ ਤੋਂ ਬਾਹਰ ਨਹੀਂ ਨਿਕਲਦੇ। ਕਿ ਇਹ ਕੀ ਕਾਰਨ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆ ਕਮਿਊਨਿਸਟਾਂ 'ਚ ਵੀ ਕਿਉਂ ਕੱਟੜਪਣ ਇਹੋ ਜਿਹਾ ਆ ਜਾਂਦਾ ਹੈ? ਜਦੋਂ ਦੁਨੀਆ ਨੂੰ ਆਪਾਂ ਸਵਾਰਨ ਦੀ ਗੱਲ ਕਰਦੇ ਹਾਂ ਤੇ ਫਿਰ ਨਿੱਕੇ ਨਿੱਕੇ ਮਤਭੇਦ ਆਪਣੇ ਦੁਸ਼ਮਣੀ ਵਰਗੇ ਕਿਉਂ ਪਾੜ ਲੈਂਦੇ ਆ? ਆਖਰੀ ਸਵਾਲ ਆਪਾਂ ਤੋਂ ਬਾਅਦ ਬੰਦ ਕਰ ਦੇਣਾ ਜੀ। ਨਹੀਂ, ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਦੇਖੋ, ਇਹਦੇ 'ਚ ਕੱਟੜਤਾ ਕਿਸੇ ਵੀ ਕਿਸਮ ਦੀ ਹੈ, ਚਾਹੇ ਉਹ ਧਾਰਮਿਕ ਕੱਟੜਤਾ ਹੈ, ਚਾਹੇ ਤੁਸੀਂ ਕਿਸੇ ਇੱਕ ਕਮਿਊਨਿਸਟ ਧਿਰ ਦੇ ਨਾਲ ਹੋ, ਕੱਟੜਤਾ ਹਮੇਸ਼ਾ ਖਤਰਨਾਕ ਹੁੰਦੀ ਹੈ, ਹਮੇਸ਼ਾ ਖਤਰਨਾਕ ਹੁੰਦੀ ਹੈ। ਤੁਸੀਂ ਪੁੱਠੇ ਸਿੱਧੇ ਹੋ ਕੇ ਆਪਣੀ ਧਿਰ ਦੀ ਜਿਹੜੀ ਹੈ ਉਹਨੂੰ ਕਿਤੇ ਨਾ ਕਿਤੇ ਕਹਿ ਲਓ ਵੀ ਇਸ ਢੰਗ ਦੇ ਨਾਲ ਪੇਸ਼ ਕਰਦੇ ਹੋ ਵੀ ਨਹੀਂ ਇਹੀ ਧਿਰ ਸਹੀ ਹੈ। ਪਰ ਜੇ ਤੁਸੀਂ ਮੈਨੂੰ ਕਹਿ ਰਹੇ ਹੋ, ਮਤਲਬ ਤੁਸੀਂ ਮੈਨੂੰ, ਆਪਾਂ ਤਾਂ ਐਜ਼ ਏ ਜਰਨਲਿਸਟ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜੀ ਜੀ ਜੀ। ਪਰ ਤੁਸੀਂ ਜ਼ਿਕਰ ਕਰ ਰਹੇ ਹੋ RMPI ਦਾ ਜਾਂ ਪਾਸਲਾ ਹੋਰਾਂ ਦੀ ਧਿਰ ਦਾ, ਤੇ ਮੈਂ ਇਸ ਗੱਲ ਦਾ ਵੀ ਕ੍ਰਿਟੀਕਲ ਹੈ। ਮੈਂ ਇਸ ਗੱਲੋਂ ਕ੍ਰਿਟੀਕਲ ਹੈ ਵੀ ਕੇਰਲਾ ਦੇ ਵਿੱਚ RMPI ਨੇ ਇੱਕ ਸੀਟ ਜਿੱਤੀ ਹੈ। ਕੇਰਲਾ ਦੇ ਵਿੱਚ RMPI ਨੇ ਇੱਕ ਸੀਟ ਜਿੱਤੀ ਹੈ, ਮੰਗਤਰਾਮ ਪਾਸਲਾ ਹੋਰਾਂ ਦੀ ਧਿਰ ਨੇ। ਉਹ ਕਾਂਗਰਸ ਪਾਰਟੀ ਨਾਲ ਰਲ ਕੇ ਜਿੱਤੀ ਹੈ। ਮੈਂ ਉਹਦਾ ਵਿਰੋਧੀ ਹਾਂ, ਤੇ ਮੈਂ ਕ੍ਰਿਟੀਕਲ ਹੈ, ਬਿਲਕੁਲ ਕ੍ਰਿਟੀਕਲ ਹੈ। ਮੈਂ ਕੋਈ ਉਸ ਸੈਟਅਪ ਦੇ ਵਿੱਚ ਨਹੀਂ ਹੈਗਾ ਵੀ ਮੈਂ ਨਾ ਗੱਲ ਕਹਿ ਸਕਾਂ। ਮੈਂ ਤਾਂ ਕਹਿੰਦਾ ਵੀ ਤੁਸੀਂ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਨਾਂ ਦੇ ਉੱਤੇ ਜਿਹੜੀ ਪੋਲਿਟਿਕਸ ਹੋਈ ਹੈ, ਉਹਦਾ ਵਿਰੋਧ ਕਰਦਿਆਂ ਆਪਣੀ ਵੱਖਰੀ ਪਾਰਟੀ ਬਣਾਈ ਹੈ। ਤੁਹਾਨੂੰ ਜਾਂ ਪਾਰਟੀ ਬਣਾਉਣ ਵੱਲ ਧੱਕ ਦਿੱਤਾ ਗਿਆ। ਜੋਤੀ ਬਾਸੂ ਨੂੰ ਕਾਂਗਰਸ ਦੀ ਮਦਦ ਦੇ ਨਾਲ ਹੀ ਪ੍ਰਧਾਨ ਮੰਤਰੀ ਬਣਾਉਣਾ ਸੀ, ਜਿਹਦਾ ਵਿਰੋਧ ਕੀਤਾ। ਤੇ ਅੱਜ ਉਸੇ ਕਾਂਗਰਸ ਦੇ ਨਾਲ ਤੁਸੀਂ ਰਲ ਕੇ CPM ਦਾ ਜਿਹੜਾ ਉੱਥੇ ਵਾਈ ਦੇ ਵਿੱਚ ਫਰੰਟ ਹੈ, ਉਹਦੇ ਖਿਲਾਫ UDF ਵੱਲੋਂ ਆਪਣਾ ਕੈਂਡੀਡੇਟ ਖੜਾ ਕਰਦੇ ਹੋ ਤਾਂ ਜਿੱਤ ਜਾਂਦਾ, ਤੇ ਉਸ ਜਿੱਤ ਦਾ ਕੀ ਅਰਥ ਹੈ? ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਦੋ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਲ ਸਕਦੀਆਂ। ਤੁਹਾਨੂੰ ਕਲੀਅਰ ਕੱਟ ਹੋਣਾ ਚਾਹੀਦਾ ਵੀ ਤੁਹਾਡੀ ਸਾਂਝ ਕਿਹਨਾਂ ਨਾਲ ਆ। ਤੁਸੀਂ ਸਾਂਝ ਭਿਆਲੀ ਜਿਹੜੀ ਆ, ਜਿਸ ਤਰ੍ਹਾਂ ਦਾ ਜਿਹੜਾ ਨੁਕਸਾਨ ਅਸੀਂ ਉਠਾਇਆ, ਵੀ ਉਹ ਨੁਕਸਾਨ ਫਿਰ ਤੋਂ ਉਸ ਪਾਸੇ ਵੱਲ ਨੂੰ ਜਾਣਾ, ਤੇ ਫਿਰ ਕੁਝ ਨਹੀਂ ਬਣੇਗਾ। ਤੁਹਾਨੂੰ ਕਲੈਰਿਟੀ ਦੇ ਨਾਲ ਆਪਣੇ ਸਾਰੇ ਮਸਲੇ ਜਿਹੜੇ ਆ ਉਹਨਾਂ ਤੇ ਆਪਣੀ ਰਾਏ ਦੇਣੀ ਚਾਹੀਦੀ, ਆਪਣਾ ਪ੍ਰੋਗਰਾਮ ਦੇਣਾ ਚਾਹੀਦਾ। ਪੰਜਾਬ ਵੱਲ ਵਾਪਸ ਆਉਂਦੇ ਆ। ਪੰਜਾਬ ਦੀ ਇਹ ਲੋੜ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਜਿਹੜੇ ਤੁਹਾਡੇ ਵਿਰੋਧ ਹੈ, ਉਹਨਾਂ ਨੂੰ ਸਾਈਡ ਤੇ ਰੱਖ ਕੇ ਤੁਸੀਂ ਇੱਕ ਕਾਮਨ ਪ੍ਰੋਗਰਾਮ ਦੇ ਉੱਤੇ ਆ ਜਾਓ। ਜਿਹੜਾ ਕਾਮਨ ਪ੍ਰੋਗਰਾਮ ਇਲੈਕਸ਼ਨ ਬੇਸਡ ਨਾ ਹੋਵੇ, ਚੋਣ ਪ੍ਰੋਗਰਾਮ ਨਾ ਹੋਵੇ, ਉਹ ਜਨਤਕ ਪ੍ਰੋਗਰਾਮ ਹੋਵੇ ਵੀ ਤੁਸੀਂ ਇੱਕ ਲੜਾਈ ਦੇਣੀ ਹੈ ਤੇ ਆਪਣੇ ਆਪ ਨੂੰ ਫੇਰ ਤੋਂ ਖੜੇ ਕਰਨਾ ਹੈ। ਤਾਂ ਹੀ ਤੁਹਾਡਾ ਕਹਿ ਲਓ ਵੀ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਹੋ ਸਕਦਾ ਹੈ, ਆਉਣ ਵਾਲਾ ਸਮਾਂ ਜਿਹੜਾ ਲੋਕਾਂ ਦੇ ਹੱਕ 'ਚ ਹੋ ਸਕਦਾ ਹੈ। ਇਸ ਕਰਕੇ ਮੈਨੂੰ ਲੱਗਦਾ 2022 ਅਹਿਮ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਕਮਿਊਨਿਸਟ ਗਰੁੱਪਾਂ ਲਈ। 2022 ਤੋਂ ਬਾਅਦ ਦਾ ਜਿਹੜਾ ਸਮਾਂ ਹੈ ਉਹ ਜ਼ਿਆਦਾ ਅਹਿਮ ਹੋਣਾ ਚਾਹੀਦਾ ਹੈ। ਤੇ ਅੱਜ ਤੋਂ ਹੀ ਕਿਸਾਨ ਅੰਦੋਲਨ ਦੇ ਨਾਲ ਨਾਲ ਇੱਕ ਜਨਤਕ ਸੰਘਰਸ਼ ਦੇ ਨਾਂ ਦੇ ਉੱਤੇ ਜਿਹੜਾ ਕੋਈ ਨਾ ਕੋਈ ਪਲੇਟਫਾਰਮ ਜਿਹੜਾ ਆ ਕਮਿਊਨਿਸਟ ਧਿਰਾਂ ਦਾ ਖਾਸ ਤੌਰ ਦੇ ਉੱਤੇ ਜਿਹੜਾ ਉਹ ਉਭਾਰਨ ਦੀ ਜ਼ਰੂਰਤ ਹੈ, ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ। ਤਾਂ ਹੀ ਸ਼ਾਇਦ ਬਿਹਤਰ ਭਵਿੱਖ ਹੋ ਸਕਦਾ ਜੀ। ਬਿਲਕੁਲ ਦਸਾਂਝ ਸਾਹਿਬ। ਤੇ ਇੱਕ ਖਾਸ ਕਰਕੇ ਮੈਂ ਜਾਂਦਾ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਭਾਵੇਂ ਕਮਿਊਨਿਸਟ ਪਾਰਟੀਆਂ ਵੰਡੀਆਂ ਹੋਈਆਂ ਨੇ, ਜੋ ਮਰਜ਼ੀ ਆ, ਜਿਹੜੀ ਲੀਡਰਸ਼ਿਪ ਹੈ ਉਹਦੇ ਆਪਣੇ ਤਜਰਬਿਆਂ 'ਚੋਂ ਕਈ ਚੀਜ਼ਾਂ ਨਿਕਲੀਆਂ ਹੋਣਗੀਆਂ, ਪਰ ਮੈਨੂੰ ਲੱਗਦਾ ਹੈ ਕਿ ਜਿੱਦਾਂ
ਤੁਹਾਡੇ ਸਾਡੇ ਵੇਲੇ ਜਦੋਂ ਆਪਾਂ ਕਾਲਜਾਂ 'ਚ ਹੁੰਦੇ ਸੀਗੇ, ਜਿਸ ਤਰੀਕੇ ਨਾਲ ਵਿਦਿਆਰਥੀ ਜਥੇਬੰਦੀਆਂ 'ਚ ਕਮਿਊਨਿਸਟ ਗਰੁੱਪਾਂ ਦਾ ਰੋਲ ਹੋਇਆ ਕਰਦਾ ਸੀਗਾ, ਜਿੱਥੋਂ ਲੀਡਰਸ਼ਿਪ ਪੈਦਾ ਹੁੰਦੀ ਸੀਗੀ। ਪੰਜਾਬ ਤੇ ਖੈਰ ਹੁਣ ਸਾਰੇ ਕਾਲਜਸ ਦੇ ਵਿੱਚ ਉਹ ਚੀਜ਼ ਹੀ ਬੰਦ ਖਤਮ ਹੋ ਗਈ ਕਿ ਸਟੂਡੈਂਟ ਜਿਹੜੀ ਰਾਜਨੀਤੀ ਆ ਉਹਨੂੰ ਲਗਭਗ ਬੰਦ ਹੀ ਕਰ ਦਿੱਤਾ ਗਿਆ। ਪਰ ਜਿਹੜੀ ਸਟੂਡੈਂਟ ਰਾਜਨੀਤੀ ਸੀਗੀ ਕਿਸੇ ਜ਼ਮਾਨੇ 'ਚ, ਉਹੀ ਅੱਗੇ ਚੱਲ ਕੇ ਚੰਗੀ ਲੀਡਰਸ਼ਿਪ ਪੈਦਾ ਕਰਦੀ ਸੀਗੀ। ਉਸ ਪਾਸੇ ਵੀ ਕਮਿਊਨਿਸਟ ਪਾਰਟੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਆਪਣੇ ਜਿਹੜੇ ਵਿੰਗ ਨੇ, ਚਾਹੇ ਐਸਐਫਆਈ ਹੋਵੇ, ਚਾਹੇ ਕੋਈ ਹੋਰ ਕਮਿਊਨਿਸਟ ਜਥੇਬੰਦੀ ਹੋਵੇ, ਕਦੀ ਪੀਐਸਯੂ ਦਾ ਬੜਾ ਦੌਰ ਦੌਰਾ ਹੋਇਆ ਕਰਦਾ ਸੀਗਾ ਰੰਧਾਵੇ ਹੋਰਾਂ ਦਾ। ਤੇ ਇਸ ਤਰ੍ਹਾਂ ਦਾ ਜਿਹੜਾ ਉਹ ਕਲਚਰ ਸੀ, ਉਹ ਕਿਤੇ ਨਾ ਕਿਤੇ ਜਿਹੜਾ ਉਹ ਪੰਜਾਬ 'ਚੋਂ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਤਾਂ ਹੀ ਕੋਈ ਨਵੀਂ ਲੀਡਰਸ਼ਿਪ ਜਿਹੜੀ ਉਹ ਨਹੀਂ ਉੱਭਰ ਰਹੀ। ਨੌਜਵਾਨ ਉਧਰ ਅਟਰੈਕਟ ਨਹੀਂ ਹੋ ਰਹੇ ਉਸ ਵਿਚਾਰਧਾਰਾ ਵੱਲ ਕਿ ਇਸ ਪਾਸੇ ਕਮਿਊਨਿਸਟ ਲਹਿਰ ਨੂੰ ਕੋਈ ਆਪਣਾ ਧਿਆਨ ਨਹੀਂ ਦੇਣਾ ਚਾਹੀਦਾ। ਜਿਵੇਂ ਪਿੱਛੇ ਜੇ ਪੰਜਾਬ ਯੂਨੀਵਰਸਿਟੀ 'ਚ ਇੱਕ ਥੋੜ੍ਹਾ ਆਇਆ ਸੀਗਾ ਤੇ ਲੋਕਾਂ ਨੇ ਬਹੁਤ ਉਹਨੂੰ ਵੈਲਕਮ ਕੀਤਾ ਸੀਗਾ, ਤੇ ਬਾਕੀ ਅਦਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਅਣਹੋਂਦ ਆ ਉਹ ਰੜਕਦੀ ਆ ਕਿ ਉੱਥੇ ਲੀਡਰਸ਼ਿਪ ਪੈਦਾ ਕਰਨ ਵਾਲਾ ਜਿਹੜਾ ਕੰਮ ਹੈ ਉਹ ਕਮਿਊਨਿਸਟਾਂ ਨੇ ਵੀ ਤਿਆਗ ਦਿੱਤਾ ਦੂਜਿਆਂ ਦੀ ਤਰ੍ਹਾਂ, ਤੇ ਸਟੂਡੈਂਟ ਲਹਿਰ ਜਿਹੜੀ ਆ ਉਹ ਲਗਭਗ ਖਤਮ ਹੋ ਗਈ ਆ, ਜਿਹਦੇ ਤੋਂ ਹੀ ਕੁਝ ਉਮੀਦਾਂ ਵੱਜਦੀਆਂ ਸੀ ਕਿ ਨੌਜਵਾਨ ਅੱਗੇ ਆ ਕੇ ਚੰਗੀ ਸੇਧ ਦੇਣਗੇ, ਚੰਗੀ ਵਿਚਾਰਧਾਰਾ ਲੈ ਕੇ ਆਉਣਗੇ, ਚੰਗਾ ਕੰਟਰੀ ਬਣਾਉਣਗੇ, ਚੰਗੀ ਰਾਜਨੀਤੀ ਕਰਨਗੇ। ਇਸ ਪਾਸੇ ਵੀ ਕਿਤੇ ਨਾ ਕਿਤੇ ਕਮਿਊਨਿਸਟ ਗਰੁੱਪਾਂ ਨੂੰ ਧਿਆਨ ਦੇਣ ਦੀ ਲੋੜ ਸਮਝਦੇ ਹੋ? ਸਭ ਤੋਂ ਵੱਡਾ ਨੁਕਸਾਨ ਅਸਲ ਦੇ ਵਿੱਚ ਜਿਹੜੀ ਵਿਦਿਆਰਥੀ ਲਹਿਰ ਦਾ ਕੀਤਾ, ਉਹ ਉਸ ਦੌਰ ਨੇ ਕੀਤਾ ਜਿਸ ਦੌਰ ਨੂੰ ਆਪਾਂ ਸਾਰਿਆਂ ਨੇ ਹੰਢਾਇਆ, ਜਿਹਨੂੰ ਇੱਕ ਕਾਲਾ ਦੌਰ ਅਸੀਂ ਕਹਿੰਦੇ ਆ। ਜਿਹੜੇ 15 ਸਾਲ ਅਸੀਂ ਪੰਜਾਬੀਆਂ ਨੇ ਜਿਹੜੇ ਆਪਣੇ ਪਿੰਡੇ ਤੇ ਹੰਢਾਏ ਨੇ, ਦਹਿਸ਼ਤਗਰਦੀ ਦਾ ਦੌਰ, ਫਿਰ ਸਰਕਾਰੀ ਦਹਿਸ਼ਤਗਰਦੀ ਦਾ ਦੌਰ। ਉਸ ਦੌਰ ਦੇ ਵਿੱਚ ਜਿਹੜੀ ਸਰਕਾਰੀ ਦਹਿਸ਼ਤਗਰਦੀ ਜਿਹੜੀ ਰਹੀ ਹੈ, ਜਾਂ ਸਰਕਾਰ ਦੀਆਂ ਜਿਸ ਕਿਸਮ ਦੀਆਂ ਨੀਤੀਆਂ ਰਹੀਆਂ, ਉਹਨਾਂ ਨੇ ਬਿਲਕੁਲ ਪਲਾਂਟ ਤਰੀਕੇ ਦੇ ਨਾਲ ਜਿਹੜਾ ਇਹ ਕਲਚਰ ਸੀ ਸਟੂਡੈਂਟਸ ਦੀ ਪੋਲਿਟਿਕਸ ਦਾ, ਉਹਨੂੰ ਖਤਮ ਕੀਤਾ। ਪੰਜਾਬ ਦੇ ਵਿੱਚ ਹੁਣ ਵਿਦਿਆਰਥੀ ਇਲੈਕਸ਼ਨਸ ਜਿਹੜੀਆਂ ਨਹੀਂ ਹੁੰਦੀਆਂ, ਵਿਦਿਆਰਥੀ ਚੋਣਾਂ ਨਹੀਂ ਹੁੰਦੀਆਂ, ਚੰਡੀਗੜ੍ਹ 'ਚ ਹੁੰਦੀਆਂ। ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੀ ਮੈਨੂੰ ਲੱਗਦਾ ਉਹਦੀ ਕੋਈ ਮੰਗ ਵੀ ਨਹੀਂ ਕਰ ਰਿਹਾ ਕੋਈ ਇੰਸਟੀਚਿਊਟ ਵੱਲੋਂ, ਕਿਸੇ ਬੁੱਧੀਜੀਵੀਆਂ ਵੱਲੋਂ, ਕਮਿਊਨਿਸਟ ਗਰੁੱਪਾਂ ਵੱਲੋਂ ਜਾਂ ਦੂਜਿਆਂ ਗਰੁੱਪਾਂ ਵੱਲੋਂ ਵੀ ਕਿਤੇ ਇੱਕ ਮੰਗ ਵੀ ਨਹੀਂ ਹੈਗੀ ਵੀ ਸਟੂਡੈਂਟ ਜਿਹੜਾ ਸਟੂਡੈਂਟ ਅੰਦੋਲਨ ਹੁੰਦਾ ਸੀਗਾ, ਵਿਦਿਆਰਥੀ ਚੋਣਾਂ ਹੁੰਦੀਆਂ ਸੀ ਜਾਂ ਵਿਦਿਆਰਥੀਆਂ ਦੇ ਵਿੱਚ ਇੱਕ ਜਾਗਰਤੀ ਆਉਂਦੀ ਸੀ, ਉਹਦੇ ਬਾਰੇ ਕੋਈ ਸੁਚੇਤ ਕਰਨ ਵਾਲਾ ਹੈ ਹੀ ਨਹੀਂ। ਉਹ ਕਿਉਂ ਜਿਹੜਾ ਠੱਪ ਕਰ ਦਿੱਤਾ ਗਿਆ ਸਾਰਿਆਂ ਵੱਲੋਂ? ਉਹੀ ਮੈਂ ਕਹਿ ਰਿਹਾ ਕਿ ਅਸਲ 'ਚ ਬਕਾਇਦਾ ਬਹੁਤ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਉਹ ਕਲਚਰ ਜਿਹੜਾ ਉਹਨੂੰ ਖਤਮ ਕੀਤਾ ਗਿਆ। ਮਤਲਬ CRP ਬਾੜ ਦਿੱਤੀ ਗਈ। ਤੁਹਾਡੇ ਜਿੰਨੇ ਵੀ ਵਿਦਿਅਕ ਅਦਾਰੇ ਸੀ, ਮੈਨੂੰ ਯਾਦ ਹੈ ਕਿ ਅਸੀਂ ਉਦੋਂ ਰਾਮਗੜੀਆ ਕਾਲਜ ਫਗਵਾੜੇ ਪੜ੍ਹਦੇ ਸੀ, ਤੇ ਉਹ ਸਾਡੇ ਜਿਹੜੇ ਬਹੁਤੇ ਕਾਲਜਸ ਜਿਹੜੇ ਆ, 14 ਇੰਸਟੀਟਿਊਸ਼ਨ ਹੈਗੇ ਆ ਰਾਮਗੜੀਆਂ ਦੇ ਉੱਥੇ ਫਗਵਾੜੇ ਦੇ ਵਿੱਚ। ਉਹਦੇ 'ਚ ਜਿਹੜਾ ਇੱਕ ਵੱਡਾ ਇੰਸਟੀਟਿਊਸ਼ਨ ਹੈਗਾ ਜਿਹੜਾ ਪੋਲੀਟੈਕਨਿਕ ਹੈ, ਉੱਥੇ ਤਾਂ ਪੂਰੇ ਦਾ ਪੂਰਾ ਕੈਂਪ ਜਿਹੜਾ CRP ਦਾ ਲਾ ਦਿੱਤਾ ਗਿਆ ਸੀ। ਸੋ ਪਲਾਨ ਤਰੀਕੇ ਨਾਲ ਖਤਮ ਕੀਤਾ ਗਿਆ, ਤੇ ਹੁਣ ਇਲੈਕਸ਼ਨ ਜਿਹੜੀਆਂ ਨਹੀਂ ਕਰਵਾਈਆਂ ਜਾਂਦੀਆਂ ਤਾਂ ਜੋ ਵਿਦਿਆਰਥੀ ਰਾਜਨੀਤੀ 'ਚ ਉਸ ਢੰਗ ਨਾਲ ਆ ਨਾ ਸਕਣ। ਫਿਰ ਇੱਧਰ ਦਾ ਪ੍ਰਚਾਰ ਕੀਤਾ ਗਿਆ ਕਿ ਰਾਜਨੀਤੀ ਵਿਦਿਆਰਥੀਆਂ ਦਾ ਕੰਮ ਨਹੀਂ ਹੈ, ਜਦ ਕਿ ਜਿਨ੍ਹਾਂ ਨੇ ਪ੍ਰਚਾਰ ਕੀਤਾ ਉਹਨਾਂ ਦੀਆਂ ਆਪਣੀਆਂ ਵਿਦਿਆਰਥੀ ਜਥੇਬੰਦੀਆਂ, ਚਾਹੇ NSUI ਹੋਵੇ, ਕਾਂਗਰਸ ਪਾਰਟੀ ਦਾ ਵਿਦਿਆਰਥੀ ਵਿੰਗ ਹੈ, ਚਾਹੇ ਉਹ ABP ਹੋਵੇ ਜਿਹਨੂੰ ਆਪਾਂ ਭਾਰਤ ਕਹਿੰਦੇ ਆ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹ ਭਾਰਤੀ ਜਨਤਾ ਪਾਰਟੀ ਦਾ ਸਟੂਡੈਂਟ ਵਿੰਗ ਹੈ। ਪਰ ਪ੍ਰਚਾਰਿਆ ਇਹ ਗਿਆ ਕਿ ਵਿਦਿਆਰਥੀ ਰਾਜਨੀਤੀ ਤੋਂ ਪਰੇ ਰਹਿਣ। ਤੇ ਠੀਕ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਜਾਂ ਦੇਸ਼ ਪੱਧਰ ਦੇ ਉੱਤੇ ਇੱਕ ਮੂਵ ਚਾਹੀਦਾ ਸੀ ਵੀ ਹਾਂ ਵਿਦਿਆਰਥੀ ਚੋਣਾਂ ਵਾਸਤੇ ਮੂਵ ਚੱਲੇ, ਤਾਂ ਜੋ ਫਿਰ ਤੋਂ ਵਿਦਿਆਰਥੀ ਜਿਹੜੇ ਆ ਸੋਚ ਸਕਣ, ਸਮਝ ਸਕਣ, ਰਾਜਨੀਤੀ 'ਚ ਆ ਸਕਣ। ਜਿਹੜੀ ਬਿਹਤਰ ਲੀਡਰਸ਼ਿਪ ਹੈ ਕਿਸੇ ਵੀ ਧਿਰ ਦੀ, ਉਹਦੇ 'ਚੋਂ ਬਹੁਤੇ ਜਿਹੜੇ ਆ ਵਿਦਿਆਰਥੀ ਜਥੇਬੰਦੀਆਂ 'ਚੋਂ ਆਏ ਹੋਏ ਆ ਜੀ। ਹੁਣ ਚਾਹੇ ਅਰੁਣ ਜੇਟਲੀ ਹੁਣ ਨਹੀਂ ਹੈਗੇ, ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਵੀ ਟੌਪ ਦੀ ਲੀਡਰਸ਼ਿਪ ਹੈ, ਅਮਿਤ ਸ਼ਾਹ ਤੇ ਉਹਨੂੰ ਛੱਡ ਦਿਓ ਤੁਸੀਂ, ਨਰਿੰਦਰ ਮੋਦੀ ਨੂੰ, ਉਹ ਜਿਹੜੀ ਆਉਂਦੀ ਰਹੀ ਆ ਉਹ ਵਿਦਿਆਰਥੀ ਜਥੇਬੰਦੀਆਂ 'ਚ ਆਉਂਦੀ ਰਹੀ ਹੈ, ABP 'ਚ ਆਉਂਦੀ ਰਹੀ ਹੈ। SFI ਦੇ ਵਿੱਚੋਂ ਕਮਿਊਨਿਸਟਾਂ ਦੀ ਬਹੁਤੀ ਲੀਡਰਸ਼ਿਪ ਆਈ ਹੈ। ਸੀਤਾਰਾਮ ਜੈਤਰੀ ਜਿਹੜੇ, ਜਾਂ ਪ੍ਰਕਾਸ਼ ਕਰਤ, ਜਾਂ ਹੁਣ ਸੀਤਾਰਾਮ ਜੈਤਰੀ ਜਿਹੜੇ ਜਨਰਲ ਸੈਕਟਰੀ ਹੈ CPIM ਦੇ, ਉਹ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ SFI ਦੇ ਜਿਹੜੇ ਨੈਸ਼ਨਲ ਜਨਰਲ ਸੈਕਟਰੀ ਰਹੇ ਆ। ਮੇਰੇ ਵੇਲੇ ਰਿਹਾ ਜਦੋਂ ਮੈਂ SFI 'ਚ ਕੰਮ ਕਰਦਾ ਸੀ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਦੌਰ ਸੀ। ਹੁਣ ਪੰਜਾਬ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪੰਜਾਬ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਜਿਹੜੀ ਹੈ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਇੱਕ ਨਵਾਂ ਨਜ਼ਰੀਆ, ਨਵਾਂ ਅੰਦਾਜ਼ ਦੇਣ ਦਾ ਜਿਹੜਾ ਕੰਮ ਕਰਨਾ ਹੈ, ਇਸ ਜਨਰੇਸ਼ਨ ਨੇ ਹੀ ਕਰਨਾ ਹੈ। ਇਹ ਜਿਹੜੀ ਘਸੀ ਪਿੱਟੀ ਲੀਡਰਸ਼ਿਪ ਜਿਹੜੀ ਹੈ, ਇਹਨੇ ਹੌਲੀ ਹੌਲੀ ਪਾਸੇ ਹੋਣਾ ਤੇ ਨਵੇਂ ਲੋਕਾਂ ਨੇ ਆਉਣਾ ਹੈ। ਸੋ ਇਹਦੇ ਤੇ ਚਰਚਾ ਚੱਲ ਰਹੀ ਹੈ ਅੱਜ ਕੱਲ੍ਹ, ਕੁਝ ਗਰੁੱਪ ਇਹਦੇ ਤੇ ਚਰਚਾ ਕਰ ਰਹੇ ਆ ਵੀ ਪੰਜਾਬ ਦੇ ਵਿੱਚ ਫੇਰ ਤੋਂ ਇੱਕ ਵਿਦਿਆਰਥੀ ਰਾਜਨੀਤੀ ਦਾ ਜਿਹੜਾ ਉਹਨੂੰ ਏਜੰਡੇ ਤੇ ਲੈ ਕੇ
ਫਿਰ ਤੇ ਕੰਮ ਕੀਤਾ ਜਾਏ। ਉਹ ਵੱਖਰੀਆਂ ਵਿਦਿਆਰਥੀ ਜਥੇਬੰਦੀਆਂ ਹੋ ਸਕਦੀਆਂ, ਉਹ PSU ਹੋ ਸਕਦੀ ਹੈ, PSU ਦੇ ਵੀ ਕਈ ਗਰੁੱਪ ਹੈ, ਉਹ SFI ਹੋ ਸਕਦੀ ਹੈ, ਉਹ ਕੋਈ ਹੋਰ ਜਥੇਬੰਦੀ AISF ਹੋ ਸਕਦੀ ਹੈ। ਤੋ ਏਦਾਂ ਦੀਆਂ ਜਥੇਬੰਦੀਆਂ ਦਾ ਫਿਰ ਤੋਂ ਇੱਕ ਵੱਡਾ ਹੁੰਗਾਰਾ ਜਿਹੜਾ ਪੰਜਾਬ ਦੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਆ, ਉਹ ਦੇਖਣ ਨੂੰ ਮਿਲਣਾ ਚਾਹੀਦਾ। ਇਸ ਗੱਲ ਦੀ ਉਡੀਕ ਰਹੇਗੀ ਤੇ ਇਹ ਤੇ ਕੰਮ ਵੀ ਹੋ ਰਿਹਾ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਦਸਾਂਝ ਸਾਹਿਬ। ਟਾਈਮ ਆਪਣਾ ਕਾਫੀ ਹੋ ਗਿਆ, ਔਰ ਅੱਜ ਅਸੀਂ ਖਬਰਾਂ ਤੋਂ ਹਟ ਕੇ ਇੱਕ ਜਿਹੜੀ ਗੱਲਬਾਤ ਕੀਤੀ ਆ, ਮੈਨੂੰ ਕਾਫੀ ਇਹ ਤੋਂ ਸੰਤੁਸ਼ਟੀ ਮਿਲੀ ਆ ਕਿ ਬਹੁਤ ਚੰਗੇ ਢੰਗ ਨਾਲ ਸਾਡੀ ਗੱਲਬਾਤ ਹੋਈ ਆ। ਇਹ ਚਰਚਾ ਅਸੀਂ ਬਾਕੀ ਦੋਸਤਾਂ ਨਾਲ ਵੀ ਆਪਾਂ ਜਾਰੀ ਰੱਖਾਂਗੇ, ਜਿਹੜੇ ਵੱਖ-ਵੱਖ ਗਰੁੱਪ ਨੇ, ਵੱਖ-ਵੱਖ ਗਰੁੱਪਾਂ ਨਾਲ ਜੁੜੇ ਹੋਏ ਪ੍ਰੋਗਰੈਸਿਵ ਲੋਕ ਨੇ। ਸਮੇਂ-ਸਮੇਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਇਸ ਚੈਨਲ ਦੇ ਰਾਹੀਂ ਉਹਨਾਂ ਦੇ ਨਾਲ ਰੂਬਰੂ ਹੋਇਆ ਜਾਵੇ। ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਭਾਰਤ ਤੋਂ, ਚਾਹੇ ਪਾਸਲਾ ਸਾਹਿਬ ਹੋਣ ਜਾਂ ਕੁਝ ਹੋਰ ਲੋਕ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਉਹ ਪ੍ਰੋਗਰੈਸਿਵ ਮੂਵਮੈਂਟ ਦਾ ਇੱਕ ਚੰਗਾ ਹਿੱਸਾ ਨੇ, ਜਿਨ੍ਹਾਂ ਨੇ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ, ਤੇ ਉਹ ਅਗਲੇ ਭਵਿੱਖ ਵਾਸਤੇ, ਨੌਜਵਾਨੀ ਦੇ ਭਵਿੱਖ ਵਾਸਤੇ, ਪੰਜਾਬ ਦੇ ਭਵਿੱਖ ਵਾਸਤੇ, ਦੇਸ਼ ਦੇ ਭਵਿੱਖ ਵਾਸਤੇ ਕਿੱਦਾਂ ਦੀ ਲਾਈਨ ਆਫ ਐਕਸ਼ਨ ਜਿਹੜੀ ਆ ਉਹ ਦੇਣਾ ਚਾਹੁੰਦੇ ਆ। ਆਪਾਂ ਇਹ ਪਲੇਟਫਾਰਮ ਇਸ ਕੰਮ ਲਈ ਵੀ ਖੁੱਲ੍ਹਾ ਰੱਖਾਂਗੇ ਜ਼ਰੂਰ ਅੱਗੇ ਚੱਲ ਕੇ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਕੇ। ਤੁਸੀਂ ਕੁਝ ਹੋਰ ਜਾਣਦੇ ਹੋਏ ਕੋਈ ਸੁਨੇਹਾ ਦੇਣਾ ਚਾਹੋ ਤਾਂ? ਬਹੁਤ ਮਿਹਰਬਾਨੀ। ਕੋਈ ਨਹੀਂ ਜੀ, ਰੋਜ਼ ਹੀ ਆਪਾਂ ਗੱਲਾਂ ਬਾਤਾਂ ਕਰਦੀਆਂ ਜਿੱਦਾਂ ਦੀਆਂ। ਦੂਜਾ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ, ਸਾਡੇ ਸੁਣਨ ਵਾਲੇ, ਦੇਖਣ ਵਾਲੇ, ਜੇ ਉਹਨਾਂ ਦੇ ਮਨ 'ਚ ਵੀ ਕੋਈ ਸਵਾਲ ਆਉਂਦਾ ਹੈ ਤੇ ਜ਼ਰੂਰ ਉਹ ਸਾਡੇ ਤੱਕ ਆਪਣਾ ਸਵਾਲ ਪਹੁੰਚਾਉਣ, ਭਾਵੇਂ ਲਾਈਵ ਨਾ ਵੀ ਪਹੁੰਚਾਉਣ। ਤੁਸੀਂ ਆਫਲਾਈਨ ਵੀ ਹਰਜੀਤ ਗਿੱਲ ਹੋਰਾਂ ਨੂੰ ਫੋਨ ਕਰਕੇ ਆਪਣੀ ਰਾਏ ਦੇ ਸਕਦੇ ਹੋ, ਆਪਣਾ ਸਵਾਲ ਦੇ ਸਕਦੇ ਹੋ, ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਕੁ ਸਾਡੀ ਸਮਝਦਾਰੀ ਉਹਦੇ ਮੁਤਾਬਕ ਉਹਦਾ ਜਵਾਬ ਦੇ ਸਕੀਏ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਧੰਨਵਾਦ ਜੀ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਖਤਮ।